ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਆਇਆਂ ਨੂੰ ਆਖਿਆ ਜਾਂਦਾ ਜੀ। ਆਪ ਸਾਰੀਆਂ ਭੈਣਾਂ ਔਰ ਵੀਰਾਂ ਨੂੰ ਸਵਾਗਤ ਹੈ ਤੁਹਾਡਾ ਗੁਰਮਤਿ ਕਲਾਸ ਵਿੱਚ। ਜਿਵੇਂ ਕਿ ਆਪ ਜੀ ਨੂੰ ਪਤਾ ਹੈ, ਅਸੀਂ ਸਾਰੇ ਮਾਈ ਭਾਈ ਵੀਰ ਭੈਣਾਂ ਰਲ ਕੇ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਉਚਾਰਨ ਕੀਤੀ ਹੋਈ ਬਾਣੀ ਆਸਾ ਕੀ ਵਾਰ ਦੀ ਵਿਚਾਰ ਸਾਂਝੀ ਕਰ ਰਹੇ ਹਾਂ। ਕੱਲ ਤੱਕ ਅਸੀਂ 19 ਪੌੜੀਆਂ ਦੀ ਵਿਚਾਰ ਸਾਂਝੀ ਕਰ ਚੁੱਕੇ ਹਾਂ। ਅੱਜ 20 ਨੰਬਰ ਪੌੜੀ ਦੀ ਵਿਚਾਰ ਆਪ ਜੀ ਦੇ ਨਾਲ ਸਾਂਝੀ ਕਰ ਰਹੇ ਹਾਂ। ਇਸ ਪੌੜੀ ਦੇ ਨਾਲ 2 ਸ਼ਲੋਕ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਹੀ ਉਚਾਰਨ ਕੀਤੇ ਹੋਏ ਹਨ। ਆਓ ਬੜੇ ਪਿਆਰ ਦੇ ਨਾਲ ਜੁੜਨ ਦਾ ਯਤਨ ਕਰੀਏ। ਸਭ ਤੋਂ ਪਹਿਲੀ ਗੱਲ ਕਿ ਗੁਰਬਾਣੀ ਸਾਡੇ ਜੀਵਨ ਦਾ ਆਧਾਰ ਹੈ। ਗੁਰਬਾਣੀ ਤੋਂ ਅਸੀਂ ਜੀਵਨ ਜਾਚ ਸਿੱਖਣੀ ਹੈ। ਗੁਰਬਾਣੀ ਰਾਹੀਂ ਸਾਡੇ ਜੀਵਨ ਦੇ ਅੰਦਰ ਸੁਖ ਸ਼ਾਂਤੀ, ਆਨੰਦ, ਖੇੜਾ, ਪ੍ਰਸੰਨਤਾ ਪੈਦਾ ਹੋਣੀ ਹੈ। ਗੁਰਬਾਣੀ ਰਾਹੀਂ ਅਸੀਂ ਆਤਮਿਕ ਜੀਵਨ ਜੀਣਾ ਹੈ ਔਰ ਗੁਰਬਾਣੀ ਰਾਹੀਂ ਸਾਡੇ ਜੀਵਨ ਦੀਆਂ, ਸਮਾਜ ਦੀਆਂ, ਸੰਸਾਰ ਦੀਆਂ ਸਾਰੀਆਂ ਸਮੱਸਿਆਵਾਂ ਸੋਲਵ ਹੋ ਸਕਦੀਆਂ ਨੇ ਜੇ ਅਸੀਂ ਯਤਨ ਕਰੀਏ ਗੁਰੂ ਪਾਤਸ਼ਾਹ ਜੀ ਦੀ ਪਾਵਨ ਬਾਣੀ ਨੂੰ ਆਪ ਸਮਝ ਕੇ ਔਰ ਇਸ ਪਾਵਨ ਬਾਣੀ ਤੇ ਅਮਲ ਕਰਕੇ। ਤਾਂ ਇੱਕ ਹਕੀਕਤ ਹੈ ਕਿ ਹਰ ਇਨਸਾਨ ਬਾਣੀ ਤੇ ਅਮਲ ਕਰਨ ਵਾਲਾ ਰੱਬ ਰੂਪ ਹੋ ਸਕਦਾ ਹੈ, ਆਪਣੇ ਜੀਵਨ ਵਿੱਚ ਖੁਸ਼ੀਆਂ ਖੇੜੇ ਮਾਣ ਸਕਦਾ ਹੈ ਔਰ ਇੱਕ ਬਹੁਤ ਚੰਗੇ ਸੁੰਦਰ ਸਮਾਜ ਦੀ ਸਿਰਜਣਾ ਕਰ ਸਕਦਾ ਹੈ। ਸਭ ਤੋਂ ਪਹਿਲਾਂ ਗੁਰੂ ਨਾਨਕ ਪਾਤਸ਼ਾਹ ਜੀ ਪਹਿਲੇ ਸ਼ਲੋਕ ਵਿੱਚ ਬੋਲਾਂ ਦੀ ਗੱਲ ਕਰ ਰਹੇ ਹਨ ਕਿ ਸਾਡੇ ਬੋਲ ਬੜੇ ਕੀਮਤੀ ਨੇ। ਸਾਡਾ ਬੋਲਿਆ ਹੋਇਆ ਕੋਈ ਵੀ ਬੋਲ ਵਿਅਰਥ ਨਹੀਂ ਜਾਂਦਾ। ਅਸਲ ਦੇ ਅੰਦਰ ਸਾਡਾ ਕੀਤਾ ਹੋਇਆ ਕੋਈ ਵੀ ਕਰਮ ਵਿਅਰਥ ਨਹੀਂ ਜਾਂਦਾ। ਉਹ ਇਸ ਸਮਾਜ ਤੇ, ਸਾਡੇ ਪਰਿਵਾਰ ਤੇ, ਆਉਣ ਵਾਲੀਆਂ ਪੀੜ੍ਹੀਆਂ ਤੇ ਔਰ ਸਾਡੇ ਜੀਵਨ ਦੇ ਉੱਤੇ ਮਾੜਾ ਜਾਂ ਚੰਗਾ ਅਸਰ ਜ਼ਰੂਰ ਪਾਉਂਦਾ ਹੈ। ਮਿਸਾਲ ਵਜੋਂ ਇੱਕ ਪਾਣੀ ਦੇ ਬੜੇ ਵੱਡੇ ਭਰੇ ਹੋਏ ਸਰੋਵਰ ਵਿੱਚ ਜੇ ਨਿੱਕਾ ਜਿਹਾ ਰੋੜਾ ਵੀ ਸੁੱਟੀਏ ਤਾਂ ਨਿੱਕਾ ਜਿਹਾ ਰੋੜਾ ਪੂਰੇ ਜਿਹੜਾ ਹੈ ਸਰੋਵਰ ਉਹਦੇ ਪਾਣੀ ਵਿੱਚ ਹਲਚਲ ਪੈਦਾ ਕਰਦਾ ਹੈ। ਨਿੱਕੇ ਜਿਹੇ ਰੋੜੇ ਰਾਹੀਂ ਇੱਕ ਲਹਿਰ ਪੈਦਾ ਹੁੰਦੀ ਹੈ ਤੇ ਉਹ ਲਹਿਰ ਇੱਕ ਕਿਨਾਰੇ ਤੋਂ ਦੂਜੇ ਕਿਨਾਰੇ ਤੱਕ ਜਾਂਦੀ ਹੈ। ਉਸ ਕਿਨਾਰੇ ਤੋਂ ਫਿਰ ਵਾਪਸ ਪਰਤਦੀ ਹੈ। ਹੌਲੇ ਹੌਲੇ ਉਹ ਲਹਿਰ ਸ਼ਾਂਤ ਹੁੰਦੀ ਹੈ। ਯਾਨੀ ਇੱਕ ਨਿੱਕਾ ਜਿਹਾ ਰੋੜਾ ਵੀ ਪੂਰੇ ਸਮੁੰਦਰ ਦੇ ਪਾਣੀ ਨੂੰ ਪ੍ਰਭਾਵਿਤ ਕਰਦਾ ਹੈ। ਇਸੇ ਤਰ੍ਹਾਂ ਇਹ ਸੰਸਾਰ ਮਾਨੋ ਸਮਾਜ ਇੱਕ ਸਮੁੰਦਰ ਹੈ ਜਾਂ ਸਰੋਵਰ ਹੈ ਤੇ ਇਹਦੇ ਅੰਦਰ ਸਾਡੇ ਜੋ ਕਰਮ ਨੇ ਉਹ ਇੱਕ ਰੋੜੇ ਦੀ ਤਰ੍ਹਾਂ ਨੇ। ਉਹ ਸਾਡੇ ਕਰਮ, ਸਾਡੇ ਬੋਲ ਪੂਰੇ ਸਮਾਜ ਨੂੰ ਪ੍ਰਭਾਵਿਤ ਕਰਦੇ ਨੇ। ਚਾਹੇ ਉਹ ਚੰਗੇ ਬੋਲ ਨੇ, ਚੰਗਾ ਪ੍ਰਭਾਵ ਛੱਡਣਗੇ, ਜੇ ਮਾੜੇ ਬੋਲ ਨੇ ਤੇ ਮਾੜਾ ਪ੍ਰਭਾਵ ਛੱਡਣਗੇ ਔਰ ਇਹ ਪ੍ਰਭਾਵ ਆਉਣ ਵਾਲੀਆਂ ਪੀੜ੍ਹੀਆਂ ਤੱਕ ਰਹਿੰਦਾ ਹੈ। ਮਿਸਾਲ ਵਜੋਂ ਗੰਗੂ ਹੈ ਤਾਂ ਉਸਨੇ ਇੱਕ ਬੋਲ ਬੋਲਿਆ ਹੈ ਕਿ ਛੋਟੇ ਸਾਹਿਬਜ਼ਾਦੇ ਔਰ ਮਾਤਾ ਜੀ ਮੇਰੇ ਘਰ ਵਿੱਚ ਨੇ। ਤੇ ਇਸ ਬੋਲ ਦੇ ਪਿੱਛੇ ਉਸ ਦੀ ਮਾਨਸਿਕਤਾ ਬਹੁਤ ਭੈੜੀ ਹੈ ਕਿ ਇਹਨਾਂ ਤਿੰਨਾਂ ਨੂੰ ਮੌਤ ਦੇ ਮੂੰਹ ਵਿੱਚ ਪਹੁੰਚਾ ਕੇ ਤੇ ਮੈਂ ਆਪਣੇ ਪਰਿਵਾਰ ਵਾਸਤੇ ਇਨਾਮ ਲਵਾਂ, ਆਪਣੇ ਪਰਿਵਾਰ ਨੂੰ ਬਚਾਵਾਂ। ਹੁਣ ਉਸ ਗੰਗੂ ਦੇ ਬੋਲੇ ਹੋਏ ਬੋਲ ਗੰਗੂ ਦਾ ਬੇੜਾ ਵੀ ਗਰਕ ਕਰ ਗਏ ਔਰ ਗੰਗੂ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਮਸਤਕ ਤੇ ਵੀ ਕਲੰਕ ਲਗਾ ਗਏ। ਅੱਜ ਜੇ ਕੋਈ ਕਹੇ ਕਿ ਮੈਂ ਗੰਗੂ ਦੀ ਕੁੱਲ ਵਿੱਚੋਂ ਹਾਂ ਤਾਂ ਉਹਨੂੰ ਕਿੰਨਾ ਕੁ ਤੁਸੀਂ ਮਾਣ ਆਦਰ ਦਿਓਗੇ। ਦੂਜੇ ਪਾਸੇ ਇਸੇ ਕੇਸ ਵਿੱਚ ਮਲੇਰਕੋਟਲੇ ਦਾ ਨਵਾਬ, ਉਹਨੇ ਵੀ ਇੱਕ ਬੋਲ ਬੋਲਿਆ ਕਿ ਇਹਨਾਂ ਮਾਸੂਮ ਬੱਚਿਆਂ ਤੇ ਅਤਿਆਚਾਰ ਕਰਨਾ ਪਾਪ ਹੈ, ਇਸਲਾਮ ਦੇ ਵਿਰੁੱਧ ਹੈ। ਜੇ ਤੁਸੀਂ ਇਹਨਾਂ ਮਾਸੂਮਾਂ ਤੇ ਅਤਿਆਚਾਰ ਕਰਦੇ ਹੋ ਤਾਂ ਮੈਂ ਤੁਹਾਡੀ ਸਭਾ ਦਾ ਬਾਈਕਾਟ ਕਰਦਾ, ਯਾਨੀ ਹਾਂ ਦਾ ਨਾਰਾ ਮਾਰਿਆ। ਤੇ ਉਹਦੇ ਐਸੇ ਸੱਚੇ ਬੋਲੇ ਹੋਏ ਬੋਲ, ਹਮਦਰਦੀ ਵਾਲੇ ਬੋਲ, ਉਹਦਾ ਵੀ ਬੇੜਾ ਪਾਰ ਕਰ ਗਏ
ਔਰ ਉਹਦੇ ਕਰਕੇ ਉਹਦੀਆਂ ਕੁੱਲਾਂ ਨੂੰ ਵੀ ਮਾਣ ਆਦਰ ਮਿਲਦਾ ਹੈ। ਅੱਜ ਕੋਈ ਆ ਕੇ ਕਹੇ ਕਿ ਮੈਂ ਮਲੇਰ ਕੋਟਲਾ ਨਵਾਬ ਦੀ ਕੁੱਲ ਵਿੱਚੋਂ ਹਾਂ, ਤਾਂ ਕੀ ਤੁਸੀਂ ਉਹਨੂੰ ਆਪਣੀਆਂ ਅੱਖਾਂ ਦੀਆਂ ਪਲਕਾਂ ਤੇ ਨਹੀਂ ਚੁੱਕ ਲੋਗੇ? ਤਾਂ ਆਉਣ ਵਾਲੀਆਂ ਪੀੜ੍ਹੀਆਂ ਤੱਕ ਪ੍ਰਭਾਵ ਛੱਡ ਜਾਂਦੇ ਨੇ ਸਾਡੇ ਬੋਲ, ਚਾਹੇ ਉਹ ਚੰਗੇ ਨੇ ਚਾਹੇ ਉਹ ਮਾੜੇ ਨੇ। ਚੰਗੇ ਬੋਲ ਚੰਗਾ ਪ੍ਰਭਾਵ ਛੱਡਣਗੇ, ਮਾੜੇ ਬੋਲ ਮਾੜਾ ਪ੍ਰਭਾਵ ਛੱਡਣਗੇ। ਇਸ ਲਈ ਕੁਝ ਵੀ ਬੋਲਣ ਤੋਂ ਪਹਿਲਾਂ 1000 ਵਾਰ ਸੋਚੋ, ਕਿਉਂਕਿ ਜ਼ਬਾਨ ਚੋਂ ਨਿਕਲਿਆ ਬੋਲ ਔਰ ਕਮਾਨ ਚੋਂ ਨਿਕਲਿਆ ਤੀਰ ਕਦੇ ਵਾਪਸ ਨਹੀਂ ਹੁੰਦਾ। ਤੇ ਕਿਸੇ ਨੇ ਕਿਹਾ ਹੈ, ਕੁਹਾੜਿਆਂ ਦੇ ਫੱਟ ਮਿਟ ਜਾਂਦੇ ਨੇ ਪਰ ਬੋਲਾਂ ਦੇ ਫੱਟ ਕਦੇ ਮਿਟਦੇ ਨਹੀਂ। ਤਾਂ ਗੁਰੂ ਸਾਹਿਬ ਜੀ ਇੱਥੇ ਸਾਨੂੰ ਸਮਝਾ ਰਹੇ ਨੇ, ਨਾਨਕ ਫਿੱਕੇ ਬੋਲਿਆ ਤਨ ਮਨ ਫਿੱਕਾ ਹੋਏ। ਬੋਲਿਆ ਦਾ ਮਤਲਬ ਬੋਲਣ ਨਾਲ ਜੇ ਫਿੱਕੇ ਬੋਲ ਬੋਲੇ ਜਾਣ ਤਾਂ ਬੋਲੇ ਹੋਏ ਫਿੱਕੇ ਬੋਲਾਂ ਦੇ ਨਾਲ ਮਨ ਵੀ ਫਿੱਕਾ ਹੋ ਜਾਂਦਾ ਹੈ ਔਰ ਤਨ ਵੀ ਫਿੱਕਾ ਹੋ ਜਾਂਦਾ ਹੈ। ਮਨ ਵਿੱਚ ਵੀ ਕੋਈ ਖੁਸ਼ੀ ਨਹੀਂ ਰਹਿੰਦੀ ਔਰ ਤਨ ਦੇ ਅੰਦਰ ਵੀ ਨਿਰਾਸ਼ਾ ਆਉਂਦੀ ਹੈ। ਇਹਨਾਂ ਚੀਜ਼ਾਂ ਨੂੰ ਅਸਾਂ ਥੋੜਾ ਜਿਹਾ ਵਿਸਥਾਰ ਦੇ ਨਾਲ ਸਮਝਣ ਦਾ ਯਤਨ ਕਰਨਾ ਹੈ, ਜਿਸ ਕਰਕੇ ਸਾਨੂੰ ਸਾਡੇ ਬੋਲੇ ਹੋਏ ਬੋਲਾਂ ਦੀ ਵੈਲਿਊ ਦਾ ਪਤਾ ਲੱਗ ਜਾਏ। ਅਸੀਂ ਕਿਤਨੇ ਲੋਕਾਂ ਦੀ ਜ਼ਿੰਦਗੀ ਬਰਬਾਦ ਕੀਤੀ ਹੈ ਨੈਗੇਟਿਵ ਬੋਲ ਬੋਲ ਕੇ, ਜਿਸ ਦਾ ਸਾਨੂੰ ਪਤਾ ਵੀ ਨਹੀਂ, ਜਿਸ ਦਾ ਸੁਣਨ ਵਾਲੇ ਨੂੰ ਪਤਾ ਵੀ ਨਹੀਂ, ਲੇਕਿਨ ਉਹਨਾਂ ਬੋਲਾਂ ਨੇ ਐਸਾ ਪ੍ਰਭਾਵ ਪਾਇਆ ਕਿ ਕਿਸੇ ਬੱਚੇ ਦੀ ਜਾਂ ਵੱਡੇ ਦੀ ਜ਼ਿੰਦਗੀ ਹੀ ਖਰਾਬ ਹੋ ਗਈ। ਮਿਸਾਲ ਵਜੋਂ ਅਸੀਂ ਆਪਣੇ ਬੱਚੇ ਨੂੰ ਕਹਿੰਦੇ ਆ, ਇਧਰ ਨਾ ਜਾਈ, ਉਹ ਨਾ ਕਰੀ, ਇਹ ਨਾ ਕਰੀ, ਤੈਨੂੰ ਪੜ੍ਹਾਈ ਨਹੀਂ ਚੰਗੀ ਆਉਂਦੀ, ਗੁਆਂਢੀਆਂ ਦਾ ਬੱਚਾ ਤੇਰੇ ਨਾਲੋਂ ਕਿੰਨਾ ਚੰਗਾ ਹੈ, ਵੱਡੀ ਭੈਣ ਤੇਰੇ ਨਾਲੋਂ ਕਿੰਨੇ ਜ਼ਿਆਦਾ ਨੰਬਰ ਲਿਆਉਂਦੀ ਹੈ, ਤੂੰ ਕਮਲਾ ਹੀ ਰਹਿਣਾ ਹੈ, ਤੂੰ ਉੱਲੂ ਹੀ ਰਹਿਣਾ ਹੈ, ਤੇਰੇ ਵੱਸ ਦੀ ਪੜ੍ਹਾਈ ਨਹੀਂ, ਤੂੰ ਨਾ ਕਾਮਯਾਬ ਹੋ ਗਿਆ, ਤੂੰ ਨਾ ਡੀਸੀ ਲੱਗ ਗਿਆ। ਇੰਨੇ ਨੈਗੇਟਿਵ ਬੋਲ। ਤੇ ਜੇ ਉਹ ਬੱਚਾ ਸਾਡੇ ਬੋਲਾਂ ਤੇ ਵਿਸ਼ਵਾਸ ਕਰ ਲਵੇ, ਉਹਦੇ ਸਬਕੌਂਸ਼ੀਅਸ ਮਾਈਂਡ ਅੰਦਰ ਇਹ ਬੋਲ ਜਾਣਗੇ, ਤੇ ਕੱਲ ਨੂੰ ਉਹ ਬੱਚਾ ਕੁਝ ਨਾ ਕਰ ਪਾਏ, ਜ਼ਿੰਦਗੀ ਵਿੱਚ ਫੇਲ ਹੋ ਜਾਏ, ਤਾਂ ਉਹਦੇ ਵਿੱਚ ਕਸੂਰ ਕਿਸ ਦਾ ਹੈ? ਉਹਦੇ ਵਿੱਚ ਕਸੂਰ ਨੈਗੇਟਿਵ ਬੋਲ ਬੋਲਣ ਵਾਲੇ ਦਾ ਹੈ, ਚਾਹੇ ਉਹ ਮਾਂ ਹੈ, ਪਿਓ ਹੈ, ਚਾਚਾ ਤਾਇਆ ਹੈ, ਅੜੋਸੀ ਪੜੋਸੀ ਨੇ, ਕੋਈ ਵੀ ਹੈ। ਕਿਉਂਕਿ ਉਹਦੇ ਅੰਦਰ ਇਹ ਭਾਵਨਾਵਾਂ ਪੈਦਾ ਕਰ ਦਿੱਤੀਆਂ ਕਿ ਤੂੰ ਕੱਖ ਨਹੀਂ ਕਰ ਸਕਦਾ। ਉਹਦਾ ਮਨ ਵੀ ਫਿੱਕਾ ਪੈ ਗਿਆ ਔਰ ਉਹਦੇ ਤਨ ਦੇ ਅੰਦਰੋਂ ਵੀ ਉਤਸ਼ਾਹ ਜਾਂਦਾ ਰਿਹਾ। ਇਸ ਤੋਂ ਇਲਾਵਾ ਜੋ ਪੋਜ਼ਿਟਿਵ ਬੋਲ ਨੇ, ਜਿਹੜੇ ਸਕਾਰਾਤਮਕ ਬੋਲ ਨੇ, ਉਹ ਕਿਸੇ ਦੇ ਅੰਦਰ ਹੌਸਲਾ ਪੈਦਾ ਕਰਦੇ ਨੇ, ਕਿਸੇ ਦੇ ਅੰਦਰ ਕੁਝ ਕਰ ਗੁਜ਼ਰਨ ਦੀ ਚਾਹਤ ਪੈਦਾ ਕਰਦੇ ਨੇ। ਜਿਵੇਂ ਆਇਨਸਟਾਈਨ ਵਾਸਤੇ ਉਸਦੇ ਇੱਕ ਅਧਿਆਪਕ ਨੇ ਬੋਲ ਬੋਲੇ ਕਿ ਆਇਨਸਟਾਈਨ ਤੂੰ ਬਹੁਤ ਕੁਝ ਕਰ ਸਕਦਾ ਹੈ, ਕਿਉਂਕਿ ਇਹ ਕਮਜ਼ੋਰ ਬੱਚਾ ਸੀ, ਇਹ ਹਾਸੇ ਦਾ ਪਾਤਰ ਬਣਦਾ ਸੀ। ਤੇ ਇੱਕ ਦਿਨ ਆਪਣੀ ਕਲਾਸ ਵਿੱਚ ਇਸਨੇ ਪੁੱਛਿਆ ਕਿ ਮਾਸਟਰ ਜੀ, ਕਿ ਮੈਂ ਵੀ ਇਹਨਾਂ ਸਾਹਮਣੇ ਬੈਠੇ ਬੱਚਿਆਂ ਦੀ ਤਰ੍ਹਾਂ ਪੜ੍ਹ ਸਕਣਾ, ਹੁਸ਼ਿਆਰ ਹੋ ਸਕਣਾ? ਮਾਸਟਰ ਨੇ ਗਲੇ ਨਾਲ ਲਗਾਇਆ, ਪਿਆਰ ਕੀਤਾ ਤੇ ਕਿਹਾ, ਆਇਨਸਟਾਈਨ ਹਾਂ, ਤੂੰ ਵੀ ਇਹਨਾਂ ਵਰਗਾ ਹੋ ਸਕਣਾ, ਇਹਨਾਂ ਤੋਂ ਮਹਾਨ ਹੋ ਸਕਦਾ ਹੈ। ਪੁੱਛਿਆ ਕਿਵੇਂ? ਕਹਿਣ ਲੱਗਾ, ਅਭਿਆਸ ਕਰਕੇ। ਉਹਦੇ ਅੰਦਰ ਪੋਜ਼ਿਟਿਵਿਟੀ ਪੈਦਾ ਹੋਈ, ਉਹਦੇ ਅੰਦਰ ਵਿਲ ਪਾਵਰ ਪੈਦਾ ਹੋਈ। ਆਇਨਸਟਾਈਨ ਨੇ ਅਭਿਆਸ ਕਰਨਾ ਸ਼ੁਰੂ ਕੀਤਾ ਤੇ ਜਿਹੜਾ ਕਿੱਡਾ ਵੱਡਾ ਉਹ ਵਿਗਿਆਨਿਕ ਹੋਇਆ ਹੈ, ਅੱਜ ਵੀ ਉਹਦੇ ਵਰਗਾ ਵਿਗਿਆਨਿਕ ਦੁਨੀਆ 'ਚ ਲੱਭਣਾ ਨਾਮੁਮਕਿਨ ਜਿਹਾ ਲੱਗ ਰਿਹਾ ਨਾ। ਤਾਂ ਪੋਜ਼ਿਟਿਵ ਬੋਲਾਂ ਦਾ ਇਹ ਅਸਰ ਹੈ। ਨਕਾਰਾਤਮਕ ਬੋਲਾਂ ਦੇ ਨਾਲ ਜੋ ਫਿੱਕੇ ਬੋਲ ਨੇ, ਉਹਨਾਂ ਦੇ ਨਾਲ ਆਪਣਾ ਵੀ ਮਨ ਫਿੱਕਾ ਹੁੰਦਾ ਹੈ ਤੇ ਤਨ ਦੇ ਕਰਮ ਵੀ ਫਿੱਕੇ ਹੋ ਜਾਂਦੇ ਨੇ। ਜੋ ਲੋਕ ਸਾਡੇ ਫਿੱਕੇ ਬੋਲ ਸੁਣਦੇ ਨੇ, ਉਹਨਾਂ ਦੇ ਨਾਲੋਂ ਸਾਡੇ ਸੰਬੰਧ ਟੁੱਟ ਜਾਂਦੇ ਨੇ। ਸਾਡੇ ਕਿੰਨੇ ਪਿਆਰੇ ਪਿਆਰੇ ਯਾਰ ਦੋਸਤ, ਸਾਡੇ ਰਿਸ਼ਤੇਦਾਰ, ਨਾਨਕੇ ਦਾਦਕੇ ਜਾਂ ਹੋਰ ਸੱਜਣ ਮਿੱਤਰ ਸਾਡੇ ਮਾੜੇ ਬੋਲਾਂ ਕਰਕੇ ਸਾਡੇ ਤੋਂ ਦੂਰ ਚਲੇ ਗਏ। ਜਿੰਨੇ ਵੀ ਸਾਡੇ ਸੰਬੰਧ ਟੁੱਟਦੇ ਨੇ, ਬਹੁਤੇ ਸਾਡੇ ਬੋਲਾਂ ਕਰਕੇ ਟੁੱਟਦੇ ਨੇ। ਘਰ ਦੇ ਵਿੱਚ ਚਾਹੇ ਨੂੰਹ ਸੱਸ ਹੈ, ਮਾਂ ਪੁੱਤਰ ਨੇ, ਪਿਓ ਧੀ ਨੇ, ਭੈਣ ਭਰਾ ਨੇ, ਉਹਨਾਂ ਦੇ ਅੰਦਰ ਫਿੱਕੇ ਬੋਲਾਂ ਕਰਕੇ ਪੈਂਦਾ ਹੈ।
समाज दे अंदर एक दूजे तो दूरियां फिक्के बोलना करके पैंदियां ने। बड़े प्यारे प्यारे रिश्ते निक्की जी बंदा जबान करके तोड़ पैंदा है। इसलिए गुरु जी सानू वर्ज रहे ने कि फिक्के बोल ना बोलो। गुरु जी ने पावन बाणी विच होर थां भी बचन कीता है। बाबा फरीद जी कहते ने एक फिक्का ना गा लाए, सबना मैं सच्चा धनी। किसे दे नाल फिक्के बोल ना बोल, दिल तोड़न वाले बोल ना बोल, क्योंकि सारियां दे अंदर सच्चा धनी सच्चा रब बैठा है, हर हिरदे अंदर बैठा है। जदों किसी दे दिल नूं वलुंदरदा है उदों रब दीआं आंदरां नूं ही हथ पा रिहा हुंदा है। ते नाल बचन कीता है, जे तो पिरिया दी सिख हियाओ न ठाहे कहीदा। जे तैनूं रब दे नाल मिलन दी चाहत है तां फिर किसी दा दिल ना तोड़। ਤਾਂ ਗੁਰੂ ਜੀ ਸਾਨੂੰ ਸਮਝਾ ਰਹੇ ਨੇ, ਨਾਨਕ ਫਿੱਕੇ ਬੋਲਿਆ ਤਨ ਮਨ ਫਿੱਕਾ ਹੋਏ। ਫਿੱਕੇ ਨੈਗੇਟਿਵ ਕੌੜੇ ਰਸਹੀਣ ਬੋਲ ਬੋਲਣ ਦੇ ਨਾਲ ਮਨ ਵੀ ਫਿੱਕਾ ਪੈਂਦਾ ਹੈ, ਤਨ ਦਾ ਵੀ ਉਤਸ਼ਾਹ ਖਤਮ ਹੁੰਦਾ ਹੈ। ਤੇ ਫਿਰ ਇੱਥੇ ਹੀ ਨਹੀਂ, ਫਿੱਕੋ ਫਿੱਕਾ ਸਦੀਏ ਫਿੱਕੇ ਫਿੱਕੀ ਸੋਏ। ਫਿੱਕੋ ਫਿੱਕਾ ਸਦੀਏ ਜਾਨੀ ਜਿਹੜੇ ਫਿੱਕੇ ਬੋਲ ਬੋਲਣ ਵਾਲਾ ਜਿਹੜਾ ਬੰਦਾ ਹੈ ਨਾ, ਉਹਦਾ ਨਾਮ ਹੀ ਫਿੱਕਾ ਹੀ ਪੈ ਜਾਂਦਾ ਹੈ। ਲੋਕ ਉਹਨੂੰ ਬੜਬੋਲਾ ਕਹਿਣ ਲੱਗ ਜਾਂਦੇ ਨੇ ਕਿ ਬੜਬੋਲਾ ਹੈ, ਵਿਅਰਥ ਦੇ ਬੋਲ ਬੋਲਣ ਵਾਲਾ ਹੈ, ਬਕਵਾਸੀ ਹੈ, ਬਕਵਾਸ ਕਰਨ ਵਾਲਾ ਹੈ। ਐਸੇ ਨਾਮ ਉਹਦਾ ਮਸ਼ਹੂਰ ਹੋ ਜਾਂਦਾ ਹੈ। ਜਿਹੜੇ ਮਿੱਠੇ ਬੋਲ ਬੋਲਦੇ ਨੇ ਲੋਕ ਉਹਨਾਂ ਨੂੰ ਕਹਿੰਦੇ ਨੇ ਬੜੀ ਪਿਆਰੀ ਜ਼ਬਾਨ ਹੈ ਵੀ ਮਿੱਠ ਬੋਲੜਾ ਹੈ, ਮਿੱਠੇ ਬੋਲ ਬੋਲਦਾ ਹੈ, ਪਿਆਰੇ ਬੋਲ ਬੋਲਦਾ ਹੈ। ਤੇ ਫਿੱਕੇ ਬੋਲ ਬੋਲਣ ਵਾਲਿਆਂ ਦਾ ਨਾਮ ਵੀ ਫਿੱਕਾ ਹੀ ਮਸ਼ਹੂਰ ਹੋ ਜਾਂਦਾ ਹੈ। ਲੋਕ ਉਹਨੂੰ ਬੜਬੋਲਾ ਕਹਿੰਦੇ ਨੇ। ਫਿੱਕੇ ਫਿੱਕੀ ਸੋਏ, ਫਿੱਕੇ ਦਾ ਮਤਲਬ ਫਿੱਕੇ ਬੋਲਣ ਵਾਲੇ ਬੰਦੇ ਦੀ। ਫਿੱਕੀ ਸੋਏ ਦਾ ਮਤਲਬ ਸ਼ੋਭਾ ਵੀ ਫਿੱਕੀ ਹੁੰਦੀ ਹੈ, ਬਦਨਾਮੀ ਹੁੰਦੀ ਉਹਦੀ, ਉਹਨੂੰ ਕੋਈ ਚੰਗਾ ਨਹੀਂ ਕਹਿੰਦਾ, ਉਹਦੀ ਨਿੰਦਿਆ ਹੁੰਦੀ ਹੈ, ਉਹਦੀ ਲੋਕ ਬਦਖੋਈ ਕਰਦੇ ਨੇ, ਉਹਦੇ ਖਿਲਾਫ ਬੋਲਦੇ ਨੇ, ਉਹਦੀ ਕੋਈ ਚੰਗੀ ਸ਼ੋਭਾ ਨਹੀਂ ਹੁੰਦੀ, ਉਹਦੇ ਖਿਲਾਫ ਹੀ ਲੋਕ ਬੋਲਦੇ ਨੇ, ਉਹਦੀ ਸ਼ੋਭਾ ਵੀ ਫਿੱਕੀ ਹੈ। ਫਿੱਕਾ ਦਰਗਾਹ ਸੱਟੀਐ, ਫਿੱਕਾ ਦਰਗਾਹ ਸੱਟੀਐ, ਮੂੰਹ ਫਿੱਕਾ ਮੂੰਹ ਥੁੱਕਾਂ ਫਿੱਕੇ ਪਾਏ। ਰੱਬੀ ਦਰਗਾਹ ਦੇ ਅੰਦਰ ਫਿੱਕੇ ਨੂੰ ਬਾਹਰ ਸੁੱਟ ਦਿੱਤਾ ਜਾਂਦਾ ਹੈ, ਉਹਦੇ ਮੂੰਹ ਤੇ ਥੁੱਕਾਂ ਪੈਂਦੀਆਂ ਨੇ। ਇਹਦਾ ਮਤਲਬ ਇਹ ਨਹੀਂ ਕਿ ਮਰਨ ਤੋਂ ਬਾਅਦ ਕਿਤੇ ਅੱਗੇ ਨਰਕਾਂ ਦੇ ਵਿੱਚ ਜਾ ਕੇ ਮੂੰਹ ਤੇ ਥੁੱਕਦੇ ਨੇ। ਮੂੰਹ ਤੇ ਥੁੱਕਾਂ ਪੈਣ ਦਾ ਮਤਲਬ ਨਮੋਸ਼ੀ ਹੋਣੀ, ਉਹਦੇ ਮੂੰਹ ਤੇ ਹੀ ਲੋਕ ਉਹਦੇ ਖਿਲਾਫ ਬੋਲਦੇ ਨੇ। ਤੇ ਰੱਬ ਦੀ ਦਰਗਾਹ ਕਿਹੜੀ ਹੈ? ਜਿੱਥੇ ਸੱਚ ਦੇ ਆਧਾਰ ਤੇ ਫੈਸਲੇ ਹੁੰਦੇ ਨੇ, ਜਿੱਥੇ ਇਨਸਾਨੀਅਤ ਦੀ ਗੱਲ ਕੀਤੀ ਜਾਂਦੀ ਹੈ। ਤੇ ਆ ਸਾਰਾ ਸੰਸਾਰ ਰੱਬ ਦੀ ਦਰਗਾਹ ਹੀ ਹੈ, ਕਿਉਂਕਿ ਰੱਬ ਸੰਸਾਰ ਵਿੱਚ ਹੀ ਵਸ ਰਿਹਾ ਹੈ। ਇਹ ਜਗ ਸੱਚੀ ਕੀ ਹੈ ਕੋਠੜੀ। ਇਸ ਜਗਤ ਦੇ ਅੰਦਰ ਜੋ ਫਿੱਕੇ ਬੋਲ ਬੋਲਣ ਵਾਲਾ ਬੰਦਾ ਹੈ, ਕੌੜੇ ਬੋਲ ਬੋਲਣ ਵਾਲਾ, ਉਹਦੇ ਮੂੰਹ ਤੇ ਥੁੱਕਾਂ ਪੈਂਦੀਆਂ ਨੇ। ਭਾਵ ਉਹਨੂੰ ਨਮੋਸ਼ੀ ਦਾ ਮੂੰਹ ਵੇਖਣਾ ਪੈਂਦਾ ਹੈ, ਹਰ ਥਾਂ ਤੇ ਉਹਨੂੰ ਨਮੋਸ਼ੀ ਦਾ ਮੂੰਹ ਵੇਖਣਾ ਪੈਂਦਾ ਹੈ। ਫਿੱਕਾ ਮੂਰਖ ਆਖੀਏ। ਫਿੱਕੇ ਬੋਲ ਬੋਲਣ ਵਾਲੇ ਬੰਦੇ ਨੂੰ ਲੋਕ ਮੂਰਖ ਕਹਿੰਦੇ ਨੇ ਕਿ ਕਮਲਾ ਹੈ, ਝੱਲਾ ਹੈ, ਮੂਰਖ ਹੈ। ਹੁਣ ਦੇਖੋ, ਪਿੱਛੇ ਵੀ ਇੱਕ ਦਿਨ ਬੇਨਤੀ ਕੀਤੀ ਸੀ ਕਿ ਸਿਆਣੇ ਬੰਦੇ ਵਿੱਚ ਔਰ ਮੂਰਖ ਬੰਦੇ ਪਾਗਲ ਵਿੱਚ ਫਰਕ ਕੀ ਹੈ। ਜੇ ਬਾਹਰੀ ਤੌਰ ਤੇ ਵੇਖੀਏ ਕੋਈ ਫਰਕ ਨਹੀਂ। ਸਿਆਣੇ ਬੰਦੇ ਨੇ ਵੀ ਕੱਪੜੇ ਪਾਏ ਨੇ, ਕਮਲੇ ਬੰਦੇ ਨੇ ਵੀ ਪਾਏ ਨੇ। ਸਿਆਣਾ ਬੰਦਾ ਵੀ ਕੁਝ ਖਾ ਰਿਹਾ ਹੈ, ਕਮਲਾ ਵੀ ਖਾ ਰਿਹਾ ਹੈ। ਸਿਆਣਾ ਵੀ ਤੁਰਿਆ ਜਾਂਦਾ ਹੈ, ਕਮਲਾ ਵੀ ਤੁਰਿਆ ਜਾਂਦਾ ਹੈ। ਸਿਆਣਾ ਵੀ ਬੋਲ ਰਿਹਾ ਹੈ, ਮੂਰਖ ਵੀ ਬੋਲ ਰਿਹਾ ਹੈ। ਫਰਕ ਕੀ ਹੈ? ਫਰਕ ਇੰਨਾ ਹੈ ਕਿ ਸਿਆਣੇ ਨੂੰ ਪਤਾ ਹੈ ਮੈਂ ਕੀ ਖਾ ਰਿਹਾ। ਪਾਗਲ ਬੰਦਾ ਵਿਚਾਰਾ ਖਾਂਦਾ ਤੇ ਹੈ, ਪਰ ਉਹਨੂੰ ਪਤਾ ਨਹੀਂ ਕੀ ਖਾ ਰਿਹਾ, ਇਹਦਾ ਅਸਰ ਕੀ ਹੋਏਗਾ ਪਤਾ ਨਹੀਂ। ਸਿਆਣੇ ਬੰਦੇ ਨੇ ਕੱਪੜੇ ਪਾਏ ਨੇ, ਉਹਨੂੰ ਪਤਾ ਹੈ ਮੈਂ ਕਿਹੜੇ ਪਾਏ ਨੇ, ਪਰ ਕਮਲੇ ਬੰਦੇ ਨੇ ਕੱਪੜੇ ਪਾਏ ਨੇ, ਉਹਨੂੰ ਇਹ ਨਹੀਂ ਪਤਾ ਮੈਂ ਕੀ ਪਾਇਆ। ਕਈ ਵਾਰੀ ਬੋਰੀਆਂ ਲੈ ਕੇ ਤੁਰੇ ਫਿਰਦੇ ਨੇ। ਸਿਆਣਾ ਬੰਦਾ ਚੱਲ ਰਿਹਾ ਹੈ, ਉਹਨੂੰ ਪਤਾ ਹੈ ਮੈਂ ਕਿੱਧਰੋਂ ਆਇਆ, ਕਿੱਧਰ ਜਾਣਾ ਹੈ। ਪਰ ਕਮਲੇ ਬੰਦੇ ਸੜਕਾਂ ਤੇ ਤੁਰੇ ਫਿਰਦੇ ਨੇ, ਪਤਾ ਨਹੀਂ ਕਿੱਧਰੋਂ ਆਏ ਆ।
ਸਿਆਣੇ ਨੂੰ ਪਤਾ ਹੈ ਮੈਂ ਕੀ ਬੋਲ ਰਿਹਾ, ਮੇਰੇ ਬੋਲਾਂ ਦਾ ਅਸਰ ਕੀ ਹੋਏਗਾ। ਪਾਗਲ ਬੰਦਾ ਬੋਲੀ ਜਾਂਦਾ ਹੈ, ਪਰ ਉਹਨੂੰ ਇਹ ਨਹੀਂ ਪਤਾ ਇਹਨਾਂ ਬੋਲਾਂ ਦਾ ਮੇਰੇ ਤੇ, ਮੇਰੇ ਬੱਚਿਆਂ ਤੇ, ਸਮਾਜ ਤੇ ਕੀ ਅਸਰ ਹੋਏਗਾ। ਉਹਨੂੰ ਕਹਿੰਦੇ ਨੇ ਮੂਰਖ, ਜਿਸ ਤੇ ਬੋਲਣ ਦਾ ਕੋਈ ਗੋਲ ਹੀ ਨਹੀਂ, ਜਿਹਨੂੰ ਇਹ ਹੀ ਨਹੀਂ ਪਤਾ ਕਿ ਮਨੋਵਿਗਿਆਨਿਕ ਤੌਰ ਤੇ ਇਹਨਾਂ ਬੋਲਾਂ ਦਾ ਮੇਰੇ ਤੇ, ਸਮਾਜ ਤੇ ਔਰ ਬੱਚਿਆਂ ਤੇ ਕੀ ਅਸਰ ਪਵੇਗਾ। ਇਸ ਲਈ ਉਹਨੂੰ ਮੂਰਖ ਕਿਹਾ ਜਾਂਦਾ ਹੈ, ਕਿਉਂਕਿ ਉਹ ਕੋਈ ਸਿਆਣੀ ਗੱਲ ਨਹੀਂ ਕਰਦਾ। ਫਿੱਕਾ ਮੂਰਖ ਆਖੀਐ ਪਾਣਾ ਲਹਿ ਸਜਾਏ। ਇੱਥੇ ਪਾਣਾ ਦਾ ਮਤਲਬ ਹੈ ਜੁੱਤੀਆਂ। ਉਹਨੂੰ ਜੁੱਤੀਆਂ ਪੈਂਦੀਆਂ ਨੇ, ਜੁੱਤੀਆਂ ਦੀ ਸਜ਼ਾ ਭੁਗਤਦਾ ਹੈ। ਇੱਥੇ ਜੁੱਤੀਆਂ ਪੈਣ ਦਾ ਮਤਲਬ ਇਹ ਨਹੀਂ ਕਿ ਸਿਰ ਵਿੱਚ ਜੁੱਤੀਆਂ ਪੈਂਦੀਆਂ ਨੇ। ਇੱਥੇ ਜੁੱਤੀਆਂ ਦਾ ਪੈਣ ਦਾ ਮਤਲਬ ਹੈ ਕਿ ਉਹਦਾ ਨਿਰਾਦਰ ਹੁੰਦਾ ਹੈ, ਉਹਨੂੰ ਕਿਤੇ ਆਦਰ ਨਹੀਂ ਮਿਲਦਾ, ਉਹਨੂੰ ਕਿਤੇ ਸਤਿਕਾਰ ਨਹੀਂ ਮਿਲਦਾ। ਤਾਂ ਇੱਥੋਂ ਸਾਨੂੰ ਹੁਣ ਸਿੱਖਿਆ ਕੀ ਮਿਲਦੀ ਹੈ ਕਿ ਜੇ ਕਿਤੇ ਸਾਡੀ ਨਿਰਾਦਰੀ ਹੋਈ ਹੈ ਤਾਂ ਉਹਦੇ ਪਿੱਛੇ ਸਾਨੂੰ ਆਪਣੇ ਬੋਲ ਵੇਖਣੇ ਚਾਹੀਦੇ ਨੇ ਕਿ ਸਾਡੇ ਆਪਣੇ ਬੋਲ ਕੈਸੇ ਸਨ। ਪਹਿਲਾਂ ਸੈਲਫ ਐਨਾਲਿਸਿਸ ਕਰਨਾ ਹੈ, ਮੇਰਾ ਵਿਹਾਰ ਕੈਸਾ ਸੀ, ਮੇਰੇ ਬੋਲ ਕੀ ਸਨ, ਮੇਰੇ ਬੋਲਾਂ ਦੇ ਪਿੱਛੇ ਬੈਕਗਰਾਉਂਡ ਕੀ ਸੀ। ਇਹਨਾਂ ਚੀਜ਼ਾਂ ਨੂੰ ਸੋਚ ਲੈਣਾ ਚਾਹੀਦਾ ਹੈ। ਜੇ ਅਸੀਂ ਆਦਰ ਸਤਿਕਾਰ ਚਾਹੁੰਦੇ ਹਾਂ ਤਾਂ ਸਾਨੂੰ ਮਾੜੇ ਬੋਲ ਨਹੀਂ ਬੋਲਣੇ ਚਾਹੀਦੇ, ਝੂਠ ਫਰੇਬ ਵਾਲੇ ਬੋਲ ਨਹੀਂ ਬੋਲਣੇ ਚਾਹੀਦੇ। ਸਾਨੂੰ ਮਿੱਠੇ ਪਿਆਰੇ ਲੋਕ ਭਲਾਈ ਵਾਲੇ ਸਕਾਰਾਤਮਕ ਬੋਲ ਬੋਲਣੇ ਚਾਹੀਦੇ ਨੇ। ਰਹੀਮ ਜੀ ਦਾ ਇੱਕ ਦੋਹਾ ਹੈ, ਉਹ ਕਹਿੰਦਾ ਐਸੀ ਬਾਣੀ ਬੋਲੀਐ ਮਨ ਕਾ ਆਪਾ ਖੋਏ, ਔਰਨ ਹੂੰ ਸ਼ੀਤਲ ਕਰੇ ਆਪਹੁ ਸ਼ੀਤਲ ਹੋਏ। ਕਿ ਇਹੋ ਜਿਹੇ ਬੋਲ ਬੋਲੋ ਹੰਕਾਰ ਨੂੰ ਗਵਾ ਕੇ, ਜਿਹਦੇ ਨਾਲ ਤੁਹਾਨੂੰ ਵੀ ਸ਼ੀਤਲਤਾ ਮਿਲੇ ਔਰ ਜਿਹੜਾ ਤੁਹਾਡੇ ਬੋਲਾਂ ਨੂੰ ਸੁਣੇ ਉਹਨੂੰ ਵੀ ਠੰਡਕ ਪਵੇ, ਉਹਨੂੰ ਵੀ ਸੁੱਖ ਮਿਲੇ। ਅਗਲਾ ਬਚਨ ਕਰਦੇ ਨੇ ਅਗਲੇ ਸ਼ਲੋਕ ਵਿੱਚ, ਅੰਦਰੋਂ ਝੂਠੇ ਪੈਜ ਬਾਹਰ ਦੁਨੀਆ ਅੰਦਰ ਫੈਲ। ਫੈਲ ਦਾ ਮਤਲਬ ਵਿਖਾਵਾ, ਪੈਜ ਦਾ ਮਤਲਬ ਇੱਜ਼ਤ, ਅੰਦਰੋਂ ਝੂਠੇ। ਹੁਣ ਇਸ ਦੁਨੀਆ ਦੇ ਅੰਦਰ ਕੁਝ ਐਸੇ ਲੋਕ ਨੇ ਜਿਨ੍ਹਾਂ ਦੇ ਅੰਦਰ ਝੂਠ ਭਰਿਆ ਹੋਇਆ ਹੈ। ਉਹਨਾਂ ਦੀ ਮੈਂਟੈਲਿਟੀ, ਮਾਨਸਿਕਤਾ ਬੜੀ ਭੈੜੀ ਹੈ, ਝੂਠੀ ਹੈ ਮਾਨਸਿਕਤਾ। ਅੰਦਰੋਂ ਝੂਠੇ, ਪੈਜ ਬਾਹਰ, ਤੇ ਬਾਹਰੋਂ ਆਪਣੀ ਇੱਜ਼ਤ ਬਣਾ ਰਹੇ ਨੇ। ਦੁਨੀਆ ਅੰਦਰ ਫੈਲ, ਵਿਖਾਵਾ ਕਰ ਰਹੇ ਨੇ ਇੱਜ਼ਤ ਦਾ। ਅੰਦਰ ਝੂਠ ਪਰ ਬਾਹਰ ਦਾ ਵਿਖਾਵਾ। ਬੜਾ ਲੰਮਾ ਚੋਲਾ ਪਾਇਆ ਹੈ, ਬੜੀ ਸੋਹਣੀ ਗੋਲ ਦਸਤਾਰ ਬੰਨੀ ਹੈ, ਪੈਰਾਂ ਵਿੱਚ ਬੜੀਆਂ ਸੋਹਣੀਆਂ ਖੜਾਵਾਂ ਪਾਈਆਂ ਨੇ, ਗਲ ਵਿੱਚ ਇੱਕ ਦੋ ਮਾਲਾ ਪਾਈਆਂ ਨੇ, ਹੱਥਾਂ ਦੇ ਵਿੱਚ ਇੱਕ ਦੋ ਮਾਲਾ ਫੜੀਆਂ ਨੇ, ਲੇਕਿਨ ਅੰਦਰ ਝੂਠ ਹੈ। ਜਿਵੇਂ ਸੱਜਣ ਸੀ, ਇੱਕ ਪਾਸੇ ਮਸਜਿਦ ਬਣਾਈ ਹੈ, ਮੰਦਿਰ ਬਣਾਇਆ ਹੈ, ਧਰਮਸ਼ਾਲਾ ਬਣਾਈ ਹੈ, ਗਲ ਵਿੱਚ ਮਾਲਾ ਵੀ ਪਾਈਆਂ ਨੇ, ਪਰ ਆਏ ਗਏ ਮੁਸਾਫਰਾਂ ਨੂੰ ਲੁੱਟ ਰਿਹਾ ਹੈ, ਮੁਸਾਫਰਾਂ ਨੂੰ ਕਤਲ ਕਰ ਰਿਹਾ ਹੈ, ਉਹਨਾਂ ਦੀਆਂ ਲਾਸ਼ਾਂ ਵੀ ਖੁਰਦ-ਬੁਰਦ ਕਰ ਰਿਹਾ ਹੈ। ਬਾਹਰੋਂ ਧਾਰਮਿਕ ਪਹਿਨਾਵਾ, ਲੇਕਿਨ ਅੰਦਰ ਖੋਟ। ਔਰ ਅੱਜ ਅਸੀਂ ਵੇਖਦੇ ਹਾਂ ਪਹਿਨਾਵੇ ਦੀ ਪੂਜਾ ਹੈ। ਪਹਿਨਾਵਾ ਪਹਿਨ ਕੇ ਲੰਬੇ ਚੋਲਿਆਂ ਦੇ ਅੰਦਰ ਧਾਰਮਿਕ ਬਾਣੇ ਦੇ ਵਿੱਚ ਬੜੇ ਵੱਡੇ ਵੱਡੇ ਗੁਨਾਹ ਲੋਕ ਛੁਪਾਈ ਫਿਰਦੇ ਨੇ, ਬੜੇ ਵੱਡੇ ਵੱਡੇ ਗੁਨਾਹ ਛੁਪਾਈ ਫਿਰਦੇ ਨੇ। ਗੁਰੂ ਜੀ ਕਹਿੰਦੇ ਨੇ ਐਸੀ ਜ਼ਿੰਦਗੀ ਦਾ ਕੋਈ ਲਾਭ ਨਹੀਂ ਹੈ। ਤੁਸੀਂ ਲੋਕਾਂ ਨੂੰ ਇਮੋਸ਼ਨਲ ਬਲੈਕਮੇਲ ਜ਼ਰੂਰ ਕਰ ਲੋਗੇ। ਹੁਣ ਮੇਰੀ ਤਰ੍ਹਾਂ ਕੱਪੜੇ ਪਾ ਕੇ ਧਾਰਮਿਕ ਗੱਲਾਂ ਕਰਕੇ ਮੈਂ ਤੁਹਾਨੂੰ ਇਮੋਸ਼ਨਲ ਬਲੈਕਮੇਲ ਕਰ ਸਕਦਾ ਹਾਂ, ਪਰ ਰੱਬ ਨੂੰ ਕਿਵੇਂ ਇਮੋਸ਼ਨਲ ਬਲੈਕਮੇਲ ਕਰਾਂਗਾ? ਤੁਹਾਨੂੰ ਤੇ ਮੈਂ ਧੋਖਾ ਦੇ ਲਵਾਂਗਾ, ਪਰ ਮੈਂ ਰੱਬ ਨੂੰ ਕਿਵੇਂ ਧੋਖਾ ਦਿਆਂਗਾ? ਆਪਣੇ ਆਪ ਨੂੰ ਧੋਖਾ ਕਿਵੇਂ ਦਿਆਂਗਾ? ਆਪਣੇ ਆਪ ਨੂੰ ਤੇ ਮੈਨੂੰ ਪਤਾ ਹੈ ਨਾ ਕਿ ਮੈਂ ਇਮੋਸ਼ਨਲ ਬਲੈਕਮੇਲ ਕਰ ਰਿਹਾ। ਤਾਂ ਗੁਰੂ ਜੀ ਕਹਿੰਦੇ ਨੇ ਐਸੀ ਜ਼ਿੰਦਗੀ ਦਾ ਕੋਈ ਲਾਭ ਨਹੀਂ ਹੈ। ਅੰਦਰੋਂ ਝੂਠ, ਅੰਦਰ ਫਰੇਬ, ਅੰਦਰ ਠੱਗੀਆਂ, ਅੰਦਰ ਹੰਕਾਰ, ਈਰਖਾ ਦਵੇਸ਼ ਭਰੀ ਹੈ, ਲੱਭ ਲੋਭ ਦਾ ਲਾਲਚ ਦਾ ਭਰਿਆ ਹੈ, ਤੇ ਬਾਹਰੋਂ ਧਾਰਮਿਕ ਪਹਿਨਾਵਾ ਪਾ ਕੇ ਤੇ ਇੱਜ਼ਤ ਬਣਾਉਣ ਦਾ ਯਤਨ ਕਰ ਰਿਹਾ ਹੈ। ਗੁਰੂ ਜੀ ਕਹਿੰਦੇ ਨੇ 68 ਤੀਰਥ ਜੇ ਨਾਵਹਿ ਉਤਰੈ ਨਾਹੀ ਮੈਲ। ਜੇ ਇੱਥੇ ਸ਼ਬਦ ਹੁੰਦਾ ਨਾ ਨਾਵੈ, ਵਵੇ ਤੇ ਦਲਾਵਾਂ ਹੁੰਦੀਆਂ,
ਨੰਨੇ ਨਾਲ ਕੰਨਾ ਹੁੰਦਾ ਤਾਂ ਫਿਰ ਹੋਣਾ ਸੀ ਇੱਕ ਜਣੇ ਦਾ ਨਹਾਣਾ। ਇੱਥੇ ਹਾਹੇ ਨਾਲ ਸਿਹਾਰੀ ਹੈ। ਜਦੋਂ ਵੀ ਕਿਰਿਆਵਾਚੀ ਸ਼ਬਦ ਦੇ ਅਖੀਰਲੇ ਹਾਹੇ ਨਾਲ ਸਿਹਾਰੀ ਹੋਵੇ, ਆਮ ਕਰਕੇ ਉਹ ਬਹੁਵਚਨੀ ਸ਼ਬਦ ਹੁੰਦਾ ਹੈ, ਪਲੂਰਲ ਸ਼ਬਦ ਹੁੰਦਾ ਹੈ, ਤੇ ਉਹਦਾ ਉਚਾਰਨ ਨਾਸਕੀ ਹੋਏਗਾ। 68 ਤੀਰਥ ਜੇ ਨਾਵਹਿ। ਇਹੋ ਜਿਹੇ ਲੋਕ ਬੇਸ਼ੱਕ 68 ਤੀਰਥਾਂ ਤੇ ਵੀ ਨਹਾ ਲੈਣ, ਇੱਕ ਤੀਰਥ ਤੇ ਨਹੀਂ 68 ਤੀਰਥਾਂ ਤੇ ਨਹਾ ਲੈਣ, ਹਜ਼ਾਰਾਂ ਵਾਰ ਨਹਾ ਲੈਣ, ਉਤਰੇ ਨਾ ਹੀ ਮੈਲ, ਅੰਦਰ ਦੀ ਮੈਲ ਨਹੀਂ ਉਤਰਦੀ ਤੀਰਥਾਂ ਤੇ ਨਹਾਤਿਆਂ। ਕਰ ਲਓ ਆਪਣੇ ਆਪ ਨੂੰ ਸੈਨੀਟਾਈਜ਼ ਕਰ ਲਓ, ਹੱਥਾਂ ਤੇ ਸੈਨੀਟਾਈਜ਼ਰ ਮਾਰ ਲਓ, ਘਰ ਸੈਨੀਟਾਈਜ਼ ਕਰ ਲਓ, ਚੰਗੇ ਚੰਗੇ ਪੈਂਟਾਂ ਸ਼ਰਟਾਂ ਕੱਪੜੇ ਪਾ ਲਓ, ਚੋਲੇ ਪਾ ਲਓ, ਨਹਾ ਲਓ, ਪਰਫਿਊਮ ਲਗਾ ਲਓ, ਕਿ ਅੰਦਰ ਦੀ ਮੈਲ ਇਹਨਾਂ ਚੀਜ਼ਾਂ ਨਾਲ ਉਤਰ ਜਾਏਗੀ। ਅੱਜ ਆਮ ਬੰਦਾ ਜਾਂ ਔਰਤ ਬਹੁਤ ਕੀਮਤੀ ਪਰਫਿਊਮ ਲਗਾ ਕੇ ਫਿਰ ਰਿਹਾ ਹੈ। ਕੋਈ ਵੀਰ ਭੈਣ ਕੋਲੋਂ ਲੰਘੇ ਨਾ, ਕੀਮਤੀ ਪਰਫਿਊਮ ਦੀ ਸੁਗੰਧ ਆ ਰਹੀ ਹੈ, ਪਰ ਇਹ ਪਰਫਿਊਮ ਲਗਾਉਣ ਵਾਲੇ ਵੀਰਾ, ਤੇਰੇ ਅੰਦਰੋਂ ਈਰਖਾ ਦੀ ਦੁਰਗੰਧ ਨੂੰ ਇਹ ਪਰਫਿਊਮ ਨਹੀਂ ਰੋਕ ਸਕਦਾ। ਤੇਰੇ ਅੰਦਰੋਂ ਜੋ ਜਾਤੀਵਾਦ ਦੀ ਦੁਰਗੰਧ ਆ ਰਹੀ ਹੈ, ਹੰਕਾਰ ਦੀ ਬਦਬੂ ਆ ਰਹੀ ਹੈ, ਲਾਲਚ ਦੀ ਬਦਬੂ ਆ ਰਹੀ ਹੈ, ਕਿ ਇਹ ਬਾਹਰ ਦਾ ਪਰਫਿਊਮ ਤੇਰੇ ਅੰਦਰ ਦੀ ਦੁਰਗੰਧ ਨੂੰ ਰੋਕ ਲਵੇਗਾ? ਕਿ ਬਾਹਰ ਦੇ ਸ਼ੈਂਪੂ ਸਾਬਣ ਤੇਰੇ ਅੰਦਰ ਦੀ ਮੈਲ ਨੂੰ ਉਤਾਰ ਦੇਣਗੇ? ਕਦੇ ਵੀ ਨਹੀਂ। ਤਾਂ ਗੁਰੂ ਜੀ ਕਹਿੰਦੇ ਨੇ 68 ਤੀਰਥ ਜੇ ਨਾਵੇਂ, ਉਤਰੇ ਨਾ ਹੀ ਮੈਲ। ਤੀਰਥਾਂ ਆਦਿਕ ਤੇ ਇਸ਼ਨਾਨ ਕੀਤਿਆਂ, ਬਾਹਰ ਧਾਰਮਿਕ ਪਹਿਨਾਵੇ ਪਹਿਨਿਆਂ, ਬਾਹਰ ਸਰੀਰ ਦੇ ਉੱਤੇ ਇਤਰ ਫੁਲੈਲ ਲਗਾਇਆ, ਬਾਹਰੋਂ ਸਰੀਰ ਨੂੰ ਲਿਸ਼ਕਾਇਆ ਪੁਸ਼ਕਾਇਆ, ਕਦੇ ਵੀ ਅੰਦਰਲੀ ਮੈਲ ਨਹੀਂ ਉਤਰਦੀ। ਅਗਲਾ ਬਚਨ ਕਰਦੇ ਨੇ, ਜਿਨ ਪਟ ਅੰਦਰ ਬਾਹਰ ਗੁੱਦੜ ਤੇ ਭਲੇ ਸੰਸਾਰ। ਗੁੱਦੜ ਦਾ ਮਤਲਬ ਫਟੇ ਪੁਰਾਣੇ ਕੱਪੜੇ, ਤੇ ਪੱਟ ਦਾ ਮਤਲਬ ਹੁੰਦਾ ਰੇਸ਼ਮੀ। ਜਿਨ ਪਟ ਅੰਦਰ, ਜਿਨ੍ਹਾਂ ਦਾ ਅੰਦਰ ਰੇਸ਼ਮ ਵਰਗਾ ਹੈ, ਕੋਮਲਤਾ ਹੈ, ਸੋਚ ਵਿੱਚ ਕੋਮਲਤਾ, ਸੋਚ ਦੇ ਅੰਦਰ ਸੱਚਾਈ, ਸੋਚ ਦੇ ਅੰਦਰ ਦਇਆ, ਸੋਚ ਦੇ ਅੰਦਰ ਸਹਿਯੋਗ ਦੀ ਭਾਵਨਾ, ਸੋਚ ਦੇ ਅੰਦਰ ਕਿਸੇ ਦੁਖੀ ਨੂੰ ਸੁਖੀ ਕਰਨ ਦੀ ਭਾਵਨਾ, ਕਿਸੇ ਡਿੱਗੇ ਹੋਏ ਨੂੰ ਉਠਾਉਣ ਦੀ ਭਾਵਨਾ, ਕਿਸੇ ਅਧੂਰੇ ਨੂੰ ਪੂਰਨਤਾ ਵੱਲ ਲੈ ਜਾਣ ਦੀ ਭਾਵਨਾ, ਸੋਚ ਦੇ ਅੰਦਰ ਚਿੰਤਾ ਦੇ ਵਿੱਚ ਗ੍ਰਸੇ ਹੋਏ ਨੂੰ ਚਿੰਤਾ ਮੁਕਤ ਕਰਨ ਦੀ ਭਾਵਨਾ ਹੋਵੇ, ਅੰਦਰ ਰੇਸ਼ਮ ਵਰਗਾ ਪਾਵਨ ਪਵਿੱਤਰ ਹੋਵੇ, ਬਾਹਰ ਗੁੱਦੜ ਲੇਕਿਨ ਬਾਹਰ ਫਟੇ ਪੁਰਾਣੇ ਕੱਪੜੇ ਪਾਏ ਹੋਣ, ਤੇ ਭਲੇ ਸੰਸਾਰ। ਗੁਰੂ ਜੀ ਕਹਿੰਦੇ ਨੇ ਇਸ ਸੰਸਾਰ ਵਿੱਚ ਉਹ ਚੰਗੇ ਬੰਦੇ ਨੇ। ਬਾਹਰ ਦੇ ਪਹਿਨਾਵੇ ਦੀ ਕੋਈ ਵੈਲਿਊ ਨਹੀਂ। ਬਾਹਰ ਤਾਂ ਅੱਜ ਕੀਮਤੀ ਤੋਂ ਕੀਮਤੀ ਕੱਪੜੇ ਲੋਕ ਪਾ ਕੇ ਫਿਰ ਰਹੇ ਨੇ, 1.5 ਕਰੋੜ ਦੀ ਵਰਦੀ ਪਾ ਕੇ ਫਿਰ ਰਹੇ ਨੇ, ਪਰ ਉਹਦਾ ਕੋਈ ਲਾਭ ਨਹੀਂ ਹੈ। ਗੁਰੂ ਜੀ ਦਾ ਪਾਵਨ ਬਚਨ ਹੈ ਕਿ ਭਗਤ ਜਨਾ ਕਾ ਲੂਗਰਾ ਓढ़ ਨਗਨ ਨਾ ਹੋਈ, ਸਾਕਤ ਸਿਰ ਪਾਓ ਰੇਸ਼ਮੀ ਪਹਿਰਤ ਪਤ ਖੋਈ। ਜਿਹੜੇ ਰੱਬ ਦੇ ਪਿਆਰੇ ਨੇ, ਦਸਾਂ ਨਵਾਂ ਦੀ ਆਪਣੀ ਧਰਮ ਦੀ ਕਿਰਤ ਕਮਾਈ ਕਰਕੇ ਬੇਸ਼ੱਕ ਉਹ ਸਸਤੇ ਕੱਪੜੇ ਵੀ ਪਾਉਂਦੇ ਨੇ, ਤਾਂ ਉਹਨਾਂ ਨੂੰ ਇੱਜ਼ਤ ਮਾਨ ਮਿਲੇਗਾ। ਪਰ ਜੇ 2 ਨੰਬਰ ਦੇ ਧੰਦੇ ਕਰਨ ਵਾਲਾ, ਸੱਚ ਨਾਲੋਂ ਟੁੱਟਿਆ ਹੋਇਆ ਬੰਦਾ ਰੇਸ਼ਮੀ ਕੱਪੜੇ ਵੀ ਪਾਉਂਦਾ ਹੈ, ਤਾਂ ਉਹਦੀ ਇੱਜ਼ਤ ਖੁਆਰ ਹੋਏਗੀ। ਰੱਬ ਦੇ ਪਿਆਰਿਆਂ ਕੋਲੋਂ ਤੈਨੂੰ ਸਸਤਾ ਜਿਹਾ ਲੂਗੜਾ ਵੀ ਮਿਲ ਜਾਏ, ਤੈਨੂੰ ਇੱਜ਼ਤ ਮਿਲੇਗੀ। ਪਰ ਜੇ ਤੂੰ ਸਾਕਤ ਤੋਂ, ਰੱਬ ਤੋਂ ਟੁੱਟੇ ਹੋਏ ਤੋਂ ਰੇਸ਼ਮੀ ਕੱਪੜੇ ਸਰੋਪਾਓ ਵੀ ਲੈ ਲਵੇਂ, ਤਾਂ ਵੀ ਤੇਰੀ ਇੱਜ਼ਤ ਬਚੇਗੀ ਨਹੀਂ। ਤਾਂ ਬਾਹਰੀ ਪਹਿਨਾਵੇ ਦੀ ਮਹਾਨਤਾ ਨਹੀਂ ਹੈ, ਮਹਾਨਤਾ ਅੰਦਰਲੀ ਸੋਚ ਦੀ ਹੈ ਕਿ ਕਿਸ ਬੰਦੇ ਦੀ ਸੋਚ ਚੰਗੀ ਹੈ। ਜੇ ਅੰਦਰਲੀ ਸੋਚ ਚੰਗੀ ਹੈ ਤਾਂ ਬਾਹਰ ਰੇਸ਼ਮ ਪਾਇਆ ਹੋਇਆ ਵੀ ਭਲਾ ਹੈ, ਬਾਹਰ ਖੱਦਰ ਪਾਇਆ ਹੋਇਆ ਵੀ ਭਲਾ ਹੈ। ਪਰ ਜੇ ਅੰਦਰ ਦੀ ਸੋਚ ਮਾੜੀ ਹੈ ਤਾਂ ਬਾਹਰ ਦਾ ਤੁਹਾਡਾ ਪਹਿਨਾਵਾ, ਚਾਹੇ ਉਹ ਧਾਰਮਿਕ ਹੈ, ਚਾਹੇ ਉਹ ਪੈਂਟ ਸ਼ਰਟ ਹੈ, ਚਾਹੇ ਉਹ ਚੋਲੇ ਨੇ, ਬੇਕਾਰ ਔਰ ਵਿਅਰਥ ਹੈ। ਅਗਲਾ ਬਚਨ ਕਰਦੇ ਨੇ, ਤਿੰਨ ਨਹਿ ਲੱਗਾ ਰੱਬ ਸੇਤੀ ਦੇਖਨੇ ਵਿਚਾਰ।
जिन्हां दा अंदर रेशम वर्गा है और जिन्हां ने बाहर जिन्हां दे सादगी है, उन्हां दा रब दे नाल प्यार लगा होया है। और रब दे नाल प्यार कादा है? देखने विचार संसार विच विचरदियां उन्हां दा सच्चा प्यार प्रभु दे नाल पाया हुंदा है, प्रभु नूं देखण दे विचार दे नाल। उन्हां दा विचार, उन्हां दी मैंटैलिटी, उन्हां दी सोच ये हुंदी है कि मैं रब नूं वेखना है, रब दे दीदार करने ने। ते रब दे दीदार दा मतलब ये नहीं कि रब मेरे अगे वखरा होके खलोएगा, जां ओह मुरली बन के अंदर वजेगा, जां ओह चानण बन के प्रगट होएगा। रब दा मतलब है कि मैनूं मनुखां दे विच रब दिसे, मैं हर मनुख दे नाल, हर इस्त्री दे नाल रब वर्गा प्यार, रब वर्गा विहार और सत्कार करां। सब मैं जोत जोत तै सोए। बंदे नूं बंदे विच रब नहीं ना दिस रहा। जे बंदे नूं बंदे विच रब दिसदा होवे और ये रब वर्गा प्यार विहार एक दूजे नाल करे, तो फिर समाज की ये दशा नहीं होनी चाहिए जो अज दशा है। किन्नियां सारियां तलाकां हो जांदियां ने, सिखां दे अंदर भी शर्म नाल कहना पैंदा कि तलाकां हो जांदियां ने। किन्ने सारे लोग एक दूजे दे नाल बहुत वड्डियां बेवफाइयां कर जांदे ने। क्यों कर रहे ने? क्योंकि उन्हां दे अंदर सच्चाई नहीं है, उन्हां दे अंदर दया नहीं है। तो गुरु पातशाह जी कहंदे ने जो रब दे प्यारे ने, बेशक उन्हां दा सिंपल लिबास है, पर उन्हां दे विचार दे अंदर रब दे दर्शन करने ने कि मैं हर मनुख दे अंदरों रब नूं वेखना है। खुद बिन दूजा ना ही कोई, तू करतार करें सो होए, जो दिसै सो तेरा रूप, गुण निधान गोविंद अनूप। ते जेड़े रब नूं वेखणगे उन्हां दी फिर विचार ये होएगी, ना को मेरा दुश्मन रहिया, ना हम किसकी बैराई, ब्रह्म पसारियो भीतर, सतगुर ते सोझी पाई। फिर वो कहना मेरा कोई दुश्मन नहीं रहा, मैं किस दा वैरी नहीं हाँ, ब्रह्म दा ये पसारा है, सारियां दे विच रब है, ये सूझ मैनू सतगुर को मिली है। फिर ओदी भावना ये हो जाएगी, सब को मीत हम आपन कीना, हम सबना के साजन, दूर परायो मन का बिरहा, तो मेल कियो मेरे राजन। देखो कितना सोहना संसार हो जाएगा ना। ते ऐसे जो इंसान ने, रंग हसें रंग रोवें, चुप पी कर जाहें, अजिहे मनुख संसार विच विचरदियां हसन खेडन रोण जां चुपचाप हालात विच सदा रब्बी प्यार दे अंदर रंगे हुंदे ने। यानी वो जगत विच सारे काम रब्बी प्यार विच रंगीच के कर रहे हुंदे ने, रब दे प्यार दे अंदर ने। जे हस रहे ने तां उन्हां नूं रब नहीं भुल्लिया होया, ते जे किते प्यार दे नाल अखां च हंझू आ गए ने किसी दे दुख दर्द नूं देख के, तां भी वो रब्बी प्यार विच ने। ते जे वो किते शांत बैठे ने तां भी वो रब्बी प्यार दे विच ने। यानी वो रब्बी रजा दे अंदर हर वक्त राजी ने, हसदियां खेडदियां संसार अंदर रब्बी गुणां दे नाल उन्हां दी प्रीत है, उन्हां दी सोच महान है। वो हर एक दे अंदर उस दाते दे दीदार अपने दीदियां दे नाल करदे ने। परवाह ना ही किसे केरी, बाज सच्चे ना। गुरु जी कहंदे ने कि ऐसे बंदे जो ने वो बड़े दलेर हुंदे ने, उन्हां नूं अपने सच्चे मालिक वाहिगुरु तो बिना संसार दी किसी हस्ती दी कोई परवाह नहीं हुंदी। यानी उन्हां नूं मुथाजी नहीं हुंदी, वो किसी दे मुथाज नहीं हन। हुण असीं सच दे नालों क्यों संबंध तोड़ लैने आ? सानू कई बारी कोई पूछे भी गुरमत, असीं कहने गुरमत दा वीर पता ते है, पर यार जे काम ना करिए ते नक नहीं रहिंदा, नक नहीं रहिंदा। लोक लाज वास्ते असीं ऐसे कर्म करदे आ। कई बारी विआह शादियां विच वेखीदा है ना कि आ डीजे ते नच्चण वालियां कुड़ियां आदिक। देखो किसी दी अपनी मर्जी है, लेकिन जे किसी नूं कहिए कि सजना बेगानी धी भैन नूं नचदियां वेखना ये कोई चंगा काम नहीं है।
ਕਿ ਉਹ ਕਹਿੰਦਾ ਪਤਾ ਤੇ ਸਾਨੂੰ ਇਹ ਵੇਖ ਕੇ ਅਸੀਂ ਨਹੀਂ ਸਕਦੇ, ਪਰ ਬੱਚੇ ਨਹੀਂ ਮੰਨਦੇ, ਲੋਕ ਨਹੀਂ ਰਾਜੀ ਹੁੰਦੇ, ਰਿਸ਼ਤੇਦਾਰ ਨਹੀਂ ਰਾਜੀ ਹੁੰਦੇ। ਯਾਨੀ ਲੋਕ ਲਾਜ ਵਾਸਤੇ ਬਹੁਤ ਸਾਰੇ ਅਸੀਂ ਐਸੇ ਕਰਮ ਕਰਦੇ ਹਾਂ ਜੋ ਠੀਕ ਨਹੀਂ। ਸਾਨੂੰ ਪਤਾ ਹੈ ਕਿ 5-5, 400 ਬੰਦਿਆਂ ਦੀ ਬਰਾਤ ਲਿਜਾਣੀ ਔਰ ਲੜਕੀ ਵਾਲੇ ਦਾ 15-15, 20-20 ਲੱਖ ਰੁਪਇਆ ਰੋਟੀ ਤੇ ਖਰਚ ਕਰਾ ਦੇਣਾ, ਇਹ ਚੰਗਾ ਕੰਮ ਨਹੀਂ, ਗਲਤੀ ਹੈ, ਪਤਾ ਹੈ। ਪਰ ਫਿਰ ਅਸੀਂ ਕਹਿੰਦੇ ਹਾਂ ਸਾਡੇ ਨਾਨਕੇ ਨਾਰਾਜ਼ ਹੋ ਜਾਣਗੇ, ਦਾਦਕੇ ਨਾਰਾਜ਼ ਹੋ ਜਾਣਗੇ, ਲੋਕ ਕੀ ਕਹਿਣਗੇ, ਏਡਾ ਵੱਡਾ ਬੰਦਾ ਤੇ ਇੰਨੀ ਕੁ ਬਰਾਤ। ਯਾਨੀ ਲੋਕ ਲਾਜ ਨੂੰ ਸਾਹਮਣੇ ਰੱਖ ਕੇ ਅਸੀਂ ਧੀ ਵਾਲਿਆਂ ਦੇ ਉੱਤੇ ਵੀ ਅਤਿਆਚਾਰ ਕਰ ਦਿੱਤਾ। ਲੋਕ ਲਾਜ ਨੂੰ ਰੱਖਣ ਵਾਸਤੇ ਅਸੀਂ ਗੁਰਮਤਿ ਤੋਂ ਉਲਟ ਕਰਮ ਕਰਦੇ ਹਾਂ, ਇੱਕ ਨਹੀਂ ਅਨੇਕਾਂ, ਜਿੰਨੇ ਮਰਜ਼ੀ ਦੇਖ ਲਓ, ਲੋਕ ਕਰੀ ਜਾ ਰਹੇ ਨੇ ਲੋਕ ਲਾਜ ਵਾਸਤੇ। ਤੇ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਜੋ ਰੱਬ ਦੇ ਪਿਆਰੇ ਨੇ ਉਹ ਇਹਨਾਂ ਚੀਜ਼ਾਂ ਤੋਂ ਬੇਪਰਵਾਹ ਹੋ ਜਾਂਦੇ ਨੇ। ਲੋਕ ਕਿਉਂ ਕਰਦੇ ਨੇ ਕੰਮ? ਇੱਕ ਤੇ ਨੱਕ ਰੱਖਣ ਲਈ, ਤੇ ਦੂਜਾ ਫਿਰ ਕੰਨਾਂ ਦੇ ਨਾਲ ਉਹਦੀ ਸ਼ੋਭਾ ਸੁਣਨਾ ਚਾਹੁੰਦੇ ਨੇ। ਕਿਆ ਬਾਤ, ਵਿਆਹ ਦੀ ਧੰਨ ਧੰਨ ਕਰਾਤੀ ਭਾਈ ਸਾਹਿਬ, ਇਹੋ ਜਿਹਾ ਲਾਈਟ ਦਾ ਪ੍ਰਬੰਧ, ਇੰਨਾ ਵਧੀਆ ਟੈਂਟ, ਇੰਨੇ ਵਧੀਆ ਭੋਜਨ, ਬੜਾ ਚੰਗਾ ਹਲਵਾਈ ਸੀ, ਧੰਨ ਧੰਨ ਕਰਾ ਦਿੱਤੀ, ਫਿਰ ਖੁਸ਼ੀ ਹੁੰਦੀ ਹੈ। ਕਬੀਰ ਜੀ ਨੇ ਬੜਾ ਪਿਆਰਾ ਬਚਨ ਕੀਤਾ। ਕਬੀਰ ਜੀ ਕਹਿੰਦੇ ਨਾਕੋਂ ਕਾਟੀ ਕਾਨੋਂ ਕਾਟੀ ਕਾਟ ਕੂਟ ਕੇ ਡਾਰੀ, ਕਹੋ ਕਬੀਰ ਸੰਤਨ ਕੀ ਵੈਰਨ ਤੀਨ ਲੋਕ ਕੀ ਪਿਆਰੀ। ਕਬੀਰ ਜੀ ਕਹਿੰਦੇ ਨੇ ਮੈਂ ਮਾਇਆ ਦਾ ਨੱਕ ਵੱਢ ਦਿੱਤਾ, ਮਾਇਆ ਦੇ ਕੰਨ ਵੱਢ ਦਿੱਤੇ, ਤੇ ਨੱਕ ਤੇ ਕੰਨ ਵੱਢ ਕੇ ਉਹ ਪਰੇ ਮਾਰੀ, ਜਿਹੜੀ ਸਾਰੇ ਲੋਕਾਂ ਦੀ ਪਿਆਰੀ ਹੈ ਨਾ, ਉਹਨੂੰ ਮੈਂ ਵੱਢ ਵੁੱਢ ਕੇ ਨੱਕ ਤੇ ਕੰਨ ਪਰਾਂ ਸੁੱਟੇ। ਤੇ ਕਿਸੇ ਨੇ ਪੁੱਛਿਆ ਕਬੀਰ ਜੀ ਜਦੋਂ ਮਾਇਆ ਤੁਹਾਡੇ ਕਾਬੂ ਆ ਹੀ ਗਈ ਤੇ ਤੁਸੀਂ ਉਹਦੇ ਕੰਨ ਵੀ ਵੱਢ ਦਿੱਤੇ, ਨੱਕ ਵੱਢ ਦਿੱਤਾ, ਤੇ ਮਾਇਆ ਦਾ ਗਲ ਵੱਢ ਦਿੰਦੇ, ਸਿਆਪਾ ਹੀ ਮੁੱਕਦਾ, ਲੋਕਾਂ ਨੂੰ ਪਰੇਸ਼ਾਨ ਨਾ ਕਰਦੀ, ਗਲਾ ਹੀ ਵੱਢ ਦਿੰਦੇ। ਕਬੀਰ ਜੀ ਕਹਿੰਦੇ ਨੇ ਮਾਇਆ ਦਾ ਗਲਾ ਹੁੰਦਾ ਹੀ ਨਹੀਂ, ਮਾਇਆ ਦਾ ਨੱਕ ਹੀ ਹੁੰਦਾ ਹੈ, ਮਾਇਆ ਦੇ ਕੰਨ ਨਹੀਂ ਹੁੰਦੇ। ਯਾਨੀ ਜੋ ਸੰਸਾਰੀ ਲੋਕ ਨੇ ਨੱਕ ਰੱਖਣ ਵਾਸਤੇ ਕੰਮ ਕਰਦੇ ਨੇ, ਇਹ ਮਾਇਆ ਦਾ ਨੱਕ ਹੈ। ਤੇ ਫਿਰ ਕੰਨਾਂ ਦੇ ਨਾਲ ਉਹਦੀ ਸ਼ੋਭਾ ਸੁਣਨੀ ਚਾਹੁੰਦੇ ਨੇ, ਇਹ ਮਾਇਆ ਦੇ ਕੰਨ ਹੈ। ਕਬੀਰ ਜੀ ਕਹਿੰਦਾ ਮੈਂ ਜੋ ਵੀ ਕੰਮ ਕਰਨਾ ਨੱਕ ਰੱਖਣ ਵਾਸਤੇ ਨਹੀਂ ਕਰਦਾ, ਕੰਨਾਂ ਦੇ ਨਾਲ ਉਹਦੀ ਸ਼ੋਭਾ ਮੈਂ ਨਹੀਂ ਸੁਣਨਾ ਚਾਹੁੰਦਾ, ਮੈਂ ਸੱਚਾਈ ਵਾਲੇ ਕਰਮ ਕਰ ਰਿਹਾ। ਉਹ ਬੇਪਰਵਾਹ ਹੋ ਜਾਂਦੇ ਨੇ। ਕਬੀਰ ਜੀ ਨੂੰ ਲੋਕਾਂ ਨੇ ਕਿਹਾ ਕਬੀਰ ਤੂੰ ਤੇ ਕਮਲਾ ਹੋ ਗਿਆ, ਬੇਪੱਤਾ, ਬੇਇੱਜ਼ਤਾ, ਤੂੰ ਆਪਣੀ ਇੱਜ਼ਤ ਗਵਾ ਲਈ ਹੈ। ਨਾ ਤੂੰ ਹਿੰਦੂਆਂ ਵਾਲੇ ਕੰਮ ਕਰਨਾ ਹੈ, ਨਾ ਤੂੰ ਮੁਸਲਮਾਨਾਂ ਵਾਲੇ ਕੰਮ ਕਰਨਾ ਹੈ, ਨਾ ਤੂੰ ਮੱਕੇ ਕਾਬੇ ਜਾਣਾ ਹੈ, ਨਾ ਤੂੰ ਗੰਗਾ ਤੇ ਨਹਾਣ ਜਾਣਾ ਹੈ, ਤੂੰ ਕੈਸਾ ਬੰਦਾ। ਕਬੀਰ ਜੀ ਕਹਿਣ ਲੱਗੇ ਕੋਈ ਗੱਲ ਨਹੀਂ ਯਾਰ, ਤੁਸੀਂ ਕਹਿੰਦੇ ਹੋ ਮੈਂ ਇੱਜ਼ਤ ਗਵਾ ਲਈ ਤੇ ਮੈਨੂੰ ਬੇਇੱਜ਼ਤਾ ਸਮਝ ਲਓ, ਤੁਹਾਡੇ ਕਹਿਣ ਤੇ ਮੰਨ ਲੈਣਾ। ਹਮ ਅਪਤ ਹੈ, ਆਪਣੀ ਪਤ ਖੋਈ, ਮੈਂ ਬੇਇੱਜ਼ਤ ਹੋ ਗਿਆ, ਮੈਂ ਆਪਣੀ ਇੱਜ਼ਤ ਗਵਾ ਲਈ ਹੈ। ਹਮਰੇ ਖੋਜ ਪਰੋ ਮਤ, ਕੋਈ ਮੇਰੇ ਰਾਹਾਂ ਤੇ ਨਾ ਚੱਲੋ, ਤੁਸੀਂ ਆਪਣੀ ਇੱਜ਼ਤ ਬਚਾ ਲਓ। ਤੁਸੀਂ ਮੈਨੂੰ ਕਹਿ ਰਹੇ ਹੋ ਕਿ ਕਬੀਰ ਨੂੰ ਤੇ ਇੱਜ਼ਤ ਬੇਇੱਜ਼ਤੀ ਦਾ ਕੋਈ ਖਿਆਲ ਹੀ ਨਹੀਂ, ਪਤ ਅਪਤ ਤਾਕੀ ਨਹੀਂ ਲਾਜ। ਪਰ ਕਬੀਰ ਜੀ ਕਹਿੰਦੇ ਨੇ ਅਸਲ ਪਤਾ ਉਦੋਂ ਲੱਗੇਗਾ ਤਬ ਜਾਣੋਗੇ ਜਬ ਉਗ ਰਹੇ ਗੋਪਾਜ। ਉਦੋਂ ਪਤਾ ਲੱਗੇਗਾ ਜਦੋਂ ਤੁਹਾਡੇ ਪਰਦੇ ਫਾਸ਼ ਹੋਣਗੇ, ਤੁਹਾਡੀ ਅਸਲੀਅਤ ਦਾ ਪਤਾ ਲੱਗੇਗਾ, ਕਿੰਨੇ ਬੇਪਰਵਾਹ ਨੇ। ਹੁਣ ਵਿਆਹ ਤੇ ਕਰ ਲਿਆ, ਰੁਪਈਆ 40 ਲੱਖ ਲਾ ਦਿੱਤਾ, ਧੰਨ ਧੰਨ ਹੋ ਗਈ। ਪਰ ਬਾਅਦ ਚ ਪਤਾ ਲੱਗਦਾ ਪਹਿਲੀ ਤੇ 10 ਕਿੱਲੇ ਗਹਿਣੇ ਪਾਈ ਸੀ, ਹੁਣ ਗਹਿਣੇ ਵਾਲੀ ਪਹਿਲੀ ਨਹੀਂ ਛੁੱਟਦੀ ਸੀ, ਕਰਜ਼ੇ ਵਾਲੇ ਘਰ ਗੇੜੇ ਮਾਰਦੇ ਨੇ, ਪਾਜ ਉਗੜ ਗਿਆ ਨਾ। ਧਰਮੀ ਤੇ ਬਣ ਲਿਆ, ਮੈਸੇਂਜਰ ਆਫ ਗੋਡ ਤੇ ਬਣ ਗਿਆ, ਪਰ ਪਾਜ ਉਦੋਂ ਖੁੱਲੇ ਜਦੋਂ ਜੇਲ੍ਹ ਦੇ ਵਿੱਚ ਜਾਣਾ ਪੈ ਗਿਆ, 20 ਸਾਲ ਜਾਣਾ ਪੈ ਗਿਆ। ਇਸ ਲਈ ਜੋ ਰੱਬ ਦੇ ਪਿਆਰੇ ਹੁੰਦੇ ਨੇ, ਸੱਚ ਦੇ ਰਾਹਾਂ ਤੇ ਤੁਰਨ ਵਾਲੇ, ਉਹ ਬੇਪਰਵਾਹ ਹੋ ਜਾਂਦੇ ਨੇ। ਪਰਵਾਹ ਨਾ ਹੀ ਕਿਸੇ ਕੀ ਬਾਜ ਸੱਚੇ ਨਾ, ਸੱਚ ਤੋਂ ਬਿਨਾਂ ਉਹਨਾਂ ਨੂੰ ਕੋਈ ਪਰਵਾਹ ਨਹੀਂ ਹੁੰਦੀ। ਉਹਨਾਂ ਨੂੰ ਕੋਈ ਆਰੇ ਨਾਲ ਚੀਰਦਾ, ਕੋਈ ਪਰਵਾਹ ਨਹੀਂ। ਉਹਨਾਂ ਦੇ ਕੋਈ ਤੂੰਬੇ ਉਡਾਦਾ, ਕੋਈ ਪਰਵਾਹ ਨਹੀਂ। ਉਹਨਾਂ ਨੂੰ ਕੋਈ ਭੂਤਨਾ ਬੇਤਾਲਾ ਕੁਰਾਈਆ ਕਵੇ, ਕੋਈ ਪਰਵਾਹ ਨਹੀਂ, ਕਿਉਂਕਿ ਉਹ ਸੱਚ ਦੇ ਰੰਗ ਦੇ ਅੰਦਰ ਰੰਗੇ ਗਏ ਨੇ। ਇਸ ਲਈ ਜੇ ਅਸੀਂ ਚਾਹੁੰਦੇ ਹਾਂ ਕਿ ਗੁਰਬਾਣੀ ਦੇ ਲੈਵਲ ਤੇ ਜੀਵੀਏ, ਤਾਂ ਉਹਦੇ ਵਾਸਤੇ ਸਾਨੂੰ ਇਸ ਸਮਾਜ ਦੀ ਪਰਵਾਹ ਛੱਡਣੀ ਪਵੇਗੀ, ਤਾਂ ਅਸੀਂ ਸੱਚ ਦੇ ਜੀਵਨ ਜੀ ਸਕਦੇ ਹਾਂ। ਤੇ ਜੇ ਅਸੀਂ ਪਰਵਾਹ ਕਰਦੇ ਰਹੇ ਵੀ ਲੋਕ ਕੀ ਕਹਿਣਗੇ,
ਤੇ ਲੋਕਾਂ ਨੇ ਤੇ ਕੁਛ ਨਾ ਕੁਛ ਕਹੀ ਜਾਣਾ ਹੈ, ਲੋਕਾਂ ਨੂੰ ਤੁਸੀਂ ਰੋਕ ਨਹੀਂ ਸਕਦੇ। ਨਿੱਕੀ ਜੀ ਕਹਾਣੀ ਹੈ। ਕਹਿੰਦੇ ਨੇ ਇੱਕ ਬੰਦਾ, ਪਿਓ ਪੁੱਤਰ ਇੱਕ ਗਧੇ ਤੇ ਬੈਠੇ ਸਨ, ਤੇ ਗਧੇ ਤੇ ਬਹਿ ਕੇ ਜਾ ਰਹੇ ਸੀ, ਤੇ ਪਿੰਡ ਦੇ ਲੋਕਾਂ ਨੇ ਆਖਿਆ ਵੀ ਕਿੱਡੇ ਅਤਿਆਚਾਰੀ ਨੇ, ਮਾੜਾ ਜਿਹਾ ਖੋਤਾ ਹੈ ਤੇ ਦੋ ਜਣੇ ਉੱਤੇ ਬੈਠੇ ਨੇ। ਤੇ ਮੁੰਡਾ ਕਹਿਣ ਲੱਗਾ ਪਿਓ ਨੂੰ, ਪਾਪਾ ਲੋਕੀ ਗੱਲਾਂ ਕਰਦੇ ਨੇ ਤੇ ਅਸੀਂ ਇੱਕ ਜਣਾ ਉੱਤਰ ਜਾਈਏ। ਉਹ ਕਹਿੰਦਾ ਲੋਕਾਂ ਨੇ ਫਿਰ ਵੀ ਗੱਲਾਂ ਕਰਨੀਆਂ ਨੇ। ਕਹਿਣ ਲੱਗਾ ਚੱਲ ਡੈਡੀ ਤੂੰ ਬਹਿ ਤੇ ਮੈਂ ਉੱਤਰ ਜਾਣਾ। ਉਹ ਪਿਓ ਬਹਿ ਗਿਆ ਖੋਤੇ ਤੇ ਮੁੰਡਾ ਪੈਦਲ ਤੁਰੀ ਜਾਏ। ਅਗਲੇ ਪਿੰਡ ਗਏ, ਕਹਿਣ ਲੱਗੇ ਦੇਖੋ ਪਿਓ ਕਿੰਨਾ ਬੇਵਕੂਫ ਹੈ, ਆਪ ਖੋਤੇ ਤੇ ਬੈਠਾ ਹੈ ਤੇ ਨਿੱਕਾ ਮੁੰਡਾ ਉਹਨੂੰ ਪੈਦਲ ਤੁਰੀ ਜਾਂਦਾ ਹੈ। ਕਹਿਣ ਲੱਗੇ ਹੁਣ ਕੀ ਕਰੀਏ? ਕਹਿਣ ਲੱਗਾ ਬਾਪੂ ਤੂੰ ਤੁਰ ਤੇ ਮੈਂ ਖੋਤੇ ਤੇ ਬਹਿਣਾ, ਲੋਕ ਤੇ ਰਾਜੀ ਨਹੀਂ ਹੋਏ। ਤੇ ਉਹਨਾਂ ਨੇ ਅਗਲੇ ਪਿੰਡ ਗਏ ਤੇ ਕਹਿਣ ਲੱਗੇ ਵੇਖ ਗੰਦੀ ਔਲਾਦ, ਮੁੰਡਾ ਖੋਤੇ ਤੇ ਬੈਠਾ ਤੇ ਪਿਓ ਨੂੰ ਪੈਦਲ ਤੋਰੀ ਜਾਂਦਾ। ਉਹ ਕਹਿੰਦਾ ਵੀ ਹੁਣ ਕੀ ਕਰੀਏ? ਕਹਿੰਦਾ ਵੀ ਚੱਲ ਅਸੀਂ ਦੋਵੇਂ ਪੈਦਲ ਤੁਰਨੇ ਆ। ਖੋਤਾ ਲੈ ਕੇ ਪੈਦਲ ਤੁਰ ਪਏ। ਅਗਲੇ ਪਿੰਡ ਵਾਲੇ ਕਹਿੰਦੇ ਵੇਖ ਬੇਵਕੂਫ ਬੰਦੇ, ਖੋਤਾ ਕੋਲ ਤੇ ਪੈਦਲ ਤੁਰੀ ਜਾਂਦੇ ਨੇ, ਤੇ ਹੁਣ ਕਹਿੰਦੇ ਹੁਣ ਕੀ ਕਰੀਏ? ਹੁਣ ਖੋਤਾ ਬੋਲ ਪਿਆ, ਕਹਿੰਦਾ ਹੁਣ ਮੈਨੂੰ ਚੁੱਕ ਕੇ ਤੁਰੋ। ਯਾਨੀ ਲੋਕਾਂ ਨੂੰ ਕਿਵੇਂ ਖੁਸ਼ ਕਰ ਲੋਗੇ? ਜੇ ਲੋਕਾਂ ਨੂੰ ਖੁਸ਼ ਕਰਨ ਵਾਸਤੇ ਕੰਮ ਕਰੋਗੇ, ਦੁਨੀਆ ਨੇ ਕਦੇ ਖੁਸ਼ ਨਹੀਂ ਹੋਣਾ। ਰੱਬ ਨੂੰ ਖੁਸ਼ ਕਰੋ, ਗੁਰੂ ਨੂੰ ਖੁਸ਼ ਕਰੋ, ਆਪਣੇ ਆਪ ਨੂੰ ਖੁਸ਼ ਕਰੋ। ਜ਼ਮੀਰ ਆਵਾਜ਼ ਦੇਵੇ ਕਿ ਮੈਂ ਠੀਕ ਰਾਹਾਂ ਤੇ ਜਾ ਰਿਹਾ। ਲੋਕਾਂ ਦੀ ਪਰਵਾਹ ਛੱਡਣੀ ਪਵੇਗੀ, ਔਰ ਲੋਕਾਂ ਨੇ ਕਦੇ ਖੁਸ਼ ਹੋਣਾ ਵੀ ਨਹੀਂ। ਪਰਵਾਹ ਨਾ ਹੀ ਕਿਸੇ ਕੀਰੀ ਬਾਜ ਸੱਚੇ ਨਾ, ਦਰਵਾਟ ਉੱਪਰ ਖਰਚ ਮੰਗਾ, ਜਬੇ ਦੇ ਤਾਂ ਖਾਹੇ। ਯਾਨੀ ਆਪਣੇ ਸੱਚੇ ਮਾਲਕ ਵਾਹਿਗੁਰੂ ਤੋਂ ਬਿਨਾਂ ਕਿਸੇ ਦੀ ਉਹ ਮੁਥਾਜੀ ਨਹੀਂ ਕੱਢਦੇ। ਤੇ ਜੀਵਨ ਰਸਤੇ ਤੇ ਤੁਰਦਿਆਂ ਪ੍ਰਭੂ ਦੇ ਦਰ ਤੋਂ ਉਹਨਾਂ ਨੇ ਸਿਫਤ ਸਲਾਹ ਰੂਪੀ ਖਰਚ ਮੰਗਿਆ ਹੈ। ਤੇ ਜਦੋਂ ਵੀ ਪ੍ਰਭੂ ਉਹਨਾਂ ਨੂੰ ਸਿਫਤ ਸਲਾਹ ਦੀ ਖੁਰਾਕ ਦਿੰਦਾ ਹੈ, ਉਹ ਉਦੋਂ ਅਲੌਕਿਕ ਰੱਬੀ ਪਿਆਰ ਦੀ ਖੁਰਾਕ ਨੂੰ ਖਾਂਦੇ ਨੇ। ਹੁਣ ਇੱਥੇ ਮੰਗਾ ਨਹੀਂ ਪੜਨਾ, ਬਿੰਦੀ ਲਾ ਕੇ ਮੰਗਾ। ਮੰਗਾ ਦਾ ਮਤਲਬ ਮੰਗਿਆ। ਗੁਰੂ ਜੀ ਕਹਿੰਦੇ ਨੇ ਦਰਵਾਟ ਉੱਪਰ ਖਰਚ ਮੰਗਾ। ਹੁਣ ਦੋ ਤਰ੍ਹਾਂ ਦਾ ਖਰਚ ਹੈ ਜੋ ਅਸੀਂ ਜੀਵਨ ਰਾਸਤੇ ਤੇ ਖਰਚ ਕਰਦੇ ਹਾਂ। ਕ੍ਰੋਧ ਅਸੀਂ ਖਰਚ ਕਰ ਰਹੇ ਹਾਂ, ਲੋਭ ਖਰਚ ਰਹੇ ਹਾਂ, ਮੋਹ ਖਰਚ ਰਹੇ ਹਾਂ, ਹੰਕਾਰ ਖਰਚ ਰਹੇ ਹਾਂ। ਇੱਕ ਲੋਕ ਤੇ ਇਹ ਖਰਚ ਰਹੇ ਨੇ, ਇਹ ਜੀਵਨ ਦੀ ਰਾਸ ਪੂੰਜੀ ਇਕੱਠੀ ਕੀਤੀ ਹੈ, ਸਿਰ ਦੇ ਉੱਤੇ ਕਾਮ ਕ੍ਰੋਧ ਲੋਭ ਦੀ ਪੰਡ ਚੁੱਕੀ ਹੈ, ਔਰ ਇਹਨਾਂ ਔਗਣਾਂ ਨੂੰ ਵਰਤ ਰਹੇ ਨੇ। ਖਰਚਣ ਦਾ ਮਤਲਬ ਵਰਤਣਾ। ਦੂਜੇ ਕੁਝ ਲੋਕ ਇਸ ਦੁਨੀਆ ਵਿੱਚ ਐਸੇ ਨੇ ਜਿਨ੍ਹਾਂ ਨੇ ਸਤ, ਸੰਤੋਖ, ਦਇਆ, ਧਰਮ, ਧੀਰਜ ਦੀ ਪੰਡ ਚੁੱਕੀ ਹੈ। ਉਹ ਸੱਚਾਈ ਵਰਤ ਰਹੇ ਨੇ, ਦਇਆ ਵਰਤ ਰਹੇ ਨੇ, ਪ੍ਰੇਮ ਵਰਤ ਰਹੇ ਨੇ। ਹੁਣ ਇਹਨਾਂ ਚੋਂ ਕਿਹੜਾ ਚੰਗਾ ਹੈ? ਸਾਨੂੰ ਜ਼ਿੰਦਗੀ ਤਾਂ ਜੀਣੀ ਪੈਣੀ ਹੈ, ਭਾਵੇਂ ਈਰਖਾ ਨਾਲ ਜੀ ਲੋ, ਚਾਹੇ ਪਿਆਰ ਨਾਲ ਜੀ ਲੋ, ਹੰਕਾਰ ਨਾਲ ਜੀ ਲੋ, ਨਿਮਰਤਾ ਨਾਲ ਜੀ ਲੋ। ਤਾਂ ਗੁਰੂ ਜੀ ਕਹਿੰਦੇ ਨੇ ਜੋ ਰੱਬ ਦੇ ਪਿਆਰੇ ਨੇ, ਉਹਨਾਂ ਨੇ ਪ੍ਰਭੂ ਦੇ ਦਰ ਤੋਂ ਸਿਫਤ ਸਲਾਹ ਦਾ ਖਰਚ ਮੰਗਿਆ ਹੈ, ਰੱਬ ਦੇ ਗੁਣਾਂ ਦੀ ਦਾਤ ਮੰਗੀ ਹੈ। ਜਬੇ ਦੇ ਤਾਂ ਖਾਏ, ਜਦ ਰੱਬ ਉਹਨਾਂ ਨੂੰ ਦਿੰਦਾ ਹੈ ਤੇ ਉਸ ਦਾਤ ਨੂੰ ਖਾਂਦੇ ਨੇ, ਖਰਚਦੇ ਨੇ। ਯਾਨੀ ਰੱਬ ਤੋਂ ਅਸੀਂ ਸਿਫਤ ਸਲਾਹ ਦੀ ਦਾਤ ਮੰਗਣੀ ਹੈ, ਗੁਣਾਂ ਦੀ ਦਾਤ ਮੰਗਣੀ ਹੈ। ਸਾਨੂੰ ਉਹ ਦਾਤ ਮਿਲੇਗੀ ਤੇ ਉਹਨੂੰ ਖਾਣਾ ਹੈ, ਯਾਨੀ ਖਰਚਣਾ ਹੈ। ਤੇ ਰੱਬ ਕਿੱਥੇ ਹੈ? ਘਟ ਘਟ ਮੈਂ ਹਰ ਜੂ ਬਸੈ, ਕਹੋ ਕਬੀਰ ਇਹ ਰਾਮ ਕੀ ਅੰਸ। ਤੁਹਾਡਾ ਆਪਣਾ ਆਪਾ ਅਸਲ ਰੱਬ ਦਾ ਹੀ ਆਪਾ ਹੈ। ਸਾਡੇ ਅੰਦਰ ਰੱਬ ਆਪ ਹੀ ਬੈਠਾ ਹੈ। ਤੇ ਯਾਦ ਰੱਖਣਾ ਹਰ ਇਨਸਾਨ ਦੇ ਅੰਦਰ ਇਹ ਗੁਣ ਮੌਜੂਦ ਨੇ। ਸਤ, ਸੰਤੋਖ, ਦਇਆ, ਧਰਮ, ਧੀਰਜ, ਗਿਆਨ, ਵੈਰਾਗ, ਨਿਮਾਨਤਾ, ਸੇਵਾ, ਸਿਮਰਨ, ਪ੍ਰੇਮ, ਕੁਰਬਾਨੀ ਆਦਿਕ ਦੇ ਸ਼ੁਭ ਜਜ਼ਬੇ ਸਾਰਿਆਂ ਵਿੱਚ ਮੌਜੂਦ ਨੇ। ਆਪਾਂ ਸਾਰੇ ਕਲਾਸ ਵਿੱਚ ਵੀਰ ਭੈਣਾਂ ਬੈਠੇ ਹਾਂ, ਕੋਈ ਹੱਥ ਖੜਾ ਕਰਕੇ ਕਹਿ ਸਕਦਾ ਹੈ ਕਿ ਇਹ ਮੇਰੇ ਵਿੱਚ ਗੁਣ ਨਹੀਂ ਹੈ? ਸਾਰਿਆਂ ਵਿੱਚ ਨੇ। ਹਾਂ, ਇਹ ਹੱਥ ਅਸੀਂ ਸਾਰੇ ਖੜਾ ਕਰ ਸਕਦੇ ਹਾਂ ਕਿ ਅਸੀਂ ਇਹਨਾਂ ਗੁਣਾਂ ਨੂੰ ਯੂਜ਼ ਨਹੀਂ ਕਰਦੇ, ਇਹਨਾਂ ਗੁਣਾਂ ਦੀ ਵਰਤੋਂ ਨਹੀਂ ਕਰਦੇ। ਇਹ ਅਸੀਂ ਸਾਰੇ ਕਹਿ ਸਕਦੇ ਹਾਂ, ਇੱਕ ਵੱਖਰਾ ਟੌਪਿਕ ਹੈ। ਪਰ ਸੱਚਾਈ, ਦਇਆ, ਪ੍ਰੇਮ ਤੇ ਸਾਰਿਆਂ ਦੇ ਅੰਦਰ ਹੈ। ਇਹਨਾਂ ਨੂੰ ਖਰਚੋ, ਇਹਨਾਂ ਨੂੰ ਵਰਤੋ।
ਅੰਦਰ ਤੁਹਾਡੇ ਰੱਬ ਹੈ, ਇਹ ਗੁਣ ਹੀ ਰੱਬ ਦਾ ਰੂਪ ਨੇ। ਜਦੋਂ ਇਹਨਾਂ ਗੁਣਾਂ ਨੂੰ ਮਨ ਬਚਨ ਕਰਮ ਕਰਕੇ ਕੋਈ ਵਰਤੇਗਾ ਨਾ, ਉਹ ਬੰਦਾ ਰੱਬ ਵਰਗਾ ਹੀ ਹੋ ਜਾਏਗਾ। ਤਾਂ ਜੋ ਰੱਬ ਦੇ ਪਿਆਰੇ ਨੇ ਉਹ ਇਹਨਾਂ ਗੁਣਾਂ ਦੀ ਵਰਤੋਂ ਕਰਦੇ ਨੇ। ਨਾਲ ਕਹਿੰਦੇ ਨੇ ਦੀਵਾਨ ਏਕੋ ਕਲਮ ਏਕਾ ਹਮਾ ਤੁਮਾ ਮੇਲ। ਹਮਾ ਤੁਮਾ ਦਾ ਮਤਲਬ ਚੰਗੇ ਔਰ ਮੰਦੇ ਜਿਹੜੇ ਜੀਵ ਨੇ। ਇਸ ਦੁਨੀਆ ਵਿੱਚ ਕੁਝ ਲੋਕ ਚੰਗੇ ਨੇ, ਕੁਝ ਲੋਕ ਮੰਦੇ ਨੇ। ਤੇ ਗੁਰਦੇਵ ਪਾਤਸ਼ਾਹ ਜੀ ਕਹਿੰਦੇ ਨੇ ਕਿ ਵਾਹਿਗੁਰੂ ਆਪ ਹੀ ਇਹਨਾਂ ਜੀਵਾਂ ਦੇ ਕਰਮਾਂ ਦਾ ਲੇਖਾ ਕਰਨ ਵਾਲਾ ਹੈ। ਉਹਨਾਂ ਦਾ ਦ੍ਰਿੜ ਨਿਸ਼ਚਾ ਹੁੰਦਾ ਹੈ ਕਿ ਲੇਖਾ ਲਿਖਣ ਵਾਲੀ ਰੱਬ ਰੂਪੇ ਹੁਕਮ ਰੂਪੀ ਕਲਮ ਵੀ ਇੱਕੋ ਹੀ ਹੈ। ਭਾਵ ਰੱਬ ਆਪ ਹੀ ਜੀਵਾਂ ਦੇ ਚੰਗੇ ਮੰਦੇ ਕਰਮਾਂ ਦਾ ਲੇਖਾ ਲਿਖਣ ਵਾਲਾ ਹੈ ਔਰ ਆਪ ਹੀ ਉਹਨਾਂ ਦਾ ਫੈਸਲਾ ਕਰਨ ਵਾਲਾ ਹੈ। ਦੀਵਾਨ ਏਕੋ ਕਲਮ ਏਕਾ ਹਮਾ ਤੁਮਾ ਮੇਲ। ਔਰ ਚੰਗੇ ਮਾੜੇ ਦਾ ਜਿਹੜਾ ਮੇਲਾ ਹੈ ਰੱਬੀ ਦਰਗਾਹ ਵਿੱਚ ਹੁੰਦਾ ਹੈ। ਇਹ ਸੰਸਾਰ ਰੱਬੀ ਦਰਗਾਹ ਹੀ ਹੈ। ਇੱਥੇ ਚੰਗਿਆਂ ਔਰ ਮਾੜਿਆਂ ਦਾ ਮੇਲਾ ਹੈ। ਦੇਖੋ ਅਸੀਂ ਕਿੰਨੇ ਲੋਕ ਇਸ ਸੰਸਾਰ ਦੇ ਵਿੱਚ ਵਿਚਰ ਰਹੇ ਹਾਂ। ਇਹਨਾਂ ਵਿੱਚ ਕੋਈ ਚੰਗਾ ਹੈ, ਕੋਈ ਮਾੜਾ ਹੈ। ਕੋਈ ਚੰਗੇ ਕਰਮ ਕਰਨ ਵਾਲਾ ਹੈ, ਕੋਈ ਮਾੜੇ ਕਰਮ ਕਰਨ ਵਾਲਾ ਹੈ। ਕੋਈ ਸੱਚ ਦੇ ਰਾਹ ਤੇ ਤੁਰਨ ਵਾਲਾ ਹੈ, ਕੋਈ ਝੂਠ ਫਰੇਬ ਦੇ ਰਾਹ ਤੇ ਤੁਰਨ ਵਾਲਾ ਹੈ। ਤੇ ਸਾਰਿਆਂ ਦਾ ਲੇਖਾ ਲਿਖਿਆ ਜਾ ਰਿਹਾ ਹੈ। ਲੇਖਾ ਲਿਖਣ ਵਾਲੀ ਕਲਮ ਇੱਕੋ ਹੀ ਹੈ। ਤੇ ਉਹ ਕਲਮ ਕਿਹੜੀ ਹੈ? ਰੱਬ ਦਾ ਹੁਕਮ, ਸਿਸਟਮ, ਲਾ ਆਫ ਨੇਚਰ, ਰੱਬ ਦਾ ਵਜਵਾ ਇੱਕ ਨਿਯਮ। ਇਹਦੇ ਵਿੱਚ ਸਾਰਿਆਂ ਦਾ ਲੇਖਾ ਲਿਖਿਆ ਜਾ ਰਿਹਾ ਹੈ। ਤੇ ਲਿਖਿਆ ਕਿੱਥੇ ਜਾ ਰਿਹਾ ਹੈ? ਸਾਡੇ ਅੰਦਰ। ਜੋ ਅਸੀਂ ਕਲਪਨਾ ਕਰਦੇ ਹਾਂ, ਜੋ ਅਸੀਂ ਸੋਚਦੇ ਹਾਂ, ਬੋਲਦੇ ਹਾਂ, ਸਾਡੇ ਅੰਦਰ ਉਹ ਸੰਸਕਾਰ ਪੈਦਾ ਹੁੰਦੇ ਨੇ। ਜਦੋਂ ਉਸ ਕਰਮ ਨੂੰ ਬਾਰ-ਬਾਰ ਦੁਹਰਾਉਂਦੇ ਹਾਂ, ਉਹ ਸੰਸਕਾਰ ਪੱਕੇ ਹੋ ਕੇ ਸਾਡੇ ਆਦਤ ਬਣ ਜਾਂਦੀ ਹੈ। ਤੇ ਉਸ ਆਦਤ ਮੁਤਾਬਕ ਫਿਰ ਬੰਦਾ ਕਰਮ ਕਰੀ ਜਾਂਦਾ ਹੈ। ਉਹਨਾਂ ਕਰਮਾਂ ਦਾ ਸਾਨੂੰ ਫਲ ਮਿਲਦਾ ਹੈ, ਸੁੱਖ, ਦੁੱਖ, ਖੁਸ਼ੀ, ਗਮੀ, ਆਦਰ, ਨਿਰਾਦਰ। ਤਾਂ ਇਹ ਲੇਖਾ ਲਿਖਿਆ ਜਾ ਰਿਹਾ ਨਾ ਸਾਰਿਆਂ ਦੇ ਅੰਦਰ, ਕੁਦਰਤੀ ਨਿਯਮਾਂ ਦੇ ਵਿੱਚ ਲਿਖਿਆ ਜਾ ਰਿਹਾ ਹੈ। ਤੇ ਇਸ ਲੇਖੇ ਤੋਂ ਕੋਈ ਬਚ ਨਹੀਂ ਸਕਦਾ, ਕਿਉਂਕਿ ਜਿਹਾ ਬੀਜੈ ਸੋ ਲੁਣੈ। ਜੇ ਨੈਗੇਟਿਵ ਸੋਚਦੇ ਰਹੋਗੇ, ਨੈਗੇਟਿਵ ਬੋਲਦੇ ਰਹੋਗੇ, ਨੈਗੇਟਿਵ ਸੁਣਦੇ ਰਹੋਗੇ, ਤਾਂ ਇੱਕ ਦਿਨ ਨੈਗੇਟਿਵਿਟੀ ਦਾ ਸ਼ਿਕਾਰ ਹੋ ਜਾਓਗੇ, ਡਿਪਰੈਸ਼ਨ ਦਾ ਸ਼ਿਕਾਰ ਹੋ ਜਾਓਗੇ, ਹੀਨ ਭਾਵਨਾ ਆ ਜਾਏਗੀ। ਜੇ ਪੋਜ਼ਿਟਿਵ ਸੋਚਦੇ ਹੋ, ਪੋਜ਼ਿਟਿਵ ਬੋਲਦੇ ਹੋ, ਪੋਜ਼ਿਟਿਵ ਸੁਣਦੇ ਹੋ, ਪੋਜ਼ਿਟਿਵ ਕਰਦੇ ਹੋ, ਤਾਂ ਇੱਕ ਦਿਨ ਅੰਦਰ ਵਿਲ ਪਾਵਰ ਪੈਦਾ ਹੋ ਜਾਏਗੀ, ਸ਼ੁਭ ਗੁਣ ਪੈਦਾ ਹੋ ਜਾਣਗੇ। ਇਹ ਲੇਖਾ ਸਿਸਟਮ ਦੇ ਅੰਦਰ ਹਰ ਇੱਕ ਦੇ ਅੰਦਰ ਲਿਖਿਆ ਜਾ ਰਿਹਾ ਹੈ ਤੇ ਇਹਦੇ ਤੋਂ ਕੋਈ ਜੀਵ ਬਚ ਨਹੀਂ ਸਕਦਾ। ਦਰ ਲੈ ਲੇਖਾ ਪੀੜ ਛੁੱਟੈ ਨਾਨਕਾ ਜਿਉ ਤੇਲ। ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਕਿ ਕਰਮਾਂ ਦਾ ਲੇਖਾ ਲਿਆ ਜਾਂਦਾ ਹੈ, ਤਦ ਜੀਵਾਂ ਵੱਲੋਂ ਜੀਵਨ ਵਿੱਚ ਕਮਾਏ ਕਰਮਾਂ ਦੀ ਅਸਲੀਅਤ ਉਗੜ ਪੈਂਦੀ ਹੈ। ਅੰਦਰੋਂ ਝੂਠੇ ਪੈਜ ਬਾਹਰ ਵਾਲਿਆਂ ਦੀ ਅਸਲੀਅਤ ਪ੍ਰਗਟ ਹੋ ਜਾਂਦੀ ਹੈ। ਤੇ ਜਿਹੜੇ ਜੀਵ ਮੰਦਕਰਮੀ ਹੁੰਦੇ ਨੇ ਉਹ ਇੰਜ ਪੀੜੇ ਜਾਂਦੇ ਨੇ ਜਿਵੇਂ ਪੀੜ ਕੇ ਤੇ ਤੇਲ ਕੱਢੀਦਾ ਹੈ। ਭਾਵ ਮੰਦਿਆਂ ਵਿੱਚੋਂ ਮੰਦੇ ਸੰਸਕਾਰ ਕੱਢਣ ਲਈ ਉਹਨਾਂ ਨੂੰ ਕਰੜੇ ਦੁੱਖ ਝੱਲਣੇ ਪੈਂਦੇ ਨੇ। ਯਾਨੀ ਕੋਈ ਵੀ ਇਹਨਾਂ ਕਰਮਾਂ ਤੋਂ ਬਚ ਨਹੀਂ ਸਕਦਾ। ਤੇ ਜਿਵੇਂ ਤੇਲ ਪੀੜਿਆ ਜਾਂਦੇ ਨੇ ਨਾ, ਤਿਲ ਕੋਲੂ ਵਿੱਚ ਪੀੜੇ ਜਾਂਦੇ ਨੇ ਤੇ ਤੇਲ ਨਿਕਲਦਾ ਹੈ। ਇਸੇ ਤਰ੍ਹਾਂ ਜੋ ਮੰਦਕਰਮੀ ਲੋਕ ਨੇ ਉਹਨਾਂ ਮੰਦੇ ਕਰਮਾਂ ਦੇ ਵਿੱਚ ਪੀੜੇ ਜਾਂਦੇ ਨੇ। ਪੀੜੇ ਦਾ ਮਤਲਬ ਇਹ ਨਹੀਂ ਕਿ ਸਰੀਰ ਪੀੜਿਆ ਜਾਂਦਾ ਹੈ, ਉਹਨਾਂ ਨੂੰ ਮਾਨਸਿਕ ਸੰਤਾਪ ਹੰਢਾਉਣਾ ਪੈਂਦਾ ਹੈ। ਕਦੇ ਜੇਲ੍ਹਾਂ ਦੇ ਵਿੱਚ ਜਾ ਕੇ ਵੇਖੋ, ਜਿਨ੍ਹਾਂ ਲੋਕਾਂ ਨੇ ਕੁਝ ਅਪਰਾਧ ਕੀਤੇ ਨੇ, ਉਹਨਾਂ ਦੀ ਜ਼ਿੰਦਗੀ ਦੇ ਅੰਦਰ ਬਹੁਤ ਵੱਡਾ ਪਛਤਾਵਾ ਹੈ। ਉਹ ਪਛਤਾਉਂਦੇ ਨੇ ਕਿ ਅਸੀਂ ਬਹੁਤ ਗਲਤ ਕਰਮ ਕੀਤਾ ਹੈ, ਬਹੁਤ ਗਲਤ ਕਰਮ ਕੀਤਾ ਹੈ, ਪਛਤਾਉਂਦੇ ਨੇ। ਇਹ ਪਛਤਾਵਾ ਹੀ ਸਭ ਤੋਂ ਵੱਡੀ ਪੀੜਾ ਹੈ, ਮਾਨਸਿਕ ਸੰਤਾਪ ਹੀ ਸਭ ਤੋਂ ਵੱਡੀ ਪੀੜਾ ਹੈ। ਜੇ ਆਪਣੇ ਬੱਚਿਆਂ ਨੂੰ ਚੰਗੇ ਸੰਸਕਾਰ ਨਹੀਂ ਦਿੱਤੇ ਕਿਸੇ ਨੇ,
ਜਾਂ ਉਹਨਾਂ ਦੀ ਸ਼ੁਰੂ ਤੋਂ ਲੈ ਕੇ ਠੀਕ ਢੰਗ ਨਾਲ ਪਾਲਣਾ ਵਗੈਰਾ ਨਹੀਂ ਕੀਤੀ ਤੇ ਬੱਚੇ ਦੂਰ ਚਲੇ ਜਾਣ ਤੇ ਫਿਰ ਜਿਹੜਾ ਸੰਤਾਪ ਉਸ ਬੰਦੇ ਨੂੰ ਹੁੰਦਾ ਉਹ ਹੀ ਜਾਣਦਾ ਹੈ। ਜਿਹੜੇ ਲੋਕ ਪਤੀ ਪਤਨੀ ਪ੍ਰੇਮ ਦੇ ਨਾਲ ਨਹੀਂ ਰਹਿੰਦੇ, ਕਿਸੇ ਕਾਰਨ ਕਰਕੇ ਤੋੜ ਵਿਛੋੜਾ ਹੋ ਜਾਂਦਾ ਹੈ, ਸਾਰੀ ਜ਼ਿੰਦਗੀ ਪਛਤਾਵਾ ਔਰ ਸੰਤਾਪ ਹੁੰਦਾ ਹੈ। ਜੇ ਕੋਈ ਬੰਦਾ ਨਸ਼ਿਆਂ ਵਿੱਚ ਖਚਤ ਹੋ ਜਾਏ ਕਿ ਨਸ਼ਿਆਂ ਦੇ ਕਾਰਨ ਆਪਣੀ ਜ਼ਮੀਨ ਜਾਇਦਾਦ ਵੇਚ ਲਵੇ, ਖਰਾਬ ਕਰ ਲਵੇ, ਤਾਂ ਫਿਰ ਜਿਹੜਾ ਪਛਤਾਵਾ ਉਹਦੀ ਜ਼ਿੰਦਗੀ ਵਿੱਚ ਹੁੰਦਾ ਹੈ, ਕਦੇ ਉਹਦੇ ਤੋਂ ਪੁੱਛ ਕੇ ਵੇਖੋ। ਯਾਨੀ ਜੋ ਕਿਸੇ ਚੰਗੇ ਮੌਕੇ ਨੂੰ ਗਵਾ ਬੈਂਦਾ ਹੈ, ਕੋਈ ਵੀ ਚੰਗਾ ਮੌਕਾ ਗਵਾਉਣ ਤੋਂ ਬਾਅਦ ਪਛਤਾਵੇ ਤੋਂ ਬਿਨਾ ਉਹਦੇ ਕੋਲ ਕੁਝ ਨਹੀਂ ਬਚਦਾ। ਕਾਸ਼ ਮੈਂ ਕੱਲ ਇਹ ਮਾੜਾ ਕਰਮ ਨਾ ਕੀਤਾ ਹੁੰਦਾ, ਕਾਸ਼ ਮੈਂ ਆਪਣੇ ਵੀਰ ਭੈਣ ਦੇ ਨਾਲ ਇਹੋ ਜਿਹਾ ਵਿਹਾਰ ਨਾ ਕੀਤਾ ਹੁੰਦਾ, ਤਾਂ ਅੱਜ ਮੇਰਾ ਇਹ ਰਿਸ਼ਤਾ ਨਾ ਟੁੱਟਦਾ। ਯਾਨੀ ਇਹਨੂੰ ਵਿਸਥਾਰ ਦੇ ਨਾਲ ਅਸੀਂ ਲੈ ਸਕਦੇ ਹਾਂ। ਕੋਈ ਰਾਜਨੀਤਿਕ ਹੈ, ਜੇ ਚੰਗਾ ਕੰਮ ਨਹੀਂ ਕਰਦਾ ਤੇ ਅਗਲੀ ਵਾਰੀ ਜਨਤਾ ਉਹਨੂੰ ਹਰਾ ਦਿੰਦੀ ਹੈ। ਤਾਂ ਇਹ ਮਾਨਸਿਕ ਸੰਤਾਪ, ਸਾਡੇ ਕੋਲ ਜ਼ਮੀਨ ਜਾਇਦਾਦ ਕਿੰਨਾ ਕੁਛ ਹੈ, ਲੇਕਿਨ ਮਾਨਸਿਕ ਪੀੜਾ ਸਹਾਰ ਰਹੇ ਹਾਂ। ਤਾਂ ਗੁਰੂ ਜੀ ਪਾਵਨ ਬਚਨ ਕਰਦੇ ਨੇ, ਹਰ ਇਨਸਾਨ ਨੂੰ ਆਪਣੇ ਕਰਮਾਂ ਦਾ ਲੇਖਾ ਇਸ ਜੀਵਨ ਦੇ ਅੰਦਰ ਭੁਗਤਣਾ ਪੈਂਦਾ ਹੈ। ਹੁਣ ਪੌੜੀ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਸਾਨੂੰ ਸਮਝਾ ਰਹੇ ਨੇ, ਆਪੇ ਹੀ ਕਰਨਾ ਕੀਓ, ਕੱਲ ਆਪੇ ਹੀ ਤੈਂ ਧਾਰੀਐ। हे परमेश्वर, आप ही सृष्टि की सिरजना की है और आप ही अपनी शक्ति जिंद रूप सत्या ਇਹਦੇ ਅੰਦਰ ਪਾਈ ਹੈ। यानी आपे ही करना कि वो सारी सृष्टि रची है और ਇਹਦੇ ਅੰਦਰ सत्या पाई है। शरीर ਦੀ रचना ਸਾਡੇ ਦੀ ਰੱਬ ਦੇ ਸਿਸਟਮ ਵਿੱਚ ਹੋਈ ਨਾ, ਕੁਦਰਤੀ ਨਿਯਮਾਂ ਦੇ ਅੰਦਰ। ਇਹਦੇ ਅੰਦਰ ਸੱਤਿਆ ਜਿਹੜੀ ਹੈ ਉਹ ਵੀ ਰੱਬੀ ਨਿਯਮਾਂ ਵਿੱਚ ਅਸੀਂ ਬੋਲ ਰਹੇ ਹਾਂ, ਤੁਰ ਰਹੇ ਹਾਂ, ਵੇਖ ਰਹੇ ਹਾਂ, ਕੁਛ ਕਰ ਰਹੇ ਹਾਂ। ਧਰਤੀ ਸੂਰਜ ਦੇ ਚਫੇਰੇ ਘੁੰਮ ਰਹੀ ਹੈ, ਆਪਣੀ ਧੁਰੀ ਤੇ ਵੀ ਘੁੰਮਦੀ ਹੈ, ਚੰਦਰਮਾ ਇਸ ਤੇ ਚਫੇਰੇ ਘੁੰਮ ਰਿਹਾ ਹੈ, ਅਨੇਕਾਂ ਗ੍ਰਹਿ ਨਕਸ਼ਤਰ ਤਾਰੇ ਨੇ, ਅਨੇਕਾਂ ਆਕਾਸ਼ ਗੰਗਾਵਾਂ ਨੇ, ਭੁਆਂਟਲੀਆਂ ਲੈ ਰਹੀਆਂ ਨੇ, ਜੀਵ ਜੰਤ ਪੈਦਾ ਹੋ ਰਹੇ ਨੇ, ਵਨਸਪਤੀ ਪੈਦਾ ਹੋ ਰਹੀ ਹੈ। ਤਾਂ ਇਹ ਸਾਰਾ ਕੁਛ ਉਸ ਸਿਸਟਮ ਦੇ ਅੰਦਰ ਹੋ ਰਿਹਾ ਹੈ। ਆਪ ਹੀ ਕੋਈ ਦੇ ਅੰਦਰ ਆਪਣੀ ਕਲਾ ਵਰਤਾਈ ਹੋਈ ਹੈ। ਦੇਖੈ ਕੀਤਾ ਆਪਣਾ ਧਰ ਕੱਚੀ ਪੱਕੀ ਸਾਰੀਏ। ਸਾਰੀਏ ਦਾ ਮਤਲਬ ਨਰਦਾ। ਇਹ ਮਾਲਕ ਚੌਪੜ ਦੀ ਖੇਲ ਰੱਖ ਕੇ, ਜੀਵਨ ਰੂਪ ਚੌਪੜ ਦੇ ਵਿੱਚ ਰੱਖ ਕੇ ਤੂੰ ਆਪ ਹੀ ਆਪਣੇ ਪੈਦੇ ਕੀਤੇ ਜੀਵਾਂ ਦੀ ਸੰਭਾਲ ਕਰਦਾ ਹੈ। ਧਰ ਕੱਚੀ ਪੱਕੀ ਸਾਰੀਏ, ਨਰਦਾ ਨੇ ਕੱਚੀਆਂ ਪੱਕੀਆਂ, ਚੰਗੇ ਮੰਦੇ ਅਨੇਕਾਂ ਜੀਵ ਨੇ, ਇਹਨਾਂ ਸਾਰਿਆਂ ਦੀ ਸੰਭਾਲ ਹੋ ਰਹੀ ਹੈ। ਔਰ ਇਹ ਚੰਗੇ ਜਾਂ ਮੰਦੇ ਰੱਬ ਦੇ ਸਿਸਟਮ ਵਿੱਚ ਨੇ। ਰੱਬ ਕਿਸੇ ਨੂੰ ਮੰਦਾ ਨਹੀਂ ਪੈਦਾ ਕਰਦਾ। ਰੱਬ ਦੀ ਹਰ ਸ਼ੈ ਚੰਗੀ ਹੈ, ਪਰ ਜਦੋਂ ਅਸੀਂ ਉਹਨੂੰ ਯੂਜ਼ ਕਰਦੇ ਹਾਂ ਉਦੋਂ ਉਸ ਸ਼ੈ ਨੇ ਚੰਗੀ ਜਾਂ ਮੰਦੀ ਬਣ ਜਾਣਾ। ਰੱਬ ਨੇ ਦਿਮਾਗ ਦੇ ਦਿੱਤਾ, ਹੁਣ ਇਹ ਦਿਮਾਗ ਨੂੰ ਤੁਸੀਂ ਚੰਗੇ ਵਾਸਤੇ ਵਰਤੋ ਤੇ ਚੰਗੇ ਬਣ ਜਾਓ, ਮੰਦੇ ਵਾਸਤੇ ਵਰਤੋ ਤੇ ਮੰਦੇ ਬਣ ਜਾਓ। ਰੱਬ ਨੇ ਹੱਥ ਦੇ ਦਿੱਤੇ, ਚਾਹੇ ਕਿਸੇ ਨੂੰ ਹੱਥ ਜੋੜ ਕੇ ਫਤਿਹ ਬੁਲਾਓ, ਕਿਸੇ ਨੂੰ ਗਲਵੱਕੜੀ ਵਿੱਚ ਲੈ ਕੇ ਪਿਆਰ ਪਾਓ, ਤੇ ਭਾਵੇਂ ਕਿਸੇ ਨੂੰ ਕਸੁੰਨ ਮਾਰ ਕੇ ਤੇ ਆਪ ਵੀ ਕਸੁੰਨ ਖਾਓ। ਹੱਥਾਂ ਦੀ ਵਰਤੋਂ ਹੀ ਹੈ। ਇਹਦੇ ਨਾਲ ਕਿਰਤ ਕਰੋ ਜਾਂ ਚੋਰੀਆਂ ਕਰੋ, ਪੈਰਾਂ ਨਾਲ ਚੱਲ ਕੇ ਗੁਰਦੁਆਰੇ ਸਾਹਿਬ ਚਲੇ ਜਾਓ ਜਾਂ ਸ਼ਰਾਬ ਤੇ ਠੇਕੇ ਤੇ, ਮਰਜ਼ੀ ਤੁਹਾਡੀ ਹੈ ਨਾ। ਰੱਬੀ ਸਿਸਟਮ ਦੇ ਅੰਦਰ ਇਹ ਸਾਰਾ ਕੁਝ ਹੋ ਰਿਹਾ ਹੈ। ਜੋ ਆਇਆ ਸੋ ਚਲ ਸੀ, ਸਭ ਕੋਈ ਆਈ ਵਾਰੀ ਹੈ। ਗੁਰੂ ਜੀ ਇੱਕ ਸੱਚਾਈ ਬਿਆਨ ਕਰ ਰਹੇ ਨੇ ਕਿ ਜੋ ਵੀ ਇਸ ਦੁਨੀਆ ਵਿੱਚ ਆਇਆ ਹੈ ਉਹਨੇ ਇੱਕ ਦਿਨ ਚਲੇ ਜਾਣਾ ਹੈ। ਸਾਰਿਆਂ ਦੀ ਵਾਰੀ ਆਉਣੀ ਹੈ। ਅੱਜ ਗੁਆਂਢੀ ਦਾ ਘਰੋਂ ਅਰਥੀ ਉੱਠੀ ਹੈ, ਕੱਲ ਨੂੰ ਸਾਡੇ ਘਰ ਵਿੱਚੋਂ ਵੀ ਅਰਥੀ ਉੱਠੇਗੀ। ਪਰ ਉਸੀ ਕੇ ਜੋ ਹੁਆ ਤੂੰ ਆਪਣੇ ਪਿਜਾਨ। ਅੱਜ ਤੂੰ ਕਿਸੇ ਦੀ ਲਾਸ਼ ਨੂੰ ਸ਼ਮਸ਼ਾਨ ਭੂਮੀ ਤੱਕ ਪਹੁੰਚਾ ਕੇ ਆਇਆ ਹੈ, ਤਾਂ ਕੱਲ ਨੂੰ ਤੇਰੀ ਲਾਸ਼ ਨੂੰ ਵੀ ਕੋਈ ਸ਼ਮਸ਼ਾਨ ਭੂਮੀ ਤੱਕ ਪਹੁੰਚਾ ਕੇ ਆਏਗਾ। ਅਸੀਂ ਕਹਿੰਦੇ ਅੱਜ ਮੁਰਦੇ ਨੂੰ ਮੜੀਆਂ ਤੱਕ ਛੱਡ ਕੇ ਆਏ ਹਾਂ, ਸੱਚ ਬਿਲਕੁਲ। ਲੇਕਿਨ ਯਾਦ ਰੱਖਣਾ, ਅਸਲ 'ਚ ਉਸ ਮੁਰਦੇ ਨੇ ਤੈਨੂੰ ਸ਼ਮਸ਼ਾਨ ਘਾਟ ਵਿਖਾਇਆ ਕਿ ਸੱਜਣਾ ਕਿਸੇ ਦਿਨ ਤੂੰ ਵੀ ਇੱਥੇ ਆਉਣਾ ਹੈ। ਜਿਵੇਂ ਮੈਂ ਅੱਜ ਆਇਆ, ਤੈਨੂੰ ਕੋਈ ਚੁੱਕ ਕੇ ਲਿਆਏਗਾ, ਮੈਨੂੰ ਤੂੰ ਚੁੱਕ ਲਿਆ, ਸਾਰਿਆਂ ਨੇ ਜਾਣਾ। ਜਿਸਕੇ ਜੀ ਪ੍ਰਾਣ ਹੈ ਕਿਉਂ ਸਾਹਿਬ ਮਨੋਂ ਵਿਸਾਰੀਏ। ਤਾਂ ਜਦੋਂ ਤੱਕ ਅਸੀਂ ਜਿਉਂਦੇ ਹਾਂ, ਜਿਨਨੇ ਜਿੰਦ ਦਿੱਤੀ, ਪ੍ਰਾਣ ਦਿੱਤੇ, ਧਨ ਦੌਲਤ ਦਿੱਤੀ ਜਾਂ ਸੰਸਾਰ ਦਿੱਤਾ, ਉਹਨੂੰ ਮਨ ਚੋਂ ਨਾ ਵਿਸਾਰੋ, ਉਹਦੇ ਗੁਣਾਂ ਨੂੰ ਯਾਦ ਰੱਖੋ।
सवेरे उठ के कपड़े पाओ तो रब का शुकराना कर लो एक बार कि रब्बा शुक्र तेरा, मैनू आ कपड़े पाने लिए दिते ने, नहीं तो लोग तो नंगे फिर रहे ने। जदों घर नूं जंदरा खोलो ना चाबी नाल, रब का शुकराना करो कि हे रब्बा तेरा शुक्र, तू मैनू रहन बसेरा दिता, नहीं तो लोग ते फुटपाथां ते पए ने। जदों भोजन छको तो उसका शुकराना कर लो मन विच कि रब्बा शुक्र तेरा, मैनू खाण लई दिता, नहीं तो लोग ते भुखे ने। शुकराना करो, शांति रहेगी, संतोख रहेगा, खुशी रहेगी। ਉਹਦੇ गुण गाओ, सच नूं, दया नूं, प्रेम नूं, इन्हां चीजां नूं मन च वसाओ। जदों मारे जाना ते ईर्खा द्वेष कादी, जिउंदे क्यों मरे फिरदे हो, जिंदे रहो, जिंदा रहो, जिंदा दिली दा सबूत दिओ। रब्बी गुणां नूं याद रखो, रब्बी गुणां दी वरतों करो, मर ते एक दिन जाना ही है। इसलिए कहंदे ने आपन हत्थीं अपना आपे ही काज सवारीए। जीवन तुहाडा अपना है ते इस अपने जीवन का कारज आप सवारो। सुख चाहते हो ना, मैं भी सुख चाहना, तुसीं भी, तो मैनू सुख किन्ने देना है? सुख ते मैं आप ही पा सकना ना। तो मैं अपने कारज नूं सवारा कि मैं अपने जबान दे नाल बोल मिठे बोलां। मेरी जगह ते तुसीं तां नहीं बोलना, मैनू बोलना पैना है। सच्चे बोल बोलना, मिठे बोल बोलना। अपने हाथ का कारज सवारा, मैं शराब वगैरह ना पीया, नशे ना वरतां, मैं इन्हां हत्थां दे नाल अपने दुश्मन पैदा ना करा, मैं बेगाने हक ना खावां, किरत करा। पैरां नाल तुर के क्यों मैं अपना कारज वंगाड़ रहा, बाबियां कोल मत्थे टेक टेक के अपनी किरत कमाई नूं बर्बाद ना करा, मड़ियां कबरां वल क्यों जा रहा, विभचार वल क्यों जा रहा। सच्चे राह ते तुरां मैं ही तुरना ना। मन दे नाल मैं पॉजिटिव सोचां। हुण मेरे थां तुसीं थोड़ा सोचना है, तुहाडे थां मैं थोड़ा सोचना है। अपना काम आप सवारना पैना ना। ते जे दुखी हो ते अपने दुखां नूं सुखां विच बदल दिओ, चिंता विच हो तेनू खुशी विच बदलो, आप बदलो। पर असीं की करदे हां, कमरे विच बैठे हां ते घर वाली नूं आवाज मारदे हां, चाह दा कप दे जी। ਉਹ ਚਾਹ ਲੈ ਕੇ ਆਉਂਦੀ ਹੈ, ਓਏ ਹੋਏ ਯਾਦ ਨਹੀਂ ਰਿਹਾ ਪਾਣੀ ਦਾ ਗਲਾਸ ਵੀ ਲੈ ਆਈ। ਉਹ ਪਾਣੀ ਲੈਣ ਜਾਂਦੀ ਹੈ, ਪਾਣੀ ਫੜਾ ਕੇ ਜਾਂਦੀ, ਉਹ ਏਦਾਂ ਕਰੀ ਆ ਪੱਖੇ ਦਾ ਸਵਿਚ ਔਨ ਕਰ ਦੇ। ਉਹ ਪੱਖੇ ਦਾ ਸਵਿਚ ਔਨ ਕਰਦੀ ਹੈ, ਸੌਰੀ ਯਾਰ ਮੈਨੂੰ ਆ ਪੈਨ ਵੀ ਫੜਾ ਦੇਵੀਂ। ਉਹ ਪੈਨ ਫੜਾਉਣ ਵਾਸਤੇ ਆਉਂਦੀ ਹੈ, ਪੈਨ ਫੜਾ ਕੇ ਹਾਲੀ ਰਸੋਈ ਚੱਪੜਦੀ ਨੇ, ਲਾਈਟ ਵੀ ਜਗਾ ਦੇਈ। ਹੁਣ ਜਿਹੜਾ ਬੰਦਾ ਆਪਣਾ ਪੈਨ ਆਪ ਨਹੀਂ ਫੜ ਸਕਦਾ, ਲਾਈਟ ਆਪ ਨਹੀਂ ਜਗਾ ਸਕਦਾ, ਰਸੋਈ ਚੋਂ ਪਾਣੀ ਨਹੀਂ ਲੈ ਸਕਦਾ, ਰੱਬ ਨੂੰ ਸੁਆਹ ਮਿਲੇਗਾ? ਉਹ ਸਮਾਜ ਦਾ ਸੁਧਾਰ ਕੀ ਕਰੇਗਾ? ਇਸ ਲਈ ਆਪਣੇ ਨਿੱਕੇ ਨਿੱਕੇ ਕੰਮ ਆਪ ਕਰੋ। ਪਾਣੀ ਉੱਠ ਕੇ ਆਪ ਪੀ ਲਓ, ਸਵੇਰੇ ਆਪਣਾ ਬਿਸਤਰਾ ਤੈਅ ਕਰ ਲਓ, ਚਾਦਰ ਝਾੜ ਕੇ ਵਿਛਾ ਲਓ, ਆਪਣੇ ਕੱਪੜੇ ਆਪ ਪ੍ਰੈਸ ਕਰ ਲਓ। ਨਿੱਕੇ ਨਿੱਕੇ ਗੋਲ, ਨਿੱਕੇ ਨਿੱਕੇ ਕੰਮ ਕਰੋਗੇ ਤੇ ਵੱਡੇ ਵੱਡੇ ਕੰਮ ਵੀ ਕਰੋਗੇ। ਜਿਹੜਾ ਬੰਦਾ ਆਪਣੀ ਜੁੱਤੀ ਨਹੀਂ ਚੁੱਕ ਸਕਦਾ, ਜਰਾਬਾਂ ਘਰ ਵਾਲੀ ਨੇ ਲੱਭ ਲੱਭ ਕੇ ਦੇਣੀਆਂ ਨੇ, ਉਹ ਬੰਦਾ ਰੱਬ ਨੂੰ ਕਿੱਥੋਂ ਮਿਲੇਗਾ? ਇਸ ਲਈ ਹਰ ਇੱਕ ਬੰਦੇ ਨੇ ਆਪਣਾ ਕੰਮ ਆਪ ਸਵਾਰਨਾ ਹੈ। ਇਹ ਜੀਵਨ ਮੇਰਾ ਹੈ, ਮੈਂ ਸਵਾਰਨਾ ਹੈ। ਜੀਵਨ ਤੁਹਾਡਾ ਹੈ, ਤੁਸੀਂ ਸਵਾਰਨਾ ਹੈ। ਤੇ ਸਵਾਰਨਾ ਕੀ ਹੈ? ਅੱਖਾਂ ਦੇ ਨਾਲ ਸਭ ਵਿੱਚ ਜੋਤ ਵੇਖੋ, ਆਪਣੀ ਨਜ਼ਰ ਸੁਧਾਰੋ, ਕੰਨਾਂ ਦੇ ਨਾਲ ਸੱਚ ਸੁਣੋ, ਇਹ ਕੰਮ ਸਵਾਰੋ। ਜ਼ਬਾਨ ਨਾਲ ਮਿੱਠੇ ਪਿਆਰੇ ਸੱਚੇ ਬੋਲ ਬੋਲੋ, ਹੱਥਾਂ ਦੇ ਨਾਲ ਚੰਗੇ ਕੰਮ ਕਰੋ, ਪੈਰਾਂ ਨਾਲ ਸਿੱਧੇ ਰਾਹਾਂ ਤੇ ਜਾਓ, ਮਨ ਦੇ ਨਾਲ ਸੱਚ ਬੋਲੋ, ਅੰਦਰੋਂ ਬਾਹਰੋਂ ਇੱਕ ਹੋ ਜਾਓ। ਇਹ ਹੈ ਕਾਰਜ ਸਵਾਰਨਾ। ਤੇ ਗੁਰੂ ਜੀ ਕਹਿੰਦੇ ਨੇ ਹਰ ਬੰਦੇ ਨੂੰ ਆਪਣਾ ਕਾਰਜ ਆਪ ਸਵਾਰਨਾ ਚਾਹੀਦਾ ਹੈ। ਇਹ ਦੁਨੀਆ ਤੇ ਛੱਡਣ ਤੋਂ ਪਹਿਲਾਂ, ਮਰਨ ਤੋਂ ਪਹਿਲਾਂ ਆਪਣਾ ਕਾਰਜ ਸਵਾਰ ਲਓ। ਤੇ ਜੇ ਹੁਣ ਤੱਕ ਦੀ ਜੋ ਜ਼ਿੰਦਗੀ, ਜਿਵੇਂ ਮੇਰੀ ਉਮਰ 60-61 ਸਾਲ ਹੋ ਗਈ, ਤੁਹਾਡੀ ਉਮਰ ਜਿੰਨੀ ਜਿੰਨੀ ਵੀ ਹੋਊਗੀ, ਮੰਨ ਲਓ ਸਪੋਜ਼ ਕਿ ਹੁਣ ਤੱਕ ਅਸੀਂ ਕਾਰਜ ਨਹੀਂ ਸਵਾਰਿਆ, ਰਹਿੰਦੇ ਸਾਲ ਸਵਾਰ ਲਓ। ਅੱਜ ਤੋਂ ਲੈ ਕੇ ਸਵਾਰੋ, ਬੋਲ ਆਪਣੇ ਚੰਗੇ ਕਰ ਲਓ। ਥੋੜਾ ਜਿਹਾ ਕਿਉਂ ਮੱਥੇ ਦੇ ਉੱਤੇ ਵੱਟ ਪਾ ਕੇ ਬੈਠੋ, ਮੁਸਕਰਾਓ, ਥੋੜਾ ਜਿਹਾ ਰਿਲੈਕਸ ਕਰ ਲਓ, ਚੰਗੇ ਕੰਮ ਕਰ ਲਓ, ਬਦਲ ਲਓ ਸੋਚ, ਸੱਚ ਸੁਣਨਾ ਸ਼ੁਰੂ ਕਰ ਦਿਓ, ਬਾਣੀ ਦੇ ਅਰਥ ਪੜ੍ਹਨੇ ਸ਼ੁਰੂ ਕਰ ਦਿਓ, ਪਿਆਰ ਦੇ ਨਾਲ ਰਹਿਣਾ ਸ਼ੁਰੂ ਕਰ ਦਿਓ, ਜ਼ਿੰਦਗੀ ਸਵਰ ਜਾਏਗੀ। ਤਾਂ ਮੈਂ ਇੱਥੇ ਇੰਨਾ ਕੁਛ ਕਹਿੰਦਾ ਹੋਇਆ ਖਿਮਾ ਦਾ ਜਾਚਕ ਹਾਂ, ਜੋ ਅੱਜ ਅਸਾਂ ਵਿਚਾਰ ਕੀਤੀ ਹੈ। ਇਸ ਵਿਚਾਰ ਦੇ ਵਿੱਚ ਜੇ ਕਿਸੇ ਵੀਰ ਭੈਣ ਦਾ ਸਵਾਲ ਹੋਵੇ ਤਾਂ ਉਹ ਸਵਾਲ ਕਰ ਸਕਦਾ ਹੈ, ਕਿਉਂਕਿ ਜੇ ਅਸੀਂ ਇਸ ਟੌਪਿਕ ਦੇ ਵਿੱਚ ਉਹ ਸਵਾਲ ਕਰਾਂਗੇ ਨਾ, ਜੋ ਅਸੀਂ ਵਿਚਾਰ ਕੀਤੀ ਹੈ, ਤਾਂ ਫਿਰ ਸਾਡੀ ਸਮਝ ਵਿੱਚ ਚੰਗਾ ਆ ਜਾਏਗਾ। ਜਦੋਂ ਅਸੀਂ ਟੌਪਿਕ ਤੋਂ ਲਾਂਭੇ ਚਲੇ ਜਾਂਦੇ ਹਾਂ
ਤੇ ਫਿਰ ਉਹ ਵਿਚਾਰ ਕੀਤੀ ਵੀ ਕਈ ਵਾਰੀ ਸਮਝ ਤੋਂ ਬਾਹਰ ਹੋ ਜਾਂਦੀ ਹੈ। ਤਾਂ ਹੁਣ ਵੀਰ ਤਰਲੋਚਨ ਸਿੰਘ ਜੀ ਅਨਮਿਊਟ ਹੋ ਗਏ ਨੇ, ਅਗਲੀ ਕਾਰਵਾਈ ਉਹ ਕਰਨਗੇ। ਮੇਰੇ ਵੱਲੋਂ ਆਪ ਨੂੰ ਫਤਿਹ ਹੈ, ਹੋਈਆਂ ਭੁੱਲਾਂ ਦੀ ਖਿਮਾ, ਗੱਜ ਕੇ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਮੇਸ਼ਾ ਦੀ ਤਰ੍ਹਾਂ ਬਹੁਤ ਬਹੁਤ ਧੰਨਵਾਦ ਗਿਆਨੀ ਜੀ ਆਪ ਜੀ ਦਾ। ਧੰਨਵਾਦ। ਅੱਜ ਦੀ ਵੀ ਸੋਚ ਹਮੇਸ਼ਾ ਦੀ ਤਰ੍ਹਾਂ ਬਹੁਤ ਵਧੀਆ। ਗੁਰੂ ਨਾਨਕ ਸਾਹਿਬ ਦੀ ਜਿਹੜੀ ਹੈਗੀ ਹੈ, ਤੇ ਤਕਰੀਬਨ 3 ਚੀਜ਼ਾਂ ਹਾਈਲਾਈਟ ਹੋਈਆਂ ਉਹਦੇ ਵਿੱਚ। ਜਿੱਦਾਂ ਉਹਨਾਂ ਨੇ ਕਿਹਾ ਕਿ ਨਾਨਕ ਫਿੱਕਾ ਬੋਲਿਆ, ਤਨ ਮਨ ਫਿੱਕਾ ਹੋਏ। ਸਾਨੂੰ ਬੋਲਣ ਤੋਂ ਪਹਿਲਾਂ ਇਹ ਦੇਖ ਲੈਣਾ ਚਾਹੀਦਾ ਕਿ ਜੋ ਕੁਝ ਵੀ ਕਹਿ ਰਹੇ ਆ ਉਹਦੇ ਨਾਲ ਆਪਣਾ ਵੀ ਤੇ ਦੂਸਰੇ ਦਾ ਵੀ ਤਨ ਤੇ ਮਨ ਫਿੱਕਾ ਹੋਣ ਵਾਸਤੇ ਗਾਹਾਂ ਜਿਹੜੀ ਡਿਟੇਲ ਤੁਸੀਂ ਸੁਣ ਹੀ ਲਈ ਹੈ, ਉਹ ਤੇ ਗਾਹਾਂ ਦੀ ਗੱਲ ਜਿਹੜੀ ਹੈ ਜ਼ਿਆਦਾ ਇੰਪੋਰਟੈਂਟ ਹੈਗੀ ਆ। ਉਹ ਹੈਗੀ ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਵਾਰੀ ਹੈ। ਜਿਹੜਾ ਜੀਵ ਪੈਦਾ ਹੋਇਆ ਉਹਨੇ ਜਾਣਾ ਹੀ ਆ, ਇਸ ਕਰਕੇ ਇਹ ਵੀ ਸਾਨੂੰ ਚੇਤਾ ਰੱਖਣਾ ਹੀ ਪੈਣਾ। ਸਾਡੇ ਸਾਹਮਣੇ ਹੀ ਸਾਡੇ ਸਾਕ ਸੰਬੰਧੀ ਧੀਆਂ ਪੁੱਤ ਕਿੱਦਾਂ ਵੀ ਹੈ, ਜਿਨ੍ਹਾਂ ਦੇ ਚੱਲ ਬੱਸੇ ਉਹਨਾਂ ਨੂੰ ਪਤਾ ਹੀ ਹੈ ਵੀ ਇਹ ਕਿੰਨਾ ਦੁਖਦਾਇਕ ਟਾਈਮ ਹੁੰਦਾ। ਪਰ ਇਹ ਜੇ ਚੇਤਾ ਰੱਖਿਆ ਹੋਵੇ ਤਾਂ ਹੋ ਸਕਦਾ ਸਾਨੂੰ ਥੋੜ੍ਹਾ ਬਹੁਤਾ ਧਰਾਸ ਮਿਲ ਜਾਵੇ। ਤੇ ਲਾਸਟ ਵਨ ਜਿਹੜੀ ਹੈਗੀ ਆ ਕਿ ਆਪਣ ਹੱਥੀ ਆਪਣਾ ਆਪੇ ਹੀ ਕਾਜ ਸਵਾਰੀਏ, ਤੇ ਉਹਦੀ ਸਾਰੇ ਦੀ ਵਿਆਖਿਆ ਆਪਾਂ ਸੁਣ ਲਈ ਗਿਆਨੀ ਜੀ ਉਹਨਾਂ ਦੇ ਕੋਲੋਂ ਡਿਟੇਲ ਦੇ ਵਿੱਚ। ਧੰਨਵਾਦ ਗਿਆਨੀ ਜੀ ਬਹੁਤ ਬਹੁਤ। ਤੇ ਨੀਰੂ ਸੂਦ ਤੇ ਜਸਮੇਰ ਸੂਰੀ, ਇਹ 2 ਨਾਮ ਮੇਰੇ ਦੇਖਣ ਦੇ ਵਿੱਚ ਅੱਜ ਆਏ ਆ, ਤੇ ਹੋ ਸਕਦਾ ਕਿ ਪਹਿਲਾਂ ਵੀ ਹੋਣਗੇ ਜਾਂ ਕਿੱਦਾਂ। ਤੇ ਇਹਨਾਂ ਨੂੰ ਵੈਲਕਮ ਹੈ ਜੀ ਇਹਨਾਂ ਨੂੰ ਵੀ। ਤੇ ਹੋਰ ਵੀ ਜੇ ਕੋਈ ਨਵੇਂ ਸਰੋਤੇ ਜੁੜੇ ਆ ਜਿਹੜਾ ਮੇਰੇ ਕੋਲ ਨਹੀਂ ਧਿਆਨ ਲੱਗਿਆ, ਉਹਨਾਂ ਨੂੰ ਵੀ ਵੈਲਕਮ ਹੈ। ਤੇ ਅੱਜ ਵੀ ਕਾਫੀ ਸੰਗਤ ਜੁੜੀ ਹੋਈ ਆ ਹਮੇਸ਼ਾ ਦੀ ਤਰ੍ਹਾਂ। ਤੇ ਜਿੱਦਾਂ ਅਸੀਂ ਹਮੇਸ਼ਾ ਕਹਿੰਦੇ ਹਾਂ ਜੀ, ਤੇ ਜਿੱਦਾਂ ਗਿਆਨੀ ਜੀ ਨੇ ਵੀ ਕਿਹਾ ਕਿ ਆਪਣੇ ਜਿਹੜੇ ਵਿਚਾਰ ਆ ਇਸ ਕਥਾ ਦੇ ਸੰਬੰਧੀ ਜੇ ਹੋਣ ਤਾਂ ਮਚ ਬੈਟਰ ਆ, ਤਾਂ ਕਿ ਸਾਨੂੰ ਪਤਾ ਲੱਗੇ ਕਿ ਅੱਜ ਜੋ ਸੁਣਿਆ ਤੇ ਉਹਦਾ ਸਾਨੂੰ ਕੀ ਪਤਾ ਲੱਗਾ। ਤੇ ਸੋ ਅਸੀਂ ਵੈਲਕਮ ਕਰਾਂਗੇ ਜੀ ਤੁਹਾਡੇ ਵਿਚਾਰ ਹੁਣ। ਤੇ ਹਮੇਸ਼ਾ ਦੀ ਤਰ੍ਹਾਂ ਜਿੱਦਾਂ ਮੈਂ ਕਹਿੰਦਾ ਹੁੰਦਾ ਕਿ ਤੁਸੀਂ ਆਪਣੇ ਵਿਚਾਰ ਦਿਓ, ਅਨਮਿਊਟ ਹੋ ਜਾਓ। ਤੇ ਸਭ ਤੋਂ ਪਹਿਲਾਂ ਅਨਮਿਊਟ ਹੋਏ ਸਾਡੇ ਭਾਈ ਸਾਹਿਬ ਮੁੰਬਈ ਵਾਲੇ ਜੀ, ਸਤਿੰਦਰ ਸਿੰਘ। ਤੇ ਮੈਂ ਤੁਹਾਨੂੰ ਕਹਿੰਦਾ ਜੀ ਤੁਸੀਂ ਆਪਣੇ ਵਿਚਾਰ ਸਭ ਤੋਂ ਪਹਿਲਾਂ ਦਿਓ, ਉਹਦੇ ਬਾਅਦ 'ਚ ਜਿਹੜੇ ਵੀ ਅਨਮਿਊਟ ਹੋਏ ਉਹਨਾਂ ਦੇ ਮੈਂ ਕੋਲ ਆਊਂਗਾ। ਹਾਂਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਜੀ ਫਤਿਹ। ਭਾਈ ਸਾਹਿਬ ਵੀਰ ਜੀ। ਭਾਈ ਸਾਹਿਬ ਜੀ, ਅੱਜ ਦੀ ਜਿਹੜੀ ਵਿਆਖਿਆ ਹੋਈ ਹੈ ਇਹਦੇ ਚ ਗੁਰੂ ਨਾਨਕ ਦੇਵ ਜੀ ਤੇ ਸਿੱਧੀ ਗੱਲ ਕਰ ਰਹੇ ਨੇ ਵੀ ਮਾਈਂਡ ਯੋਰ ਲੈਂਗੁਏਜ। ਹਾਂਜੀ, ਹੈ ਨਾ? ਹਾਂਜੀ, ਬਿਲਕੁਲ ਮਾਈਂਡ ਯੋਰ ਲੈਂਗੁਏਜ ਵਾਲੀ ਗੱਲ ਹੈਗੀ ਹੈ ਵੀ ਤੂੰ ਬੋਲ ਰਹੇ ਹੈ, ਤੂੰ ਸੋਚ ਸਮਝ ਕੇ ਬੋਲ ਤੇ ਦੇਖ ਜਿਹੜੀ ਬੋਲਣ ਸ਼ੈਲੀ ਹੈ ਉਹ ਮਿੱਠੀ ਹੋਵੇ, ਫਿੱਕੀ ਨਾ ਹੋਵੇ। ਬਿਲਕੁਲ ਬਿਲਕੁਲ। ਅੱਛਾ ਭਾਈ ਸਾਹਿਬ ਜੀ, ਇੱਕ ਇਹਦੇ ਚ ਜਿਹੜਾ ਆਇਆ ਹੈ, ਦੇਖੇ ਕੀਤਾ ਆਪਣਾ ਧਰ ਕੱਚੀ ਪੱਕੀ ਸ਼ਾਰੀਏ, ਯਾਨੀ ਕਿ ਜਿਹੜੇ ਫਿੱਕੇ ਨੇ, ਕੱਚੇ ਹੋ ਗਏ, ਫਿੱਕੇ ਹੋ ਗਏ, ਪੱਕੇ ਹੋ ਗਏ, ਮਿੱਠੇ ਹੋ ਗਏ। ਹਾਂਜੀ। ਤੇ ਉਹਨਾਂ ਨੂੰ ਸਾਰਿਆਂ ਨੂੰ ਰੱਬ ਹੀ ਸਾਂਭ ਰਿਹਾ ਹੈ, ਚਾਹੇ ਜਿੱਦਾਂ ਮਰਜ਼ੀ ਹੋਵੇ। ਹਾਂਜੀ ਹਾਂਜੀ। ਮਤਲਬ ਉਹ ਰੱਬ ਦੇ ਸਿਸਟਮ ਦੇ ਵਿੱਚ ਨੇ। ਦੇਖੋ, ਚਾਹੇ ਕੋਈ ਸੱਚਾ ਹੈ ਜਾਂ ਕੋਈ ਝੂਠਾ ਹੈ, ਤਾਂ ਉਹਨੂੰ ਲੰਗਰ ਪ੍ਰਸ਼ਾਦਾ ਜੋ ਵੀ ਮਿਲ ਰਿਹਾ ਸਿਸਟਮ ਦੇ ਵਿੱਚੋਂ ਮਿਲ ਰਿਹਾ। ਕਣਕ ਜੇ ਉਹ ਬੀਜ ਰਿਹਾ ਤਾਂ ਚਾਹੇ ਝੂਠਾ ਬੀਜ ਰਿਹਾ ਜਾਂ ਸੱਚਾ ਬੀਜ ਰਿਹਾ, ਉਹਨੇ ਜ਼ਮੀਨ ਨੇ ਉਹ ਦੇਈ ਜਾਣੀ ਹੈ, ਆਕਸੀਜਨ ਮਿਲੀ ਜਾਣੀ ਹੈ, ਧੁੱਪ ਮਿਲੀ ਜਾਣੀ ਹੈ। ਲੇਕਿਨ ਉਹ ਆਪਣੇ ਦਿਮਾਗ ਨੂੰ ਯੂਜ਼ ਕਿਵੇਂ ਕਰਦਾ ਉਹਦੇ ਮੁਤਾਬਕ ਉਹ ਚੰਗਾ ਮਾੜਾ ਹੋ ਜਾਂਦਾ ਹੈ। ਇਸ ਲਈ ਸਾਨੂੰ ਰੱਬੀ ਗੁਣਾਂ ਨੂੰ ਯਾਦ ਕਰਕੇ ਚੰਗੇ ਹੋਣਾ ਚਾਹੀਦਾ। ਬਿਲਕੁਲ ਬਿਲਕੁਲ ਬਿਲਕੁਲ। ਹਾਂਜੀ, ਥੈਂਕ ਯੂ ਵੈਰੀ ਮਚ। ਧੰਨਵਾਦ, ਸ਼ੁਕਰੀਆ ਜੀ। ਧੰਨਵਾਦ। ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਜੀ ਸਤਿੰਦਰ ਸਿੰਘ ਜੀ। ਤੇ ਹੁਣ ਆਪਣੇ ਆਪ ਤੱਕ ਹਮੇਸ਼ਾ ਦੀ ਤਰ੍ਹਾਂ ਕੋਈ ਅਨਮਿਊਟ ਨਹੀਂ ਹੁੰਦਾ। ਸਤਨਾਮ ਸਿੰਘ ਜੀ, ਮੈਂ ਤੁਹਾਡੇ ਕੋਲ ਆਉਣਾ। ਉਹਦੇ ਬਾਅਦ ਦੇ ਵਿੱਚ ਮੈਂ ਆਪਣੇ ਬੜੇ ਭਾਈ ਸਾਹਿਬ ਅਵਤਾਰ ਸਿੰਘ ਜੀ ਨੂੰ ਕਹੂੰਗਾ ਕਿ ਜੇ ਉਹਨਾਂ ਨੇ ਅੱਜ ਕੁਝ ਕਹਿਣਾ, ਬੜੇ ਅਲਰਟ ਹੋ ਕੇ ਬੈਠੇ ਆ, ਤੇ ਜੇ ਤੁਸੀਂ ਕੁਝ ਕਹਿਣਾ ਤਾਂ ਤੁਸੀਂ ਵੀ ਆਪਣੇ ਵਿਚਾਰ ਜ਼ਰੂਰ ਦੱਸਿਓ। ਮੈਂ ਤੁਹਾਨੂੰ ਹੁਣੇ ਤੁਹਾਡੇ ਕੋਲ ਆਉਣਾ ਜੀ। ਤੇ ਪਹਿਲਾਂ ਆਪਣੇ ਭਾਈ ਸਾਹਿਬ ਸਤਨਾਮ ਸਿੰਘ ਜੀ ਕੋਲ, ਉਹਨਾਂ ਕੋਲ ਆਉਣਾ। ਹਾਂ, ਸਤਨਾਮ ਸਿੰਘ ਜੀ। ਖਾਲਸਾ ਵਾਹਿਗੁਰੂ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਫਤਿਹ ਜੀ। ਨਾਨਕ ਫਿੱਕਾ ਬੋਲੀਏ, ਤਨ ਮਨ ਫਿੱਕਾ ਹੋਏ। ਵਾਹਿਗੁਰੂ। ਫਿੱਕਾ ਬੋਲਣ ਵਾਲਾ ਹਮੇਸ਼ਾ ਰੁੱਖਾ ਮਨੁੱਖ ਹੋ ਜਾਂਦਾ ਹੈ। ਮਿੱਠਾ ਬੋਲਣ ਵਾਲਾ, ਅੰਮ੍ਰਿਤ ਬਾਣੀ ਬੋਲਣ ਵਾਲਾ ਆਪਣਾ ਪ੍ਰਭਾਵ ਛੱਡ ਜਾਂਦਾ ਹੈ। ਫਿੱਕੋ ਫਿੱਕਾ ਸੱਦੀਏ, ਫਿੱਕੇ ਫਿੱਕੀ ਸੋਏ। ਰੁੱਖਾ ਬੋਲਣ ਵਾਲਾ ਮਨੁੱਖ ਲੋਕਾਂ ਵਿੱਚ ਰੁੱਖਾ ਹੋ ਕੇ ਮਸ਼ਹੂਰ ਹੁੰਦਾ ਹੈ। ਸੰਗਤਾਂ ਵੀ ਉਸਨੂੰ ਰੁੱਖਾ ਬਚਨ ਬੋਲਣ ਵਾਲਾ ਹੀ ਯਾਦ ਕਰਕੇ ਕਰਦੀਆਂ ਹਨ। ਇਹ ਮਹਾਰਾਜ ਆਪ ਨੇ ਬਹੁਤ ਵਧੀਆ ਤਰੀਕੇ ਨਾਲ ਆਪਣੇ ਵਿਆਖਿਆ ਕੀਤੀ ਹੈ।
ਮੈਂ ਗਿਆਨੀ ਜੀ ਇੱਕ ਪੁੱਛਣਾ, ਤਿੰਨਾਂ ਨੇ ਲੱਗਾ ਰੱਬ ਸੇਤੀ ਦੇਖਣੇ ਵਿਚਾਰ, ਹਾਂਜੀ ਜਿਹੜਾ ਤਿੰਨਾਂ, ਜਿਹੜਾ ਨੰਨੇ ਨੂੰ ਹਾਹਾ ਅੱਧਾ ਹਾਹਾ ਆ, ਹਾਂਜੀ। ਤੇ ਉਧਰ ਦੇਖਣੇ ਨੂੰ ਨੰਨਾ ਅੱਧਾ ਹਾਹਾ, ਇਹਦਾ ਥੋੜਾ ਜਿਹਾ ਕੁਛ ਥੋੜੀ ਜਿਹੀ ਵਿਆਖਿਆ ਜ਼ਰੀ ਕਰੋ ਜੀ। ਇਹਦੇ ਨਾਲ ਤਿੰਨਾਂ ਬੋਲਣਾ, ਇੱਕ ਤੇ ਹੋ ਜਾਏਗਾ ਤਿੰਨਾਂ, ਤਿੰਨਾਂ ਦਾ ਮਤਲਬ ਹੋ ਜਾਏਗਾ ਤਿੰਨ, ਪਰ ਇੱਥੇ ਥੋੜਾ ਜਿਹਾ ਹਾਹਾ ਬੋਲਣਾ ਤਿੰਨਾਂ, ਤਿੰਨਾਂ, ਤਿੰਨਾਂ ਦਾ ਮਤਲਬ ਉਹਨਾਂ ਦਾ, ਉਹਨਾਂ ਦੇ ਵਿਚਾਰ ਦੇ ਅੰਦਰ ਜੋ ਪਿਆਰ ਹੈ ਉਹ ਰੱਬ ਦੇ ਦਰਸ਼ਨ ਕਰਨ ਦਾ, ਮਤਲਬ ਕਿ ਹਰ ਬੰਦੇ ਵਿੱਚ ਮੈਂ ਰੱਬ ਨੂੰ ਵੇਖਾਂ, ਹਰ ਇੱਕ ਦੇ ਨਾਲ ਮੈਂ ਰੱਬ ਵਰਗਾ ਪਿਆਰ ਸਤਿਕਾਰ ਕਰਾਂ, ਉਹਨਾਂ ਦੇ ਵਿਚਾਰ ਦੇ ਅੰਦਰ ਇਹ ਚੀਜ਼ਾਂ ਹੁੰਦੀਆਂ ਨੇ। ਠੀਕ ਹੈ, ਥੈਂਕ ਯੂ ਜੀ। ਧੰਨਵਾਦ ਜੀ ਸਤਨਾਮ ਸਿੰਘ ਜੀ। ਤੇ ਮੈਂ ਹੁਣ ਅਵਤਾਰ ਸਿੰਘ ਜੀ ਕੋਲ ਆਉਣਾ, ਉਹਦੇ ਬਾਅਦ ਚ ਮੈਂ ਨਿਰਮਲ ਸਿੰਘ ਜੀ ਨੂੰ ਕਹੂੰਗਾ ਕਿ ਤੁਸੀਂ ਵੀ ਨਾਲੇ ਆਪਣਾ ਦਰਸ਼ਨ ਕਰਾ ਦਿਓ, ਨਾਲ ਪਿੱਛੇ ਹੋ ਕੇ ਥੋੜਾ ਜਿਹਾ ਆਪਣੀ ਜਿਹੜੀ ਵੀ ਗੱਲਬਾਤ ਕਰਨੀ ਤੁਸੀਂ ਆ ਕੇ ਕਰ ਲਿਓ। ਹਾਂਜੀ ਅਵਤਾਰ ਸਿੰਘ ਜੀ। ਸਤਿ ਸ੍ਰੀ ਅਕਾਲ ਜੀ ਗਿਆਨੀ ਜੀ। ਸਤਿ ਸ੍ਰੀ ਅਕਾਲ ਵੀਰ ਜੀ। ਮੈਂ ਇੱਕੋ ਗੱਲ ਕਹਿਣੀ ਆ ਜੀ, ਬਈ ਜਦੋਂ ਇੱਥੇ ਇਸ ਮੁਲਕ 'ਚ ਅਸੀਂ ਆਏ ਹਾਂ, ਸਾਨੂੰ ਤਕਰੀਬਨ 58-59 ਸਾਲ ਹੋ ਗਏ ਆ। ਹਾਂਜੀ। ਬੜੀ ਸ਼ਰਧਾ ਸੀ ਉਦੋਂ, ਅਸੀਂ ਸਾਨੂੰ ਬੜੀ ਗਰੇਵਜ਼ੈਂਡ ਗੁਰਦੁਆਰਾ ਹੁੰਦਾ ਸੀ ਉਦੋਂ, ਅਸੀਂ ਘਰ ਦੇ ਵਿੱਚ ਉੱਥੇ ਜਾਈਦਾ ਸੀ। ਹਾਂਜੀ ਹਾਂਜੀ। ਉਹਦੇ ਬਾਅਦ ਜਿੰਨੇ ਵੀ ਬਾਅਦ 'ਚ ਅਸੀਂ ਆਏ ਆ, ਸਾਰਿਆਂ ਨੇ ਰਲ ਮਿਲ ਕੇ ਥਾਂ ਥਾਂ ਗੁਰਦੁਆਰੇ ਬਣਾਏ ਆ, ਔਰ ਅਸੀਂ ਕੇਸ ਕਟਾਉਣ ਦੇ ਵਿੱਚ ਬੜੇ ਜਾਣੀ ਆਪਣੇ ਆਪ ਨੂੰ ਡਾਊਨ ਲੈ ਗਏ ਆ। ਪਰ ਸਾਡੇ ਵਿੱਚੋਂ ਹੀ ਜਿਹੜੇ ਆ ਹੁਣ ਥੋੜੇ ਜਾਣੇ ਅੰਮ੍ਰਿਤ ਛਕ ਲਿਆ ਨਾ, ਉਹਨਾਂ ਚੋਂ ਥੋੜੇ ਜਿਹੇ ਆ ਜਿਨ੍ਹਾਂ ਤੋਂ ਸਾਨੂੰ ਅਲਰਜੀ ਬਹੁਤ ਮਿਲਦੀ ਆ। ਉਹਨਾਂ ਨੂੰ ਅਲਰਜੀ ਬਹੁਤ ਹੋ ਗਈ, ਉਹਨੇ ਅੰਮ੍ਰਿਤ ਕਾਹਦਾ ਛਕ ਲਿਆ, ਉਹਨਾਂ ਨੂੰ ਅਲਰਜੀ, ਉਹਨਾਂ ਨੂੰ ਚੇਤਾ ਭੁੱਲ ਗਿਆ ਉਸ ਟਾਈਮ ਦਾ ਜਦੋਂ ਅਸੀਂ ਸਾਰੇ ਇਕੱਠੇ ਕੰਮ ਕਰਦੇ ਸੀ। ਠੀਕ ਆ, ਹੁਣ ਉਹੋ ਹੀ ਸਾਨੂੰ ਜਾਣੀ, ਜੇ ਤਾਂ ਅਸੀਂ ਪੈਸੇ ਚੜਾਈਏ ਫੇਰ ਤਾਂ ਕੋਈ ਅਲਰਜੀ ਨਹੀਂ, ਜੇ ਉਦਾਂ ਕੋਈ ਕੰਮ ਆ ਤਾਂ ਫੇਰ ਉਹਨਾਂ ਨੂੰ ਅਲਰਜੀ ਬਹੁਤ ਆ। ਸਾਨੂੰ ਹਰ ਵੇਲੇ ਟੂ ਦਾ ਪੁਆਇੰਟ ਇਹ ਕਹਿਣਗੇ ਵੀ ਲੈ ਜੀ ਤੁਸੀਂ ਕਿਹੜੇ, ਤੁਸੀਂ ਸਿੱਖੇ ਹੀ ਨਹੀਂ ਹੈਗੇ। ਨਹੀਂ ਇਸ ਤਰ੍ਹਾਂ ਨਹੀਂ ਵੀਰ ਜੀ, ਅਸਲ ਦੇ ਵਿੱਚ ਨਾ ਚਾਹੀਦਾ ਵੀ ਦੇਖੋ, ਜਿਨ੍ਹਾਂ ਨੇ ਅੰਮ੍ਰਿਤ ਪਾਨ ਕੀਤਾ ਹੈ ਨਾ, ਉਹਨਾਂ ਦੇ ਮਨ ਦੇ ਵਿੱਚ ਹੋਰ ਜ਼ਿਆਦਾ ਪਿਆਰ ਹੋਣਾ ਚਾਹੀਦਾ ਹੈ, ਕਿਉਂਕਿ ਉਹ ਉਹਨਾਂ ਦੇ ਮਨ ਦੇ ਵਿੱਚ, ਹਾਂਜੀ ਉਹੀ ਮੈਂ ਕਹਿ ਰਿਹਾ ਕਿ ਸਾਡਾ ਫਰਜ਼ ਬਣਦਾ ਹੈ ਕਿ ਅਸੀਂ, ਜੇ ਤੁਸੀਂ ਸਾਡੇ ਨਾਲ ਈਰਖਾ ਵੀ ਕਰੋ ਤਾਂ ਸਾਡਾ ਫਰਜ਼ ਬਣਦਾ ਹੈ ਅਸੀਂ ਤੁਹਾਡੇ ਨਾਲ ਪਿਆਰ ਕਰੀਏ, ਕਿਉਂਕਿ ਅੰਮ੍ਰਿਤਧਾਰੀ ਦਾ ਫਰਜ਼ ਬਣਦਾ ਵੀ ਦੂਜੇ ਦੇ ਨਾਲ ਨਫ਼ਰਤ ਨਾ ਕਰੇ, ਪਿਆਰ ਕਰੇ। ਉਹਨਾਂ ਦੀ ਗਲਤੀ, ਜੇ ਕੋਈ ਇਸ ਤਰ੍ਹਾਂ ਕਰਦਾ ਤਾਂ ਗਲਤੀ ਹੈ। ਉਹ ਥੋੜੇ ਜਿਹੇ ਆ ਗਿਆਨੀ ਜੀ, ਥੋੜੇ ਜਿਹੇ, ਜ਼ਿਆਦੇ ਨਹੀਂ। ਉਹ ਦਾਲ ਦੇ ਵਿੱਚ ਕੋੜ ਕੂ ਹੁੰਦੇ ਹੀ ਨੇ ਥੋੜੇ ਬਹੁਤ। ਨਹੀਂ ਉਹਨਾਂ ਨੂੰ ਗਿਆਨੀ ਜੀ ਸੋਚਣਾ ਚਾਹੀਦਾ ਵੀ ਅਸੀਂ ਇਸੇ ਥਾਂ ਚੋਂ ਗਏ, ਸਾਡੇ ਨਾਲੋਂ ਗਏ ਉਹ। ਨਹੀਂ ਸੋਚਣਾ ਚਾਹੀਦਾ, ਸੋਚਣਾ ਹਰ ਇੱਕ ਨੂੰ ਪਿਆਰ। ਅਸੀਂ ਤਾਂ ਤੁਹਾਨੂੰ ਚੰਗੇ ਕਹਿੰਦੇ ਆ, ਤੁਸੀਂ ਸਾਨੂੰ ਹਲੇ ਵੀ ਬੁਰੇ ਕਹੀ ਜਾਂਦੇ ਆ, ਪਰ ਅਸੀਂ ਨਾਲ ਸੀਗੇ ਤੁਹਾਡੇ ਉਸ ਟਾਈਮ ਤੇ, ਤੁਹਾਨੂੰ ਉਹ ਚੇਤਾ, ਟਾਈਮ ਦਾ ਚੇਤਾ ਭੁਲਾਤਾ ਤੁਸੀਂ। ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਚਾਹੀਦਾ, ਨਾਲ ਲੈ ਕੇ ਚੱਲਣਾ ਚਾਹੀਦਾ, ਔਰ ਸਾਰਿਆਂ ਨਾਲ ਪਿਆਰ ਕਰਨਾ ਚਾਹੀਦਾ, ਨਫ਼ਰਤ ਨਹੀਂ, ਹੈ ਨਾ। ਨਫ਼ਰਤ ਗੁਰੂ ਦੀ ਬਾਣੀ ਸਾਨੂੰ ਸਿਖਾਉਂਦੀ ਨਹੀਂ ਹੈ। ਬਿਲਕੁਲ। ਸਾਰਿਆਂ ਜੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ, ਥੈਂਕ ਯੂ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਤੇ ਨਿਰਮਲ ਸਿੰਘ ਜੀ, ਤੁਸੀਂ ਅਨਮਿਊਟ ਨਹੀਂ ਹੋਏ, ਮੈਂ ਕਰ ਨਹੀਂ ਸਕਦਾ ਇੱਧਰੋਂ। ਜੇ ਤੁਸੀਂ ਸੁਣਦੇ ਮੇਰੀ ਆਵਾਜ਼ ਤਾਂ ਪ੍ਰਧਾਨ ਜੀ ਤੁਸੀਂ ਆਪਣੇ ਵਿੱਚ, ਹਾਂ ਤੁਸੀਂ ਆਪਣੇ ਅਨਮਿਊਟ ਕਰ ਲਓ, ਪਹਿਲਾਂ ਉਂਗਲੀ ਇੱਥੇ ਮਾਰੋ। ਜਦੋਂ ਤਾਈਂ ਤੁਹਾਡੇ ਕੋਲ ਆਉਣੇ ਆ ਜੀ, ਮੈਂ ਨਰਿੰਦਰ ਜੱਸਲ ਦੇ ਕੋਲ ਜਾਊਂਗਾ, ਜੇ ਉਹ ਅਨਮਿਊਟ ਹੋ ਪ੍ਰਧਾਨ ਜੀ ਤੁਸੀਂ ਨਾ, ਪ੍ਰਧਾਨ ਜੀ ਅਨਮਿਊਟ ਕਰਕੇ ਫਿਰ ਬੋਲੋ, ਤੁਹਾਡੇ ਨਾ ਆਵਾਜ਼ ਨਹੀਂ ਆ ਰਹੀ, ਅਨਮਿਊਟ ਕਰ ਲਓ। ਨਹੀਂ ਆ ਨਹੀਂ ਰਹੀ ਤੁਹਾਡੀ ਆਵਾਜ਼ ਨਾ, ਅਨਮਿਊਟ ਨਹੀਂ ਹੋਈ ਤੁਸੀਂ ਹਲੇ। ਕਈ ਵਾਰੀ ਮੈਨੂੰ ਪਤਾ ਨਹੀਂ ਜੀ ਕਿੱਦਾਂ ਇਹ ਚੱਲਦਾ ਇੱਥੇ, ਮੈਂ ਆਪਣੇ ਵੱਲੋਂ ਤਾਂ ਬਹੁਤ ਕੋਸ਼ਿਸ਼ ਕਰਦਾ ਕਿ ਇਹ ਅਨਮਿਊਟ ਹੋ ਜਾਣ, ਪਰ ਨਹੀਂ ਆ ਨਹੀਂ ਰਹੀ, ਹੋ ਨਹੀਂ ਪਾਏ ਪ੍ਰਧਾਨ ਜੀ, ਆਵਾਜ਼ ਆ ਨਹੀਂ ਰਹੀ ਤੁਹਾਡੀ, ਅਨਮਿਊਟ ਨਹੀਂ ਹੋ ਸਕੀ। ਚਲੋ ਇਹ ਟਰਾਈ ਕਰੀ ਜਾਣ ਜਦ ਤਾਈਂ। ਮੈਂ ਆਪਣੇ ਨਰਿੰਦਰ ਸਿੰਘ ਜੀ, ਆਪਣੇ ਸੌਰੀ ਨਾਗਪੁਰ ਵਾਲੇ ਭਾਈ ਸਾਹਿਬ, ਜੀ ਕਰਮਜੀਤ ਸਿੰਘ। ਕਰਮਜੀਤ ਸਿੰਘ, ਹਾਂਜੀ, ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਫਤਿਹ ਜੀ। ਐਜ਼ ਯੂਜ਼ੁਅਲ ਭਾਈ ਸਾਹਿਬ, ਆਪ ਜੀ ਬਹੁਤ ਸੁਚੱਜੇ ਤਰੀਕੇ ਨਾਲ ਤੇ ਦਿਲ ਵਿੱਚ ਇੱਕਦਮ ਵਸਣ ਵਾਲੀ ਜਿਹੜਾ ਵੇ ਆਫ ਟੈਲਿੰਗ ਹੈ ਦੱਸਦੇ ਹੋ, ਬਹੁਤ ਆਨੰਦ ਆਉਂਦਾ ਹੈ ਸੁਣ ਕੇ। ਤੇ ਫੀਲਿੰਗ ਹੋਈ ਕਿ ਅਸੀਂ ਸਿੱਧਾ ਸਿੰਪਲੀ ਪੜ੍ਹਦੇ ਨਾ ਜਾਈਏ, ਬਾਣੀ ਸਮਝੀਏ, ਆਪਣਾ ਡਿਸਕ੍ਰਿਪਸ਼ਨ ਯੂਜ਼ ਕਰੀਏ ਤੇ ਪ੍ਰੋਨਾਂਸੀਏਸ਼ਨ ਉਸ ਹਿਸਾਬ ਨਾਲ ਕਰੀਏ, ਤੇ ਆਟੋਮੈਟਿਕਲੀ ਹੋਰ ਜ਼ਿਆਦਾ ਇੰਪੈਕਟ ਉਹਦਾ ਸਾਨੂੰ ਮਿਲਦਾ ਹੈ। ਤੇ ਆਪ ਜੀ ਦੇ ਇਹਨਾਂ ਗੱਲਾਂ ਤੋਂ ਬਹੁਤ ਅੱਛੀ ਇਹ ਗੱਲ ਸਿੱਖਣ ਨੂੰ ਮਿਲ ਰਹੀ ਹੈ ਭਾਈ ਸਾਹਿਬ। ਆਈ ਹੋਪ ਇਸ ਤਰੀਕੇ ਦੇ ਨਾਲ ਸਾਰੇ ਲੋਕ ਇਹ ਲਾਭ ਜ਼ਰੂਰ ਲੈ ਲੈਣਗੇ।
ਭਾਈ ਸਾਹਿਬ ਇੱਕ ਅੱਜ ਦੀ ਵਿਆਖਿਆ 'ਚ ਨਹੀਂ ਹੈਗਾ, ਪਰ ਇੱਕ ਅਲੱਗ ਥੋੜਾ ਜਿਹਾ ਹੈਗਾ ਮੇਰਾ, ਜੇ ਅਗਰ 1 ਮਿੰਟ ਹੋਏ ਤੇ ਮੈਂ ਉਹਦੇ ਬਾਰੇ ਪੁੱਛਣਾ। ਹਾਂਜੀ। ਆਪਾਂ ਜਪਜੀ ਸਾਹਿਬ ਵਿੱਚ ਜਿਵੇਂ ਪੜ੍ਹਦੇ ਆ ਨਾ, ਆਦ ਸੱਚ ਜੁਗਾਦ ਸੱਚ ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ, ਪਿਆਰੀ ਲੱਗੀ ਹੈ। ਤੇ ਸੁਖਮਨੀ ਸਾਹਿਬ ਵਿੱਚ ਆਉਂਦਾ ਹੈ ਆਦ ਸੱਚ ਜੁਗਾਦ ਸੱਚ ਹੈ ਭੇ ਸੱਚ ਹੋਸੀ ਵੀ ਸੱਚ। ਇੱਥੇ ਸਿਆਰੀ ਤੇ ਉੱਥੇ ਬਿਆਰੀ ਤੇ ਅਰਥ ਅਲੱਗ ਹੈਗੇ ਜਾਂ ਕੀ ਕਾਰਨ ਹੈ ਇੱਥੇ ਲੱਗੀ ਹੈ ਸਿਆਰੀ? ਅਰਥ ਬਿਲਕੁਲ ਸੇਮ ਨੇ। ਹਾਂਜੀ। ਸਿਰਫ ਇੰਨਾ ਹੈ ਕਿ ਜਿਹੜਾ ਜਪਜੀ ਸਾਹਿਬ ਜੀ ਦੇ ਵਿੱਚ ਸ਼ਲੋਕ ਉਚਾਰਨ ਕੀਤਾ ਹੈ ਉਹ ਗੁਰੂ ਨਾਨਕ ਸਾਹਿਬ ਜੀ ਦਾ ਕੀਤਾ ਹੋਇਆ ਹੈ। ਹਾਂਜੀ। ਔਰ ਜੋ ਸੁਖਮਨੀ ਸਾਹਿਬ ਵਿੱਚ ਕੀਤਾ ਉਹ ਗੁਰੂ ਅਰਜਨ ਦੇਵ ਜੀ ਦਾ ਕੀਤਾ ਹੋਇਆ ਹੈ। ਉੱਥੇ ਸਿਰਫ ਸਿਆਰੀ ਦਾ ਫਰਕ ਹੈਗਾ, ਅਰਥ ਸੇਮ ਨੇ। ਪੜਨ ਲੱਗਿਆ ਭੇ ਪੜਨਾ ਜਿਵੇਂ ਤੁਸੀਂ ਪੜਿਆ, ਅਰਥ ਸੇਮ ਨੇ। ਹਾਂਜੀ ਹਾਂਜੀ, ਧੰਨਵਾਦ 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 ਜੀ। ਮੈਂ ਇੱਕ ਬੇਨਤੀ ਹੋਰ ਕਰਦਾ ਜੀ ਆਪਣੇ ਸਾਰੇ ਸਰੋਤਿਆਂ ਨੂੰ, ਕਿਉਂਕਿ ਜਦੋਂ ਆਸਾ ਕੀ ਵਾਰ ਦੀ ਸਾਰੀ ਜਿਹੜੀ ਕਥਾ ਉਹ ਫਿਨਿਸ਼ ਹੋ ਜਾਣੀ 2-4 ਦਿਨਾਂ ਦੇ ਵਿੱਚ ਤੇ ਅਸੀਂ ਚਾਹੁੰਦੇ ਹਾਂ ਕਿ ਇਹ ਤੇ ਅਗਲਾ ਜਿਹੜਾ ਅਸੀਂ ਕੰਮ ਸ਼ੁਰੂ ਕਰਨਾ ਹੈਗਾ ਉਹਦੇ ਵਿੱਚ ਸਾਨੂੰ ਜੇ ਤੁਸੀਂ ਸੁਝਾਅ ਦੇਣਾ ਚਾਹੋਗੇ ਤਾਂ ਤੁਸੀਂ ਦੇ ਸਕਦੇ ਹੋ ਕਿ ਅਸੀਂ ਅਗਲਾ ਪ੍ਰੋਗਰਾਮ ਕਿੱਦਾਂ ਕਰੀਏ। ਤੇ ਵੈਸੇ ਸ਼ੁਰੂ ਤਾਂ ਇਹ ਗੱਲ ਹੋਈ ਸੀ ਕਿ ਜਪਜੀ ਸਾਹਿਬ ਦੀ ਜਿਹੜੀ ਵਿਆਖਿਆ ਆ ਉਹ ਕੀਤੀ ਜਾਵੇ ਮੁੱਢ ਤੋਂ ਲੈ ਕੇ ਤੇ ਉਹਦੇ ਵਿੱਚ ਗਿਆਨੀ ਜੀ ਪੂਰੀ ਤਰ੍ਹਾਂ ਜਿਹੜੀਆਂ ਲਗਾ ਮਾਤਰਾ ਵੀ ਉਹ ਵੀ ਸਾਨੂੰ ਦੱਸਣਗੇ ਪ੍ਰੋਪਰਲੀ। ਜੇ ਕਿਸੇ ਹੋਰ ਦੀ ਕੋਈ ਸੁਝਾਅ ਹੋਣਗੇ ਨਾ ਉਹ ਵੀ ਤੁਸੀਂ ਦੱਸ ਦਿਓ ਕਿ ਆਪਾਂ ਬੈਲੈਂਸ ਕਰਕੇ ਦੇਖ ਲਵਾਂਗੇ। ਤੇ ਫਿਰ ਜਦੋਂ ਵੀ ਇਹ ਸ਼ੁਰੂ ਕਰਨਾ ਹੋਇਆ ਤਾਂ ਜਿਹੜੀ ਵੀ ਆਪਾਂ ਸਿਲੈਕਟ ਕਰਾਂਗੇ ਤੇ ਉਹ ਫਿਰ ਸ਼ੁਰੂ ਕਰ ਦਿਆਂਗੇ। ਕਿਸੇ ਨੇ ਆਪਣੇ ਸੁਝਾਅ ਦੇਣੇ ਹੋਣ ਤਾਂ ਉਹ ਜ਼ਰੂਰ ਕਰ ਸਕਦੇ ਜੀ। ਅਗਲੇ 1-2 ਦਿਨਾਂ ਦੇ ਵਿੱਚ ਅੱਜ ਵੀ ਤੁਸੀਂ ਦੱਸ ਸਕਦੇ ਆ ਤੇ ਅਗਲੇ 1-2 ਦਿਨਾਂ ਦੇ ਵਿੱਚ ਤੁਸੀਂ ਆਪਣੇ ਸੁਝਾਅ ਦੱਸਿਓ। ਕੁਲਦੀਪ ਕੌਰ ਭੈਣ ਜੀ ਤੁਸੀਂ ਅਨਮਿਊਟ ਆ ਤੁਸੀਂ, ਤੇ ਉਹਦੇ ਬਾਅਦ ਮੈਂ ਦਵਿੰਦਰ ਸਿੰਘ ਤੁਸੀਂ ਵੀ ਅਨਮਿਊਟ ਕਰ ਲਿਓ, ਆਪੇ ਹੀ ਗੱਲ ਕਰਨੀ। ਹਾਂਜੀ ਕੁਲਦੀਪ ਕੌਰ ਵੀਰ ਜੀ, ਇਹ ਸੁਝਾਅ ਬਿਲਕੁਲ ਠੀਕ ਹੈ। ਆਪਾਂ ਪਹਿਲਾਂ ਜਪਜੀ ਸਾਹਿਬ ਦੀ ਕਰੀਏ, ਉਹ ਸਮਝ ਆ ਗਿਆ ਤੇ ਬਹੁਤ ਕੁਝ ਸਾਨੂੰ ਸਮਝ ਆ ਜਾਏਗਾ। ਦੂਸਰਾ, ਜਸਮੇਰ ਸੂਰੀ ਜੀ ਮੇਰੇ ਦੋਸਤ ਨੇ, ਫਰੈਂਡਸ ਨੇ, ਆਏ ਨੇ, ਦੱਸਿਆ ਕਿ ਅੱਜ ਆਏ ਨੇ। ਥੈਂਕ ਯੂ। ਓਕੇ, ਥੈਂਕ ਯੂ ਜੀ। ਥੈਂਕ ਯੂ ਗਿਆਨੀ। ਹਾਂਜੀ ਥੈਂਕ ਯੂ, ਤੁਹਾਡਾ ਵੀ ਬਹੁਤ ਬਹੁਤ ਥੈਂਕ ਯੂ। ਦਵਿੰਦਰ ਸਿੰਘ ਤੁਸੀਂ ਕੁਝ ਤਾਂ ਨਹੀਂ ਕਹਿਣਾ ਤੇ ਨਹੀਂ? ਅੱਛਾ ਠੀਕ ਹੈ ਜੀ। ਨਿਰਮਲ ਸਿੰਘ ਦਾ ਪਤਾ ਨਹੀਂ ਅੱਜ ਕੀ ਗੱਲ ਹੈ ਜੀ, ਸਿਸਟਮ ਕੁਛ ਅਪ ਐਂਡ ਡਾਊਨ ਹੀ ਆ। ਮੈਂ ਸਾਰਿਆਂ ਨੂੰ ਜਿੱਦਾਂ ਨੂੰ ਅਨਮਿਊਟ ਕਰਨ ਦੀ ਕੋਸ਼ਿਸ਼ ਕਰਦਾ ਉਹ ਹੋ ਨਹੀਂ ਰਿਹਾ, ਪਤਾ ਨਹੀਂ ਮੇਰੇ ਵਾਲੀ ਸਾਈਡ ਆ ਜਾਂ ਫਿਰ ਨਾ ਵੀਰ ਜੀ ਨਰਿੰਦਰ ਸਿੰਘ ਜੱਸਲ। ਹਾਂ ਮੈਂ ਉਹਨਾਂ ਦੇ ਕੋਲ ਹੁਣੇ ਆਉਂਦਾ ਹਾਂ। ਨਿਰਮਲ ਸਿੰਘ ਜੀ ਤੁਹਾਡੀ ਆਵਾਜ਼ ਇੱਧਰ ਨਹੀਂ ਆ ਰਹੀ ਕਿਉਂਕਿ ਤੁਹਾਡੀ ਜਿਹੜੀ ਅਨਮਿਊਟ ਨਹੀਂ ਹੋਇਆ, ਇਸ ਕਰਕੇ ਮੁਸ਼ਕਲ ਪੈ ਰਹੀ ਹੈ। ਜੇ ਤੁਸੀਂ ਆਪਣੇ ਫੋਨ ਦੇ ਵਿੱਚੋਂ ਉਂਗਲੀ, ਚਲੋ ਠੀਕ ਹੈ। ਨਰਿੰਦਰ ਸਿੰਘ ਜੱਸਲ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਮੈਂ ਸਿਰਫ ਇਹੀ ਕਹਿਣਾ ਜੀ ਵੀ ਬਹੁਤ ਹੀ ਜਿਵੇਂ ਆਮ ਰੋਜ਼ ਦੀ ਤਰ੍ਹਾਂ ਤੁਹਾਡਾ ਅੱਜ ਦਾ ਲੈਕਚਰ ਵੀ ਬਹੁਤ ਹੀ ਸੁਚੱਜੇ ਢੰਗ ਨਾਲ ਤੇ ਸਪਸ਼ਟ ਸ਼ਬਦਾਂ ਨਾਲ ਤੁਸੀਂ ਸਮਝਾਇਆ ਸਾਨੂੰ, ਤੇ ਕੁਝ ਵੀ ਕਹਿਣ ਦੀ ਲੋੜ ਨਹੀਂ ਹੈਗੀ ਇਹਦੇ ਬਾਰੇ। ਤੇ ਬਹੁਤ ਬਹੁਤ ਧੰਨਵਾਦ। ਪਲੀਜ਼ ਕੰਟੀਨਿਊ। ਥੈਂਕ ਯੂ। ਧੰਨਵਾਦ। ਠੀਕ ਹੈ ਜੀ, ਠੀਕ ਹੈ, ਥੈਂਕ ਯੂ ਜੀ। ਦਸਤੂਰ ਸਾਹਿਬ ਤੁਸੀਂ ਅਨਮਿਊਟ ਹੋ ਗਏ ਆ, ਤੁਸੀਂ ਜੋ ਕੁਝ ਕਹਿਣਾ ਤੁਸੀਂ ਦੱਸੋ। ਹਾਂਜੀ ਯਾਨੀ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ ਜੀ। ਬਸ ਕੁਛ ਨਹੀਂ ਕਹਿਣ ਨੂੰ, ਜੇ ਇੰਨੇ ਸਾਨੂੰ ਪਚ ਜਾਵੇ ਤਾਂ ਇਹੀ ਬਹੁਤ ਜ਼ਿਆਦਾ ਆ। ਪਰ ਇੱਕ ਤੁਸੀਂ ਇੱਕ ਲਾਸਟ ਲੈਸਨ ਵਿੱਚ ਪੁੱਤਰ ਦੀ ਵਿਆਖਿਆ ਐਬਰੀਵੇਸ਼ਨ ਨਾਲ ਕੀਤੀ ਸੀਗੀ। ਪੱਪੇ ਨੂੰ ਔਂਕੜ ਤਰ ਤਾਂ ਸਮਝ ਆ ਗਈ ਹੈ ਵੀ ਉਹ ਬੰਦਾ ਤਰ ਸਕਦਾ ਹੈ। ਉਹਦੀ ਪੱਪੇ ਦੀ ਮੈਨੂੰ ਜਿਹੜਾ ਭੁੱਲ ਗਿਆ, ਜੇ ਤੁਸੀਂ ਮਾਈਂਡ ਨਾ ਕਰੋ ਪਲੀਜ਼ ਉਹ ਰਿਪੀਟ ਕਰ ਦੋਗੇ। ਥੈਂਕ ਯੂ ਵੈਰੀ ਮਚ। ਹਾਂਜੀ, ਉੱਥੇ ਨਾ ਪੂ ਦਾ ਮਤਲਬ ਹੈਗਾ ਨਰਕ। ਠੀਕ ਹੈ ਜੀ, ਧੰਨਵਾਦ। ਤੇ ਉਹ ਜਿਹੜੇ ਨਾ ਕੁਝ ਪੁਜਾਰੀ ਲੋਕ ਇਹ ਮੰਨਦੇ ਨੇ ਕਿ ਜਿਹੜਾ ਨਰਕ ਤੋਂ ਤਰਨ ਵਾਸਤੇ ਪੁੱਤਰ ਦੀ ਜਿਹੜੀ ਜ਼ਰੂਰਤ ਹੈਗੀ ਹੈ। ਗੁਰਬਾਣੀ ਇਸ ਚੀਜ਼ ਨੂੰ ਨਹੀਂ ਮੰਨਦੀ। ਧੰਨਵਾਦ। ਓਕੇ ਜੀ, ਧੰਨਵਾਦ ਜੀ। ਹੋਰ ਸਾਡੇ ਨਾਲ ਇਸ ਵੇਲੇ ਕੋਈ ਅਨਮਿਊਟ ਨਹੀਂ ਹੋਇਆ, ਇਸ ਕਰਕੇ ਅਸੀਂ ਹਾਂਜੀ ਤੁਸੀਂ ਭਾਈ ਸਾਹਿਬ ਤੁਸੀਂ ਹੱਸੀ ਜਾਂਦੇ, ਆ ਜਾਓ ਤੁਸੀਂ। ਠੀਕ ਹੈ, ਰਨੇਕ ਸਿੰਘ ਜੀ ਸਾਡੇ ਮੈਂ ਕਿਹਾ ਕੋਈ ਹੋਰ ਤਾਂ ਮਿਊਟ ਹੁੰਦਾ ਨਹੀਂ, ਮੈਂ ਹੀ ਚੱਲ ਕੋਈ ਮਿਊਟ ਨਹੀਂ ਜੀ ਭਾਈ ਸਾਹਿਬ, ਅਨਮਿਊਟ ਹੀ ਰਹੋ। ਕੋਈ ਖੁਸ਼ੀ ਦੀ ਕੋਸ਼ਿਸ਼ ਕਰ ਦਿੰਦੇ ਆਪਣੇ ਗਿਆਨੀ ਹੁਣੀ ਸਾਰੇ ਅੱਜ ਲੱਗਦੇ ਜਿਹੜੇ ਅਨਮਿਊਟ ਨਹੀਂ ਹੋ ਰਹੇ, ਬੋਰ ਹੋਏ ਲੱਗਦੇ ਆ। ਨਹੀਂ ਬੋਰ ਨਹੀਂ ਹੋਇਆ, ਉਹ ਅੱਜ ਪਤਾ ਨਹੀਂ ਕੋਈ ਟੈਕਨੀਕਲ ਪ੍ਰੋਬਲਮ ਆ ਵੀਰਾ ਜੀ। ਅੱਛਾ ਚਲੋ ਗਿਆਨੀ ਜੀ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ।
ਬਹੁਤ ਵਧੀਆ ਤਰੀਕੇ ਨਾਲ ਤੁਸੀਂ ਰੋਜ਼ ਦੀ ਤਰ੍ਹਾਂ ਵਿਆਖਿਆ ਕੀਤੀ ਆ, ਬਹੁਤ ਸੋਹਣੇ ਉਦਾਹਰਨ ਦੇ ਕੇ ਸਾਨੂੰ ਸਮਝਾਇਆ। ਜਿਹੜਾ ਫਿੱਕਾ ਬੋਲਣਾ ਉਹਦੇ ਬਾਰੇ ਕਿੰਨੇ ਬਹੁਤ ਸੱਜੇ ਢੰਗ ਨਾਲ ਤੁਸੀਂ ਦੱਸਿਆ ਕਿ ਜੇ ਤੁਸੀਂ ਗਲਤ ਬੋਲਦੇ ਆ ਕਿਸੇ ਨਾਲ ਤੇ ਉਹ ਤੁਹਾਨੂੰ ਮੂੰਹ ਤੇ ਕੁਝ ਨਹੀਂ ਕਹਿੰਦਾ, ਉਹ ਪਿੱਠ ਪਿੱਛੇ ਕਹਿੰਦਾ ਇਹਦਾ ਬੇਵਕੂਫ ਹੈ, ਤੋਂ ਦੂਰ ਰਹੋ। ਤੁਹਾਡੇ ਜਿਹੜੇ ਰਿਸ਼ਤੇਦਾਰ ਆ ਉਹ ਵੀ ਤੁਹਾਡੇ ਤੋਂ ਦੂਰ ਦੌੜਦੇ ਆ। ਬਹੁਤ ਵਧੀਆ ਤਰੀਕੇ ਨਾਲ। ਇੱਕ ਮੇਰਾ ਪੁਆਇੰਟ ਸੀਗਾ, ਤੁਸੀਂ ਕੁਛ ਜੁਰਮ ਬਾਰੇ ਕਿਹਾ ਸੀ ਜਿਹੜੇ ਕੈਦੀ ਹੈਗੇ ਆ, ਥੋੜਾ ਮਿਸ, ਪਰ ਮੈਂ ਉਹਦਾ ਮੇਰਾ ਆਪਣਾ ਹੀ ਪੁਆਇੰਟ ਰੱਖਣ ਲੱਗਾ। ਜਿਹੜੇ ਕਿ ਸਾਨੂੰ ਇੰਡੀਆ ਦੇ ਵਿੱਚ ਕੋਈ ਵੀ ਬੰਦਾ ਗਲਤ ਕੰਮ ਕਰਕੇ ਇੱਕ ਵਾਰੀ ਜੇਲ੍ਹ ਜਾਇਆ, ਉਹ ਸਾਰੀ ਉਮਰ ਲਈ ਉਹ ਤੇ ਕਲੰਕ ਲੱਗ ਜਾਂਦਾ, ਉਹਨੂੰ ਚੇਂਜ ਹੋਣ ਦਿੰਦੀ ਦੁਨੀਆ। ਤੇ ਇੱਥੇ ਤੁਸੀਂ ਦੇਖੋ, ਮੈਂ ਇੱਥੇ ਦਾ ਦੱਸਦਾ, ਇੱਥੇ ਜਿਹੜੇ ਐਕਸਪੈਂਡਰ ਆ ਜਿਹਨੇ ਕੋਈ ਜੁਰਮ ਕੀਤਾ ਆ, ਉਹਨੂੰ ਗੌਰਮੈਂਟ ਇੱਥੇ ਫ੍ਰੀ ਰੱਖਦੀ ਘਰਾਂ 'ਚ, ਤਾਂ ਉਹਨਾਂ ਨੂੰ ਚਾਂਸ ਦਿੰਦੀ ਆ ਦੁਬਾਰਾ ਪਬਲਿਕ ਜੁਆਇਨ ਹੋਣ ਨੂੰ, ਕਿ ਪਬਲਿਕ ਉਹਨਾਂ ਨੂੰ ਐਕਸੈਪਟ ਕਰੇ। ਡਿਫਰੈਂਟ ਦੇਖੋ ਕਿੰਨਾ ਫਰਕ ਹੈ। ਦੇਖੋ ਜੀ, ਉੱਥੇ ਦੇ ਜੁਰਮ ਕਦੀ ਉਹ ਸਾਰੀ ਉਮਰ ਲੱਗੇ ਰਹਿੰਦੇ ਆ ਤੇ ਉਹ ਤੋਂ ਜੁਰਮ ਨਹੀਂ ਧੋ ਹੁੰਦਾ। ਇੱਥੇ ਚਾਂਸ ਜ਼ਰੂਰ, ਦੇਖੋ ਯੂਰਪ ਕੰਟਰੀਆਂ ਦਾ ਫਰਕ ਹੈ ਕਿ ਚਾਂਸ ਜ਼ਰੂਰ ਤੁਹਾਨੂੰ ਦਿੰਦੇ, ਫੇਰ ਵੀ ਤੁਸੀਂ ਨਾ ਬਦਲੋ ਤਾਂ ਇਹਦਾ ਤੁਹਾਡੀ ਗਲਤੀ ਹੈਗੀ। ਆਉਣ ਵਾਲੇ ਟਾਈਮ ਵਿੱਚ ਜਿਹੜੇ ਸਕੋਲਰ ਨੇ ਨਾ, ਤੁਹਾਡੀ ਗੱਲ ਬਿਲਕੁਲ ਠੀਕ ਹੈ, ਆਉਣ ਵਾਲੇ 10-20 ਸਾਲ ਬਾਅਦ ਜਿੰਨੇ ਵੀ ਆ ਜੁਰਮ ਕਰਨ ਵਾਲੇ ਲੋਕ ਨੇ, ਇਹਨਾਂ ਨੂੰ ਜੇਲ੍ਹਾਂ ਵਿੱਚ ਨਹੀਂ ਭੇਜਿਆ ਜਾਇਆ ਕਰੇਗਾ, ਇਹਨਾਂ ਨੂੰ ਹਸਪੀਟਲ ਭੇਜਿਆ ਜਾਇਆ ਕਰੇਗਾ। ਮਤਲਬ ਉਹ ਜੇਲ੍ਹ ਜਿਹੜਾ ਹਸਪੀਟਲ ਟਾਈਪ ਹੋਏਗਾ, ਜਿੱਥੇ ਇਹਨਾਂ ਦਾ ਇਲਾਜ ਕੀਤਾ ਜਾਏਗਾ, ਕਿਉਂਕਿ ਇਹ ਮਾਨਸਿਕ ਤੌਰ ਤੇ ਰੋਗੀ ਹੁੰਦੇ ਨੇ ਬਹੁਤੇ ਬੰਦੇ ਜਿਹੜੇ ਇਸ ਤਰ੍ਹਾਂ ਕਰ ਜਾਂਦੇ ਨੇ। ਤੁਹਾਨੂੰ ਪਤਾ ਹੀ ਹੈ ਕਿ ਜੇਲ੍ਹਾਂ ਵਿੱਚ ਕੁਝ ਬੰਦੇ ਵੀ ਭੇਜਦੇ ਨੇ ਉਹਨਾਂ ਨੂੰ ਕਾਉਂਸਲਿੰਗ ਕਰਨ ਵਾਸਤੇ ਵੀ। ਠੀਕ ਗੱਲ ਤੁਹਾਡੀ ਬਿਲਕੁਲ। ਹਾਂਜੀ, ਥੈਂਕ ਯੂ ਗਿਆਨੀ ਜੀ। ਇੱਕ ਤੁਹਾਡੇ ਤੇ ਅਲਾਮਾ ਵੀ ਆ ਮੇਰਾ, ਮੈਂ ਅਲਾਮਾ ਵੀ ਦੇਣਾ ਚਾਹੁੰਦਾ ਤੁਹਾਨੂੰ, ਕਿਉਂਕਿ ਸਾਰੇ ਹੁਣ ਬੋਰ ਹੋਏ, ਕੁਛ ਸ਼ੁਗਲ ਸ਼ਕਲ ਵੀ ਦੱਸਦੀ ਹੈ। ਜਦੋਂ ਤੁਸੀਂ ਕਿਹਾ ਨਾ ਵੀ ਬੰਦੇ ਨੂੰ ਆਪਣਾ ਕੰਮ ਆਪ ਕਰਨਾ ਚਾਹੀਦਾ, ਚਾਹ ਵੀ ਬਣਾਵੇ, ਸਵਿਚ ਵੀ ਔਨ ਕਰੇ, ਲਾਈਟ ਵੀ ਦੂਏ ਨੂੰ ਨਹੀਂ ਕਹਿਣਾ ਚਾਹੀਦਾ, ਤੇ ਬਿਸਤਰਾ ਵਿਛਾਵੇ। ਮੇਰੀ ਵਾਈਫ ਸੁਣ ਰਹੀ ਸੀਗੀ, ਉਹਨੇ ਹਰੇਕ ਪੁਆਇੰਟ ਨਾਲ ਏਦਾਂ ਸਿਰ ਹਿਲਾਇਆ, ਦੇਖਿਆ ਇਹ ਵੀ ਮੈਨੂੰ ਕਰਨਾ ਪੈਂਦਾ, ਹੁਣ ਇਹ ਵੀ ਕਰਨਾ ਪੈਣਾ ਤੈਨੂੰ। ਮੈਂ ਤਾਂ ਹੀ ਸੁਣਾ ਰਿਹਾ ਸੀ, ਮੈਂ ਕਿਹਾ ਭੈਣ ਸੁਣਦੀ ਹੋਣੀ, ਮੈਂ ਤੁਹਾਡੇ ਕਰਕੇ ਸੁਣਾ ਰਿਹਾ। ਜਾਨੀ ਜੀ ਇੱਥੇ ਤਾਂ ਫਸਾਤਾ ਨਾ ਤੁਸੀਂ, ਹੁਣ ਮੈਨੂੰ ਰੋਜ਼ ਕੰਮ ਨਹੀਂ, ਤੁਸੀਂ ਜਦੋਂ ਘਰ ਵਿਹਲੇ ਬਹਿ ਕੇ ਹੁਕਮ ਚਲਾਓਗੇ ਤੇ ਫਿਰ ਆਪਣੀਆਂ ਭੈਣਾਂ ਨੂੰ ਗਾਈਡ ਤਾਂ ਕਰਨਾ ਪੈਣਾ। ਕੀ ਕਰੀਏ, ਤੁਸੀਂ ਹੁਣ ਲੋਕਡਾਊਨ ਕਰ ਦਿੱਤਾ, ਹੁਣ ਵਿਹਲੇ ਆ, ਕਿਤੇ ਨਾ ਕਿਤੇ ਕੁਛ ਤਾਂ ਕਹਿਣਾ ਹੋਈ। ਧੰਨਵਾਦ, ਧੰਨਵਾਦ, ਬਹੁਤ ਵਧੀਆ। ਹੁਣ ਅੱਜ ਸਾਰੇ ਲਿਸਟ ਜਿਹੜੀ ਕੰਮ ਬਣਾਈ ਹੈ ਨਾ ਕੰਮ ਦੀ, ਉਹ ਕਰਕੇ ਤਾਂ ਆਪਣੇ ਘਰੋਂ ਸਾਰਿਆਂ ਨੂੰ ਖੁਸ਼ ਰੱਖੋ। ਮੈਂ ਵੀ ਟਰਾਈ ਕਰੂੰਗਾ ਉਦਾਂ। ਏਦਾਂ ਨਾ ਹੋਵੇ ਕੱਲ ਨੂੰ ਮੁੜ ਕੇ ਆਵੇਂ ਹੀ ਨਾ, ਫਿਰ ਕਹਿੰਦੇ ਕੰਮ ਦੇ ਵਿੱਚ ਬਿਜ਼ੀ ਰਹੇ। ਇਹ ਜਿਹੜਾ ਪੁਆਇੰਟ ਰੱਖਿਆ ਮੈਂ ਦੂਜਿਆਂ ਲਈ ਰੱਖਿਆ, ਆਪਾਂ ਤਾਂ ਕਰਦੇ ਹੀ ਰਹਿੰਦੇ ਆ। ਕੋਈ ਨਾ, ਤੁਸੀਂ ਦੂਜਿਆਂ ਵਾਸਤੇ ਰੱਖੋ, ਭੈਣ ਜੀ ਦਾ ਫੋਨ ਸਾਨੂੰ ਦਿਓ, ਅਸੀਂ ਕਰਦੇ ਰਵਾਂਗੇ ਫੋਨ। ਇਹਨਾਂ ਕੋਲ ਹੈਗਾ ਜੀ, ਆਪਾਂ ਜਿਹੜੇ ਬੈਠੇ ਨਾ, ਇਹਨਾਂ ਕੋਲ ਸਭ ਕੁਝ ਹੈਗਾ। ਠੀਕ ਠੀਕ, ਚਲੋ ਠੀਕ ਹੈ ਜੀ। ਇਹਨਾਂ ਦੀ ਮਿਸਰੀ ਤਾਂ ਮੇਰੀ ਵਾਈਫ, ਭੈਣਾ ਹੀ ਸਮਝੋ ਤੁਸੀਂ। ਠੀਕ ਠੀਕ, ਕੋਈ ਜਿਹੇ ਹਾਲਾਤ ਆ। ਠੀਕ ਹੈ, ਠੀਕ। ਚਲੋ ਜੀ, ਹੁਣ ਇਸੇ ਨੋਟ ਤੇ ਆਪਾਂ ਇਸ ਕਲਾਸ ਦੀ ਜਿਹੜਾ ਸਮਾਪਤੀ ਕਰ ਦਿੰਦੇ ਜੀ। ਤੇ ਧੰਨਵਾਦ ਸਾਰਿਆਂ ਦਾ ਜੀ, ਗਿਆਨੀ ਜੀ ਦਾ ਵੀ ਬਹੁਤ ਬਹੁਤ ਧੰਨਵਾਦ, ਤੇ ਸਰੋਤਿਆਂ ਦਾ ਵੀ ਬਹੁਤ ਬਹੁਤ ਧੰਨਵਾਦ। ਤੇ ਆਪਾਂ ਕੱਲ ਨੂੰ ਇਸੇ ਤਰ੍ਹਾਂ ਇਸੇ ਪਲੇਟਫਾਰਮ ਤੇ ਮਿਲਾਂਗੇ ਜੀ 2 ਵਜੇ। ਤੇ ਤਦ ਤੱਕ ਆਪਾਂ ਇੱਕ ਦੂਜੇ ਤੋਂ ਜਲ ਲਈਏ ਇਜਾਜ਼ਤ। ਖੁਸ਼ ਰਹੋ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।